ਅੱਜ ਆਪਾਂ ਕਬੀਰ ਜੀ ਦੀ ਬਾਣੀ ਜਿਹੜੀ ਮਾਰੂ ਰਾਗ ਦੇ ਵਿੱਚ ਲੈ ਰਹੇ 1105 ਅੰਗ ਦੇ ਉੱਤੇ ਉਹਦਾ ਲੜੀ ਦਾ ਪਹਿਲਾ ਮੋਤੀ ਹੈਗਾ ਭਾਈ। ਇਹਦੇ ਵਿੱਚ ਉਹ ਦਮਾਮਾ ਵੱਜਣ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਬਾਅਦ ਦੀ ਗੱਲ ਆ ਭਾਈ। ਕਹਿੰਦੇ ਧਿਆਨ ਸਿਮਰਨ ਕਰਨਾ ਔਰ ਤੇਰਾ ਸੁਣ 'ਚ ਜਿਹੜਾ ਤੇਰਾ ਜਿਹੜਾ ਮਾੜਾ ਜਿਹਾ ਸੁਣ ਹੋ ਗਿਆ ਨਾ ਤੇਰੇ ਅੰਦਰ, ਫਿਰ ਇਹਨੂੰ ਵਧਾ ਲਾ। ਹੁਣ ਵਧਾ ਲਾ, ਫਿਰ ਵਾਪਸ ਨਹੀਂ ਤਾਂ ਵਾਪਸ ਮਾਇਆ ਨੇ ਖਿੱਚ ਲੈਣਾ ਹੈ। ਮਾਇਆ ਦੇ ਹਾਲੇ ਖਲੂਸ ਗੁਬਾਰੇ ਜਿਹੜੇ ਆ ਥੱਲੇ ਲੱਗੇ ਹੋਏ ਆ, ਹਾਲੇ ਗੁਬਾਰਿਆਂ ਦੀ ਫੂਕ ਨਹੀਂ ਨਿਕਲੀ ਨਹੀਂ। ਗੁਬਾਰੇ ਪੂਰੇ ਬੰਨੇ ਹੋਏ ਆ ਥੱਲੇ ਪੱਥਰਾਂ ਦੇ ਨਾਲ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਪੱਥਰ ਹੈਗੇ। कबीर का शब्द राग मारू बाणी नामदेव जी की एक कबीर का शब्द भी लिखा हुआ है तो बाणी नामदेव जी की भी लिखी हुई है। ਇਹਦਾ मतलब ये ਜਿਹੜਾ ਹੈਡਿੰਗ ਦਿੱਤਾ ਹੈ ਮਹਾਰਾਜ ਨੇ, ਇਸ ਤੋਂ ਅੱਗੇ ਕਹਿੰਦੇ ਕੋਈ ਕਬੀਰ ਜੀ ਦਾ ਸ਼ਬਦ ਵੀ ਆਊਗਾ। ਪਤਾ ਨਹੀਂ ਆਹੀ ਹੋਏ ਸ਼ਾਇਦ ਕਬੀਰ ਜੀ ਦਾ ਸ਼ਬਦ। ਇੱਕ ਸੈਕਿੰਡ ਦੇਖੀਏ। ਨਾਮਦੇਵ ਜੀ ਦਾ, ਇਹ ਨਾਮਦੇਵ ਜੀ ਦਾ ਸ਼ਬਦ ਹੈ। ਅੱਗੇ ਕੋਈ ਕਬੀਰ ਜੀ ਦਾ ਸ਼ਬਦ ਹੋਏਗਾ, ਤਾਂ ਕਰਕੇ ਹੈਡਿੰਗ ਦਿੱਤਾ ਹੋਇਆ। ਇਹ ਪਿਛਲੀਆਂ ਦਾ ਹੈਡਿੰਗ ਨਹੀਂ, ਇਹਦਾ ਹੀ ਹੈਡਿੰਗ ਹੈਗਾ। ਇਸ ਤੋਂ ਅੱਗੇ ਵਾਲਿਆਂ ਦਾ ਹੈਡਿੰਗ ਹੈਗਾ। ਇਹ ਨਾ ਹਰ ਚੀਜ਼ ਜਿਹੜੀ ਹੈਗੀ ਆਪਾਂ ਧਿਆਨ ਦੇ ਨਾਲ ਜਿਹੜਾ ਹੈਗਾ ਇਹਨੂੰ ਬਾਣੀ ਨੂੰ ਜਿਹੜਾ ਹੈਗਾ ਇਹਨੂੰ ਸਮਾਂ ਦੇਣਾ ਹੈ ਭਾਈ। ਇਹ ਬ੍ਰਹਮ ਬਾਣੀ ਹੈਗੀ ਆ, ਇਹ ਬ੍ਰਹਮ ਬਾਣੀ ਹੈਗੀ ਆ ਔਰ ਇਹ ਪਰਮਾਤਮਾ ਦੀ ਬਾਣੀ ਆ। ਮਾਲਕ ਬੋਲਦਾ ਹੈ ਅਤੇ ਇਸ ਤਰ੍ਹਾਂ ਬ੍ਰਹਮ ਗਿਆਨੀਆਂ ਦੇ ਥਰੂ ਬੋਲਦਾ ਹੈ ਮਾਲਕ ਪਰਮਾਤਮਾ। ਇਸ ਕਰਕੇ ਇਹ ਪਰਮਾਤਮਾ ਦੀ ਬਾਣੀ ਹੈ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। कबीर का शब्द राग मारू बाणी नामदेव जी की एक ओंकार सतगुर प्रसाद चार मुकत चारे सिद्ध मिलकै दूल्हे प्रभ की शरण परयो। दूल्हा कौन है? परमात्मा। दूल्हा परमात्मा हैगा भाई। सारियां दा दूल्हा परमात्मा हैगा। ਕਹਿੰਦੇ ਚਾਰ ਮੁਕਤੀਆਂ ਹੈਗੀਆਂ ਇਹ ਦੁਨੀਆ ਜਿਹੜੀ ਹੈਗੀ। ਵੇਦ ਸ਼ਾਸਤਰ ਜਿਹੜੇ ਹੈਗੇ ਕਹਿੰਦੇ ਚਾਰ ਮੁਕਤੀਆਂ ਹੈਗੀਆਂ ਭਾਈ। ਚਾਰ ਟਾਈਪ ਦੀ ਮੁਕਤੀ ਲੈ ਸਕਦਾ ਤੂੰ, ਚਾਰ ਟਾਈਪ ਦੀ ਮੁਕਤੀ ਲੈ ਸਕਦਾ ਹੈ। ਔਰ ਇਹ ਚਾਰੋਂ ਮੁਕਤੀਆਂ ਜਿਹੜੀਆਂ ਹੈਗੀਆਂ ਤੇ 18 ਸਿੱਧੀਆਂ ਦੇ ਨਾਲ ਮਿਲ ਕੇ ਇਹ ਉਹ ਮਾਲਕ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਈਆਂ ਹੁੰਦੀਆਂ। ਉਹ ਮਾਲਕ ਦੀ ਸ਼ਰਨ ਦੇ ਵਿੱਚ, ਮਾਲਕ ਦੇ ਚਰਨਾਂ ਦੇ ਵਿੱਚ ਹੁੰਦੀਆਂ ਇਹ ਮੁਕਤੀਆਂ। ਮੁਕਤੀਆਂ ਕਿਹੜੀਆਂ ਆ? ਇੱਕ ਹੈਗੀ ਸਾਲੋਕਿਆ, ਸਾਮੀਪਯ, ਸਾਰੂਪਯ ਤੇ ਸਾਯੁਜਯ। ਸਾਲੋਕਿਆ ਇਹ ਕੀ ਹੋਇਆ? ਸਾਲੋਕਿਆ ਜਿਹੜਾ ਆਪਣੇ ਪਰਮਾਤਮਾ ਦੇ ਨਾਲ ਰਹਿਣਾ, ਸਾਲੋਕਿਆ ਉਹਦੇ ਲੋਕ ਦੇ ਵਿੱਚ ਉਹਦੇ ਨਾਲ ਰਹਿਣਾ। ਸਾਮੀਪ ਮਤਲਬ ਉਸ ਮਾਲਕ ਦੇ ਬਿਲਕੁਲ ਨੇੜੇ ਰਹਿਣਾ, ਅਤੇ ਸਾਲੋਕਿਆ ਦਾ ਮਤਲਬ ਉਹਦੇ ਲੋਕ ਦੇ ਵਿੱਚ ਰਹਿਣਾ, ਅਤੇ ਸਾਰੂਪ ਮਤਲਬ ਉਹਦਾ ਰੂਪ ਹੀ ਹੋ ਜਾਣਾ, ਅਤੇ ਸਾਯੁਜਯ ਮਤਲਬ ਜਿਹੜਾ ਹੈਗਾ ਉਹਦੇ ਵਿੱਚ ਹੀ ਮਿਲ ਜਾਣਾ, ਉਹਦੇ ਵਿੱਚ ਹੀ ਮਿਲ ਜਾਣਾ। ਇਹ ਚਾਰ ਮੁਕਤੀਆਂ ਹੈਗੀਆਂ। ਔਰ ਅੱਗੇ ਦੇਖੋ ਨਾਮਦੇਵ ਜੀ ਕੀ ਸਮਝਾ ਰਹੇ ਆ। ਨਾਮਦੇਵ ਜੀ ਕੀ ਸਮਝਾ ਰਹੇ, ਕਿੱਥੋਂ ਉਹਨਾਂ ਨੂੰ ਗਿਆਨ ਆਇਆ? ਉਹ ਤਾਂ ਜਿਹੜੇ ਹੈਗੇ ਕੱਪੜਿਆਂ ਦਾ ਕੰਮ ਰੰਗਦੇ ਸੀ ਕੱਪੜੇ, ਉਹਨਾਂ ਦਾ ਗਿਆਨ ਹੈਗਾ ਨਾਮਦੇਵ ਜੀ ਦਾ। ਔਰ ਆਹ ਮੁਕਤੀਆਂ ਦੀ ਗੱਲ ਕਰ ਰਹੇ ਆ। ਕਹਿੰਦੇ ਚਾਰੋਂ ਮੁਕਤੀਆਂ ਜਿਹੜੀਆਂ 18 ਸਿੱਧੀਆਂ ਜਿਹੜੀਆਂ ਪਰਮਾਤਮਾ ਦੂਲੇ ਦੇ ਸ਼ਰਨ ਦੇ ਵਿੱਚ ਉਹਦੇ ਚਰਨਾਂ ਦੇ ਚਰਨਾਂ 'ਤੇ ਰਹਿੰਦੀਆਂ। ਮੁਕਤ ਭਇਓ ਚਹੂੰ ਜੁਗ ਜਾਣਿਓ ਜਸ ਕੀਰਤ ਮਾਥੈ ਛਤਰ ਧਰਿਓ। ਚਾਰ ਮੁਕਤ ਚਾਰੇ ਸਿੱਧ ਮਿਲਕੇ दूल्हा प्रभ की शरण परियो। ਮੁਕਤ ਭਇਓ ਚਹੂੰ ਜੁਗ ਜਾਣਿਓ ਜਸ ਕੀਰਤ ਮਾਥੈ ਛਤਰ ਧਰਿਓ। ਇਹ ਤਾਂ ਜੀ ਹੋਰ ਹੀ ਅਗਲੀ ਲਾਈਨ ਦੇ ਨਾਲ ਪਹਿਲੀ ਲਾਈਨ ਦੇ ਵਿੱਚ ਜਿਹੜਾ ਪਹਿਲੀ ਲਾਈਨ ਦੀ ਵਿਆਖਿਆ ਕੀਤੀ ਆ ਇਹਨੇ ਤਾਂ ਉਹਨੂੰ ਕੱਟ ਦਿੱਤਾ। ਇਹ ਦੂਸਰੀ ਲਾਈਨ ਨੇ ਉਹਨੂੰ ਕੱਟ ਦਿੱਤਾ। ਦੇਖੋ ਇੱਥੇ ਕਹਿ ਰਿਹਾ ਮੁਕਤ ਭਇਓ ਚਹੂੰ ਜੁਗ ਜਾਣਿਓ ਜਸ ਕੀਰਤ ਮਾਥੈ ਛਤਰ ਧਰਿਓ। ਕਹਿੰਦੇ ਉਹ ਤਾਂ ਮੁਕਤ ਹੋ ਗਿਆ ਔਰ ਚਾਰੇ ਯੁਗਾਂ ਦੇ ਵਿੱਚ ਜਾਣਿਆ ਗਿਆ।
ਔਰ ਇਹ ਚਾਰੇ ਮੁਕਤੀਆਂ ਜਿਹੜੀਆਂ ਹੈਗੀਆਂ, ਇਹ ਚਾਰੇ ਮੁਕਤੀਆਂ ਜਿਹੜੀਆਂ ਹੈਗੀਆਂ ਉਹਦੇ ਚਰਨਾਂ 'ਚ ਹੈ, ਉਹਦੇ ਚਰਨਾਂ 'ਚ ਹੈ। ਦੁੱਲਾ ਉਹ ਹੈਗਾ, ਕਿਹੜਾ ਦੁੱਲਾ ਹੈਗਾ? ਜਿਹੜਾ ਪ੍ਰਭੂ ਦੀ ਸ਼ਰਨ ਦੇ ਵਿੱਚ ਪੈਂਦਾ ਹੈ, ਜਿਹੜਾ ਧਿਆਨ ਸਿਮਰਨ ਕਰਦਾ ਹੈ, ਉਹ ਆ ਦੁੱਲਾ। ਉਹ ਆ ਉਸ ਮਾਲਕ ਪਰਮਾਤਮਾ ਉਹਦਾ ਦੁੱਲਾ ਕਹਿ ਲਓ। ਉਹ ਜੀਵ ਇਸਤਰੀ ਜਿਹੜੀ ਹੈਗੀ ਆ, ਉਹਦੀ ਸ਼ਰਨ ਦੇ ਵਿੱਚ ਜਿਹੜੀਆਂ ਹੈਗੀਆਂ, ਜਿਹੜਾ ਪਰਮਾਤਮਾ ਦੀ ਸ਼ਰਨ 'ਚ ਪੈਂਦਾ ਹੈ, ਚਾਰੋਂ ਮੁਕਤੀਆਂ ਜਿਹੜੀਆਂ ਹੈਗੀਆਂ 18 ਸਿੱਧੀਆਂ ਦੇ ਨਾਲ ਉਹਦੀ ਸ਼ਰਨ 'ਚ ਪਈਆਂ ਹੁੰਦੀਆਂ। ਰਿੱਧ ਸਿੱਧ ਜਿਹੜੀਆਂ ਹੈਗੀਆਂ, ਉਹ ਜਿਹੜਾ ਇਹ ਤਾਂ ਮਾਮੂਲੀ ਚੀਜ਼ਾਂ ਹੈ ਉਹਨਾਂ ਦੇ ਵਾਸਤੇ। ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲਾ ਪ੍ਰਭ ਕੀ ਸ਼ਰਨ ਪਰਿਓ। ਉਸ ਇਨਸਾਨ ਦੇ ਜਿਹੜਾ ਪਰਮਾਤਮਾ ਦੀ ਸ਼ਰਨ ਪਿਆ, ਉਹ ਵੀ ਦੁੱਲਾ ਹੀ ਹੋ ਗਿਆ ਭਾਈ। ਅੱਜ ਦਾ ਹੀ ਸਵੇਰ ਦਾ ਗਿਆਨ ਸੀਗਾ ਕਿ ਪਰਮਾਤਮਾ ਜਿਹੜਾ ਹੈਗਾ ਪੁਰਖ ਹੈਗਾ, ਦੁੱਲਾ ਹੈਗਾ, ਬਾਕੀ ਸਾਰੀਆਂ ਨਾਰ ਹੈਗੀਆਂ। ਪਰ ਕਹਿੰਦੇ ਜਿਹੜਾ ਵੀ ਧਿਆਨ ਸਿਮਰਨ ਕਰਕੇ ਇਹ ਵਿਚਾਰ ਮੰਡਲ ਪਾਰ ਕਰਦਾ ਹੈ, ਉਹ ਵੀ ਦੁੱਲਾ ਹੋ ਜਾਂਦਾ ਹੈ, ਉਹ ਵੀ ਪੁਰਖ ਹੋ ਜਾਂਦਾ ਹੈ। ਪੁਰਖ ਸੇਵੇ ਸੋ ਪੁਰਖੋ ਹੋਵੇ। ਅੱਜ ਦਾ ਹੀ ਗਿਆਨ ਹੈ ਸਵੇਰ ਦਾ। ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲਾ ਪ੍ਰਭ ਕੀ ਸ਼ਰਨ ਪਰਿਓ। ਮੁਕਤ ਭਇਓ ਚੌਹੂ ਜੁਗ ਜਾਣਿਓ। ਚਾਰੋਂ ਦਿਸ਼ਾਵਾਂ ਦੇ ਵਿੱਚ ਜਿਹੜੇ ਇਹਨਾਂ ਦਾ ਇਹ ਦੁੱਲੇ ਜਿਹੜੇ ਬਣਦੇ ਆ, ਉਹ ਦੁੱਲੇ ਦੀ ਸ਼ਰਨ ਪੈ ਕੇ ਕਹਿੰਦੇ ਬਸ ਇਹ ਤਾਂ ਚਾਰੋਂ ਪਾਸੇ ਇਹਨਾਂ ਦਾ ਜਸ ਫੈਲ ਜਾਂਦਾ ਹੈ ਭਾਈ। ਮੁਕਤ ਭਇਓ ਔਰ ਮੁਕਤ ਹੋ ਜਾਂਦੇ ਆ। ਚਾਰੋਂ ਮੁਕਤੀਆਂ ਜਿਹੜੀਆਂ ਇਹਨਾਂ ਦੇ ਚਰਨਾਂ 'ਚ ਪਈਆਂ ਹੁੰਦੀਆਂ। ਇੰਨਾ ਧਿਆਨ ਸਿਮਰਨ ਕਰਨਾ ਦੇਖ ਲਓ। ਉੱਥੇ ਕਿਤੇ ਸਾਮੀਪਯ ਚਾਹੁੰਦੇ ਆ, ਸਾਲੋਕੇ ਚਾਹੁੰਦੇ ਆ, ਸਾਰੂਪ ਚਾਹੁੰਦੇ ਆ, ਸਾਯੁਜ ਚਾਹੁੰਦੇ ਆ। ਚਾਰ ਮੁਕਤੀਆਂ ਵੀ ਮਾਲਕ ਦਾ ਰੂਪ ਹੋ ਜਾਏ, ਜਿਹੋ ਜਿਹਾ ਮਾਲਕ ਹੈ, ਮਾਲਕ ਦੀ ਨੇੜਤਾ ਪ੍ਰਾਪਤ ਹੋ, ਮਾਲਕ ਦੇ ਦੇਸ਼ ਦੇ ਵਿੱਚ ਸਾਲੋਕ ਮਾਲਕ ਦੇ ਦੇਸ਼ 'ਚ ਰਹਿਣ ਨੂੰ ਮਿਲ ਜਾਏ, ਕਿਤੇ ਮਾਲਕ ਦੇ ਅੰਦਰ ਹੀ ਵੜਨ ਨੂੰ, ਮਾਲਕ ਦੇ ਨਾਲ ਇਕਮਿਕੀ ਹੋ ਜਾਈਏ। ਆਹ ਚਾਰੋਂ ਚੀਜ਼ਾਂ ਉਹ ਨਾਮ ਅਭਿਆਸੀ ਨੂੰ ਸੁਖੈ ਨਹੀਂ ਲੱਭ ਜਾਂਦੀਆਂ। ਕਿੰਨਾ ਦੇਖੋ, ਕਿੰਨਾ ਮਾਲਕ ਪਰਮਾਤਮਾ ਆਪਣੇ ਵਰਗਾ ਬਣਾ ਦਿੰਦਾ ਹੈ। ਹੱਦ ਹੋਈ ਪਈ ਆ। ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁੱਲਾ ਪ੍ਰਭ ਕੀ ਸ਼ਰਨ ਪਰਿਓ। ਮੁਕਤ ਭਇਓ ਚੌਹੂ ਜੁਗ ਜਾਣਿਓ। ਜਸ ਕੀਰਤ ਮਾਥੇ ਛਤਰ ਤਰਿਓ। ਉਹ ਕਹਿੰਦੇ ਉਹਦੇ ਤਾਂ ਮੱਥੇ ਤੇ ਛਤਰ ਆ ਜਾਂਦਾ ਹੈ ਭਾਈ। ਅੱਜ ਕੱਲ੍ਹ ਦੇ ਗਿਆਨ 'ਚ ਸੀਗਾ ਬਈ ਉਹ ਰਾਜਾ ਹੋ ਜਾਂਦਾ ਹੈ, ਉਹਦੇ ਜਿਹੜਾ ਛਤਰ ਝੂਲਣ ਲੱਗ ਸੱਚਾ ਛਤਰ ਝੂਲਦਾ ਹੈ ਉਹਦੇ ਸਿਰ 'ਤੇ। ਦੇਖੋ ਕਿੰਨਾ ਜਿਹੜਾ ਹੈਗਾ। ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ। ਮੁਕਤ ਭਇਓ ਚੌਹੂ ਜੁਗ ਜਾਣਿਓ। ਜਸ ਕੀਰਤ ਮਾਥੇ ਛਤਰ ਧਰਿਓ। ਇੰਨਾ ਰਿਸਪੈਕਟ, ਇੰਨਾ ਆਦਰ, ਇੰਨਾ ਮਾਣ। ਰਾਜਾ ਰਾਮ ਜਪਤ ਕੋ ਨਾ ਤਰਿਓ। ਇੱਥੋਂ ਹੋਰ ਖੁੱਲ ਗਿਆ ਭਾਈ, ਇਹ ਕਿਹਦੀ ਗੱਲ ਹੋ ਰਹੀ ਹੈ? ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਦੱਸ ਦਿਓ ਭਾਈ ਕਿਹੜਾ ਨਹੀਂ ਤਰਿਆ। ਇਹ ਦੱਸ ਦਿਓ ਵੀ ਨਾਮ ਜਪਣ ਵਾਲਾ, ਨਾਮ ਅਭਿਆਸੀ ਜਿਹੜਾ ਹੈਗਾ, ਕਿਹੜਾ ਨਹੀਂ ਤਰਿਆ, ਇਹ ਦੱਸੋ ਪਹਿਲਾਂ। ਰਾਜਾ ਰਾਮ ਜਪਤ ਕੋ ਨਾ ਤਰਿਓ। ਗੁਰੂ ਉਪਦੇਸ਼ ਸਾਧ ਕੀ ਸੰਗਤ ਭਗਤ ਤਾਕੋ ਨਾਮ ਪਰਿਓ ਰਹਾਓ। ਕਹਿੰਦੇ ਗੁਰੂ ਦੇ ਉਪਦੇਸ਼ ਦੇ ਨਾਲ, ਇਹ ਬ੍ਰਹਮ ਬਾਣੀ ਦੇ ਨਾਲ, ਬ੍ਰਹਮ ਗਿਆਨ ਦੇ ਨਾਲ, ਇਹ GPS ਇਸ GPS ਨੂੰ ਯੂਜ਼ ਕਰਨ ਵਾਲਾ ਸਾਧ ਕੀ ਸੰਗਤ ਔਰ ਸਾਧ ਸੰਗਤ ਦੇ ਵਿੱਚ, ਆ ਸੰਗਤ ਜਾਂ ਸਾਧ, ਇਹਦੇ ਵਿੱਚ ਸਾਧ ਕੀ ਹੈ? ਸਾਧ ਦਾ ਗਿਆਨ ਹੀ ਤਾਂ ਬੋਲ ਰਹੇ ਆਪਾਂ ਕਿਹੜਾ ਜਿਹੜਾ ਹੈਗਾ ਹੋਰ ਕੁਛ ਕਰ ਰਹੇ ਭਾਈ। ਗੁਰ ਉਪਦੇਸ਼, ਅਸੀਂ ਤਾਂ ਆਹ ਬਾਣੀ ਜਿਹੜੀ ਹੈਗੀ, ਬ੍ਰਹਮ ਬਾਣੀ ਜਿਹੜੀ ਹੈਗੀ ਆ, ਨਾਮਦੇਵ ਜੀ ਜਿਹੜੇ ਹੈਗੇ ਆ, ਬ੍ਰਹਮ ਗਿਆਨੀ ਜਿਹੜੇ ਹੈਗੇ, ਉਹਨਾਂ ਦੀ ਬਾਣੀ ਖੋਲ ਰਹੇ। ਆਪਣੇ ਵੱਲੋਂ ਤਾਂ ਅਸੀਂ ਇਹ ਕੁਛ ਵੀ ਨਹੀਂ ਲਗਾ ਰਹੇ ਭਾਈ, ਕੁਛ ਵੀ। ਔਰ ਅਸੀਂ ਜਿਹੜੇ ਹੈਗੇ ਇਹ ਵੀ ਕੋਸ਼ਿਸ਼ ਕਰੀਦੀ ਆ ਬਈ ਜਿਹੜਾ ਹੈਗਾ ਇਹ ਬਾਣੀ ਦੇ ਨਾਲ ਸਮਝੌਤਾ ਨਾ ਕਰੀਏ। ਭਾਵੇਂ ਤਿੱਖੀ ਗੱਲ ਆ, ਚੁਭਣ ਵਾਲੀ ਗੱਲ ਆ, ਜਿਹੀ ਜੀ ਵੀ ਗੱਲ ਆ, ਉਹਨੂੰ ਅਸੀਂ ਸੰਗਤ ਤੱਕ ਪਹੁੰਚਾ ਦਈਏ। ਇਹੀ ਜਿਹੜਾ ਹੈਗਾ ਡਿਊਟੀ ਹੈਗੀ ਭਾਈ। ਰਾਜਾ ਰਾਮ ਜਪਤ ਕੋ ਨਾ ਤਰਿਓ। ਗੁਰ ਉਪਦੇਸ਼ ਸਾਧ ਕੀ ਸੰਗਤ ਭਗਤ ਤਾਕੋ ਨਾਮ ਪਰਿਓ ਰਹਾਓ। ਦੇਖੋ ਕਹਿੰਦੇ ਸਾਰੇ ਭਗਤ ਕਹਿੰਦੇ ਆ, ਸਾਰੇ ਭਗਤ ਕਹਿੰਦੇ ਆ, ਸਾਰੇ ਭਗਤ ਕਹਿੰਦੇ ਆ। ਉਹਦਾ ਨਾਮ ਭਗਤ ਹੋ ਜਾਂਦਾ ਹੈ ਭਾਈ। ਜਿਹੇ ਜਿਹਾ ਮਰਜ਼ੀ ਹੋਏ, ਜਿੰਨੀ ਗਾਰਬੇਜ, ਜੋ ਮਰਜ਼ੀ, ਜਿੰਨਾ ਮਰਜ਼ੀ ਨੈਗੇਟਿਵ ਹੋਏ,
ਬਸ ਇੱਕ ਵਾਰੀ ਸਰੈਂਡਰ ਕਰ ਦੇ ਵੀ ਮਾਲਕਾ ਜੇ ਜਿਹਾ ਵੀ ਹੈਗਾ ਤੇਰਾ ਹੈਗਾ, ਮੈਂ ਤੇਰੇ ਕੋਲ ਆਉਣਾ ਚਾਹੁੰਦਾ। ਕਿਉਂਕਿ ਇਹ ਗੰਦਗੀ, ਇਹ ਗਾਰਬੇਜ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਝੂਠ, ਤ੍ਰਿਸ਼ਨਾ, ਠੱਗੀ, ਸਾਰਾ ਕੁਛ ਇਹ ਮਾਲਕ ਦਾ ਪ੍ਰੋਵੀਜ਼ਨ ਹੈਗਾ, ਮਾਇਆ ਹੈਗੀ ਮਾਲਕ ਨੇ ਪਾਈ ਹੋਈ। ਬਸ ਜੇ ਆਪਾਂ ਨਿਕਲਣਾ ਚਾਹੁੰਦੇ ਹਾਂ, ਦਿਲੋਂ ਨਿਕਲਣਾ ਚਾਹੁੰਦੇ ਹਾਂ, ਬਸ ਇੱਕ ਵਾਰੀ ਸਰੈਂਡਰ ਕਰ ਦਈਏ, ਮਾਲਕ ਮਿਹਰ ਕਰੇਗਾ ਜੀ। ਰਹਾਓ ਚਾਰ ਮੁਕਤ ਚਾਰੇ ਸਿੱਧ ਮਿਲ ਕੇ ਦੁਲਹਿ ਪ੍ਰਭ ਕੀ ਸ਼ਰਣੇ ਭਰਿਓ। ਉਸ ਇਨਸਾਨ ਦੀ ਸ਼ਰਨ 'ਚ ਹੋ ਜਾਂਦੀਆਂ ਹੈ ਜਿਹੜਾ ਉਸ ਦੁਲਹਿ ਮਾਲਕ ਪਰਮਾਤਮਾ ਦੀ ਸ਼ਰਨ 'ਚ ਜਾਂਦਾ ਹੈ, ਜਿਹੜਾ ਧਿਆਨ ਸਿਮਰਨ ਕਰਦਾ ਹੈ। ਇਹ ਚਾਰ ਮੁਕਤੀਆਂ ਅਤੇ ਸਿੱਧੀਆਂ ਜਿਹੜੀਆਂ ਹੈਗੀਆਂ ਸਾਰੀਆਂ, 9 ਨਿਧ 18 ਸਿੱਧੀਆਂ, ਸਾਰੇ ਖਜ਼ਾਨੇ ਸਾਰੇ ਉਸ ਇਨਸਾਨ ਦੇ ਜਿਹੜੇ ਚਰਨਾਂ ਦੀ ਤਲੀ 'ਤੇ ਆ ਜਾਂਦੇ ਭਾਈ। ਮੁਕਤ ਭਇਓ ਔਰ ਮੁਕਤ ਹੋ ਜਾਂਦਾ ਹੈ ਇਨਸਾਨ, ਚਾਰੋਂ ਦਿਸ਼ਾ 'ਚ ਜਾਣਿਆ ਜਾਂਦਾ ਹੈ। ਮੁਕਤ ਭਇਓ ਚਹੂੰ ਦਿਸ ਜਾਣਿਓ, ਜਸ ਕੀਰਤ ਮਾਥੇ ਛਤਰ ਧਰਿਓ। ਉਹਦੇ ਮੱਥੇ 'ਤੇ ਤਾਂ ਛਤਰ ਮਾਲਕ ਵੱਲੋਂ ਸੱਚਾ ਛਤਰ ਆ ਜਾਂਦਾ ਹੈ ਭਾਈ, ਜਸ ਕੀਰਤ ਕਰਨ ਵਾਲੇ ਦੇ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਪਹਿਲੀ ਤੁਕ ਜੀ ਉਹਨਾਂ ਨੇ ਸਮਝਾਇਆ ਕਿ ਚਾਰ ਮੁਕਤ ਚਾਰ ਸਿੱਧ ਮਿਲ ਕੇ ਦੂਲੇ ਪ੍ਰਭੂ ਕੀ ਸ਼ਰਨ ਪਿਓ। ਜਿਹੜਾ ਪ੍ਰਮਾਤਮਾ ਦੀ ਸ਼ਰਨ 'ਚ ਚੱਲ ਜਾਂਦਾ ਹੈ ਉਹਨੂੰ ਚੀਜ਼ਾਂ ਪ੍ਰਾਪਤ ਹੋ ਜਾਂਦੀਆਂ। ਹਾਂ ਹੁਣ ਦੇਖੋ ਕਹਿੰਦੇ ਨੇ ਕਿ ਉਹ ਇਹ ਨਹੀਂ ਕਹਿੰਦੇ ਕਿ ਕਿਸੇ ਮਨੁੱਖ ਦੇ ਚਰਨ 'ਚ ਚੱਲ ਜਾਓ ਜਾਂ ਕਿਸੇ ਮਨੁੱਖ ਦੀ ਸ਼ਰਨ 'ਚ ਚੱਲ ਜਾਓਗੇ ਤੇ ਤੁਹਾਨੂੰ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ। ਉਹ ਕਹਿੰਦੇ ਤੁਹਾਨੂੰ ਡਾਇਰੈਕਟ ਪ੍ਰਮਾਤਮਾ ਦੀ ਸ਼ਰਨ 'ਚ ਜਾਣਾ ਪੈਣਾ। ਉਹਨਾਂ ਚਿਰ ਗੱਲ ਨਹੀਂ ਬਣੇਗੀ ਨਾ, ਬਿਲਕੁਲ ਨਹੀਂ ਬਣੇਗੀ। ਪਰਮਾਤਮਾ ਵਰਗਾ ਹੀ ਬਣਨਾ ਪੈਣਾ, ਦੂਲਾ ਬਣਨਾ ਪੈਣਾ, ਦੂਲਾ ਬਣਨਾ ਪੈਣਾ। ਹਾਂ, ਉਹਦੇ ਵਿੱਚ ਇੱਕ ਜਿਹੜੀ ਮੇਨ ਚੀਜ਼ ਹੈਗੀ ਉਹ ਹੈ ਸਮਾਧੀ। ਬਿਲਕੁਲ ਠੀਕ ਹੈ। ਪਹਿਲਾਂ ਤੁਹਾਨੂੰ ਪ੍ਰਾਪਤ ਹੋਣਾ ਹੈ ਧਿਆਨ, ਧਿਆਨ ਤੋਂ ਬਾਅਦ ਫਿਰ ਤੁਹਾਨੂੰ ਪ੍ਰਾਪਤ ਹੋਣੀ ਹੈ ਸਮਾਧੀ। ਸਮਾਧੀ ਦੇ ਵਿੱਚ ਹੀ ਸਾਰਾ ਕੁਝ ਹੈਗਾ। ਜਦੋਂ ਤੁਹਾਨੂੰ ਸਮਾਧੀ ਮਿਲ ਗਈ ਆਟੋਮੈਟਿਕਲੀ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਕੰਟਰੋਲ 'ਚ ਆ ਜਾਣ। ਹੁਣ ਸਧਾਰਨ ਤੌਰ ਤੇ ਦੇਖੋ, ਜਿਹੜਾ ਸਾਡਾ ਜੀਵਨ ਆ ਉਹ ਸਾਡਾ ਚਿੰਤਨ ਮਤਲਬ ਨਿਰਧਾਰਿਤ ਕਰਦਾ। ਜੇਕਰ ਤੁਹਾਡੇ ਅੰਦਰ ਚਿੰਤਨ ਚੰਗਾ ਚੱਲ ਰਿਹਾ ਤੁਹਾਡਾ ਜੀਵਨ ਥੋੜਾ ਸਹੀ ਹੋ ਜਾਊਗਾ। ਜੇਕਰ ਤੁਹਾਡੇ ਅੰਦਰ ਚਿੰਤਨ ਗੰਦਾ ਚੱਲ ਰਿਹਾ ਤੇ ਤੁਹਾਡਾ ਜੀਵਨ ਆਪਣੇ ਆਪ ਹੀ ਗੰਦਾ ਹੋ ਜਾਣਾ। ਇੱਕ ਸਿੰਪਲ ਜੀ ਚੀਜ਼ ਹੈ। ਮੈਂ ਨਹੀਂ ਚਾਹੁੰਦਾ ਕਿ ਸਹੀ ਚੱਲੇ ਤੇ ਮੈਂ ਨਹੀਂ ਚਾਹੁੰਦਾ ਗਲਤ ਚੱਲੇ। ਮੈਂ ਚਾਹੁੰਦਾ ਕਿ ਤੁਹਾਡਾ ਜਿਹੜਾ ਜੀਵਨ ਹੈ ਬੁੱਧੀ ਦੇ ਆਧਾਰ ਤੇ ਚੱਲੇ, ਕਿਉਂਕਿ ਚਿੰਤਨ ਸਹੀ ਆਪਣੇ ਆਪ ਹੀ ਚੱਲਦਾ ਹੈ ਤੇ ਉਹ ਕੋਈ ਚੰਗੀ ਚੀਜ਼ ਥੋੜੀ ਹੈਗੀ ਹੈ, ਕੋਈ ਵਧੀਆ ਚੀਜ਼ ਹੈ, ਉਹ ਆਪਣੇ ਆਪ ਹੀ ਚੱਲ ਰਹੀ ਹੈ ਪਰ ਕੰਟਰੋਲ ਸਾਡਾ ਨਹੀਂ। ਹਾਂ, ਉਹੀ ਵਿਚਾਰ ਚਿੰਤਨ ਜਿਹੜਾ ਵਿਚਾਰਾਂ ਨੂੰ ਕਹਿੰਦੇ ਆ। ਮੈਂ ਚਿੰਤਨ ਵੀ ਕਲੀਅਰ ਕਰਦਾ, ਨਹੀਂ ਤਾਂ ਚਿੰਤਨ ਜਿਹੜਾ ਹੈਗਾ ਸੰਗਤ ਜਿਹੜੀ ਕਿਤੇ ਹੋਰ ਨਾ ਸਮਝ ਲੈ। ਹਾਂ, ਚਿੰਤਨ ਦੇ ਵਿੱਚ ਵੇਖੋ ਤੁਹਾਡਾ ਜਿਹੜਾ ਕਾਰਨ ਸਰੀਰ ਆ, ਕਾਰਨ ਸਰੀਰ ਨੇ ਤੁਹਾਨੂੰ ਕੀ ਕਰਨਾ ਹੈ ਕਿ ਤੁਹਾਨੂੰ ਦੱਸਣਾ ਹੈ ਕਿ ਤੁਹਾਡੇ ਮਤਲਬ ਚਿੱਤ ਨੂੰ ਜੋ ਵੀ ਕਾਰਨ ਸਰੀਰ ਦੇ ਅੰਦਰ ਹੈਗਾ ਨਾ, ਤੁਹਾਡਾ ਜਿਹੜਾ ਕਾਰਨ ਸਰੀਰ ਜਿਹੜਾ ਸੰਸਕਾਰ ਹੁੰਦੇ ਨੇ ਤੁਹਾਡੇ ਅੰਦਰ, ਜਿਹੜੇ ਸੰਸਕਾਰ ਨੇ, ਸੰਸਕਾਰਾਂ ਦੇ ਉੱਪਰ ਬਣਦਾ ਹੈ ਕਾਰਨ ਸਰੀਰ। ਕਰਮ ਜਿਹੜੇ ਆ ਉਹ ਸੰਸਕਾਰਾਂ ਨੂੰ ਬਣਾਉਂਦੇ ਆ। ਕੀਤੇ ਗਏ ਕਰਮਾਂ ਨੇ ਸੰਸਕਾਰਾਂ ਨੂੰ ਜਨਮ ਦੇਣਾ ਹੈ। ਕਾਰਨ ਸਰੀਰ ਜਿਹੜਾ ਹੈ ਉਹ ਅਟੈਚ ਹੈਗਾ ਚਿੱਤ ਦੇ ਨਾਲ। ਬਸ ਕਾਰਨ ਸਰੀਰ ਤੋਂ ਵਿਚਾਰ ਆਉਣੇ ਆ। ਸਿੰਪਲ ਜੀ ਗੱਲ। ਫਿਰ ਚਿੱਤ ਦੇ ਵਿੱਚ ਜੋ ਵੀ ਤਰੰਗ ਪੈਦਾ ਹੋਊਗੀ ਉਹਦੇ ਪਿੱਛੇ ਜ਼ਿੰਮੇਵਾਰੀ ਤੁਹਾਡੇ ਕਾਰਨ ਸਰੀਰ ਦੀ ਹੈ। ਬਹੁਤ ਵਧੀਆ ਗੁਰਕੀ ਸਾਹਿਬ। ਇਹ ਤਾਂ ਫਿਰ ਦੁਬਾਰਾ ਬੋਲ ਦਿਓ ਇੱਕ ਵਾਰੀ, ਜਿਹੜਾ ਹੈਗਾ ਕਿਵੇਂ ਦਾ ਹੁੰਦਾ ਹੈ, ਦੁਬਾਰਾ ਦੱਸ ਦਿਓ ਗੁਰਕੀ ਸਾਹਿਬ। ਬਹੁਤ ਜ਼ਰੂਰੀ ਹੈਗਾ ਔਰ ਬਹੁਤ ਹੀ ਕੀਮਤੀ ਅਨਮੋਲ ਮੋਤੀ ਹੈਗੇ। ਹਾਂਜੀ, ਇਹ ਪਹਿਲਾਂ ਜਿਹੜਾ ਹੈਗਾ ਕਰਮ ਕਰਦੇ, ਕਰਮ ਤੋਂ ਸ਼ੁਰੂ ਕਰੋ। ਕਰਮ ਕਰਦੇ ਆ। ਕੋਈ ਵੀ ਜਿਹੜਾ ਸੰਸਕਾਰ ਬਣਦਾ ਹੈ ਨਾ, ਸੰਸਕਾਰ ਦਾ ਮਤਲਬ ਤੁਹਾਡਾ ਕਿਰਦਾਰ। ਕੋਈ ਵੀ ਕਰੈਕਟਰ ਤੁਹਾਡਾ ਬਣਦਾ ਹੈ,
ਲੋਕਾਂ ਨੇ ਵੇਖੇ ਨਹੀਂ ਕਿੱਦਾਂ ਦੇ, ਕੋਈ ਮਾੜਾ ਬੰਦਾ ਹੈ, ਕੋਈ ਚੰਗਾ ਬੰਦਾ ਹੈ, ਕੋਈ ਭਲਾ ਬੰਦਾ ਹੈ, ਕੋਈ ਠੱਗ ਬੰਦਾ ਹੈ। ਇਹ ਸਾਰਾ ਉਹਦਾ ਕਿਰਦਾਰ ਹੈ। ਉਹਨੇ ਉਹਦੇ ਤੇ ਇਨਵੈਸਟਮੈਂਟ ਕੀਤੀ ਹੈ, ਕਿਸੇ ਜਨਮ ਚ ਵੀ ਕੀਤੀ ਹੈ, ਚਾਹੇ ਕਿੱਧਰੋਂ ਵੀ ਆਇਆ ਉਹਦੇ ਕੋਲ ਕੁਛ ਹੈਗਾ, ਕੋਈ ਚੀਜ਼ ਪ੍ਰਗਟ ਹੋ ਰਹੀ ਹੈ ਨਾ ਉਹਦੇ ਜੀਵਨ ਚ। ਰਿਫਲੈਕਸ਼ਨ ਦੇਖੇ ਨੀ, ਇੱਕ ਪਿਓ ਦੇ 4 ਬੱਚੇ ਹੁੰਦੇ, ਚੌਵੇਂ ਵੱਖੋ ਵੱਖ ਹੁੰਦੇ ਆ, ਸੇਮ ਕਿਉਂ ਨਹੀਂ ਹੋ ਜਾਂਦੇ? ਉਹ ਸੇਮ ਸਕੂਲ ਚ ਪੜ੍ਹੇ ਹੁੰਦੇ ਆ, ਮਾਂ ਪਿਓ ਵੀ ਸੇਮ, ਕੋਈ ਵਾਧਾ ਘਾਟਾ ਨਹੀਂ ਕੀਤਾ, ਬਿਲਕੁਲ ਸੇਮ। ਬਿਲਕੁਲ ਤੁਸੀਂ ਵੇਖੋਗੇ ਥੋੜਾ ਜਿਹਾ ਬੱਚਾ ਵੱਡਾ ਹੋਇਆ ਤੇ ਵੇਖੋ, ਤੁਸੀਂ ਕਹੋਗੇ ਕਿ ਇਹ ਬੱਚਾ ਮੇਰਾ ਨਹੀਂ ਹੈਗਾ, ਇਹ ਹੋਰ ਹੀ ਕੋਈ ਨਿਕਲ ਆਇਆ। ਸੱਚ ਹੈ, ਬਿਲਕੁਲ ਸੱਚ ਹੈ, ਬਿਲਕੁਲ ਸੱਚ ਹੈ ਗੁਰਕੀ ਸਾਹਿਬ। ਕਿਸੇ ਦੇਖ ਲਓ, ਕਿਸੇ ਸਾਧੂ ਦਾ ਬੱਚਾ ਜਿਹੜਾ ਹੈਗਾ ਚੋਰ ਨਿਕਲ ਸਕਦਾ, ਤੇ ਚੋਰ ਦਾ ਬੱਚਾ ਸਾਧੂ ਵੀ ਨਿਕਲ ਸਕਦਾ। ਤੁਸੀਂ ਖੁਦ ਹੀ ਕਹਿਣਾ ਇਹ ਬੱਚਾ ਕਿੱਦਾਂ ਦਾ, ਇਹ ਮੇਰਾ ਬੱਚਾ ਨਹੀਂ ਹੈਗਾ, ਉਹਦੀ ਤੁਹਾਡੇ ਨਾਲ ਕੋਈ ਰਲਦਾ ਹੀ ਨਹੀਂ, ਉਹ ਬਿਲਕੁਲ ਹੀ ਵੱਖਰਾ। ਤੇ ਉਹ ਇੱਕ ਪ੍ਰਕਿਰਤੀ ਨੇ ਮੋਹ ਮਾਇਆ ਬਣਾਈ ਹੈ, ਤੇ ਇਸ ਕਰਕੇ ਆਪਾਂ ਅਟੈਚ ਹੋ ਜਾਂਦੇ। ਅੱਛਾ, ਇਹ ਜਿਹੜਾ ਤੁਹਾਡਾ ਜਿਹੜਾ ਚਿੰਤਨ ਹੈ, ਚਿੰਤਨ ਜਿਹੜਾ ਹੈ ਉਹ ਡਿਪੈਂਡੈਂਟ ਹੈਗਾ ਤੁਹਾਡਾ ਚਿੱਤ ਦੇ ਉੱਤੇ। ਤੁਹਾਡਾ ਚਿੱਤ ਦਾ ਮਤਲਬ ਤੁਹਾਡਾ ਸ਼ੀਸ਼ਾ, ਡਿਸਪਲੇ ਜੋ ਹੋ ਰਿਹਾ ਹੈ। ਹਾਂ, ਜਿੱਥੇ ਤੁਹਾਡਾ ਮਨ ਫੜਦਾ ਪਿਆ, ਉਹਨੂੰ ਕੈਚ ਕਰਦਾ ਪਿਆ ਨਾ, ਇੰਦਰੀਆਂ ਕੈਚ ਕਰਦੀਆਂ, ਉਹ ਡਾਟਾ ਚੁੱਕ ਰਿਹਾ ਉੱਥੋਂ ਮਨ, ਉੱਥੋਂ ਹਾਂ ਰਿਫਲੈਕਸ਼ਨ ਤੁਹਾਡੀ ਅੰਦਰ ਹੈ। ਜਦੋਂ ਅੱਖਾਂ ਬੰਦ ਕਰਕੇ ਜਾਂਦੇ, ਜਿੱਥੇ ਗਦਰ ਮਚਿਆ ਹੋਇਆ ਵਿਚਾਰਾਂ ਦਾ, ਉਹ ਚਿੱਤ ਹੈ ਤੁਹਾਡਾ। ਕਿੰਨਾ ਗੰਦਾ ਵਾ, ਕਿੰਨਾ ਮਲੀਨ। ਬਿਲਕੁਲ, ਬਹੁਤ। ਉਹ ਕਹਿੰਦੇ ਨਾ ਕਿ ਉਹ ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ, ਉਹ ਕਾਲਾ ਹੋਇਆ ਸਵਾਹ ਚ ਹੋਣੀ ਆ ਜਦੋਂ ਇਨਵੈਸਟਮੈਂਟ ਉੱਥੇ ਕੀਤੀ ਹੈ। ਤੇ ਉਹ ਜਿਹੜਾ ਚਿੱਤ ਆ, ਚਿੱਤ ਦੇ ਪਿੱਛੇ ਬੈਠਾ ਕਾਰਨ ਸਰੀਰ। ਹੁਣ ਕਾਰਨ ਸਰੀਰ ਦੇ ਵਿੱਚ ਸੰਸਕਾਰ ਨੇ, ਔਰ ਜਦੋਂ ਬੰਦਾ ਸਮਾਧੀ ਜੀ ਬਣਨ ਦੀ ਕੋਸ਼ਿਸ਼ ਕਰਦਾ ਹੈ, ਸਭ ਤੋਂ ਪਹਿਲੀ ਗੱਲ ਤੇ ਉਹਨੂੰ ਆਪਣੇ ਆਪ ਦੇ ਨਾਲ ਉਹਦਾ ਮਿਲਣ ਹੁੰਦਾ ਹੈ। ਉਹ ਕਹਿੰਦਾ ਅੰਦਰ ਤੇ ਨੇਰੀ ਆਈ ਪਈ ਹੈ, ਮੈਂ ਤਾਂ ਆ ਹੈਗਾ ਆ। ਫਿਰ ਆਪਣਾ ਜਦੋਂ ਅੰਦਰ ਜਾਂਦਾ ਫਿਰ ਉਹ ਕਹਿੰਦਾ ਨਹੀਂ ਵੀਰ ਜੀ, ਉਹ ਨਾ ਅੰਦਰ ਤੇ ਵਿਚਾਰ ਹੀ ਬੜੇ ਆਉਣ ਡੈ ਪਏ ਭਗਤੀ ਕਰਨਾ। ਮੈਂ ਭਾਜੀ ਅੰਦਰ ਵਿਚਾਰ ਨਹੀਂ, ਤੁਸੀਂ ਸਟੋਰ ਚ ਕਿਤੇ ਨਜ਼ਰ ਹੀ ਨਹੀਂ ਮਾਰੀ। ਬਹੁਤ ਵਧੀਆ, ਬਹੁਤ ਵਧੀਆ। ਹੁਣ ਤੇ ਬਸ ਤੁਹਾਡੀਆਂ ਅੱਖਾਂ ਮਾੜੀਆਂ ਦੀਆਂ ਖੁੱਲੀਆਂ ਤੇ ਤੁਸੀਂ ਨਜ਼ਰ ਮਾਰੀ ਆ, ਘਰੇ ਕੀ ਕੁਝ ਪਿਆ। ਮੈਂ ਅੱਜ ਆਪਣੇ ਕਾਰ ਵਾਸਤੇ ਗਿਆ ਤੇ ਉੱਥੇ ਮੈਂ ਵੇਖਿਆ ਇੱਕ ਜਨਰੇਟਰ ਪਿਆ 25-26 ਹਜ਼ਾਰ ਰੁਪਏ। ਮੈਂ ਵੇਚੋ ਇਹਨੂੰ ਤੇ ਪੈਸੇ ਵੱਟ ਕੇ ਮੈਨੂੰ ਫੜਾਓ। ਜਦੋਂ ਆਪਾਂ ਧਿਆਨ ਹੀ ਨਹੀਂ ਮਾਰਿਆ, ਉਹ ਸਮਾਨ ਉੱਥੇ ਪਿਆ। ਤੇ ਮੁੜ ਕੇ ਹੁਣ ਕਈ ਵਾਰੀ ਚੰਗਾ ਸਮਾਨ ਹੀ ਹੁੰਦਾ, ਕਈ ਵਾਰ ਮਾੜਾ ਵੀ ਹੁੰਦਾ। ਸੋ ਇੱਥੇ ਆਪਾਂ ਇਹ ਵਿਚਾਰ ਨੂੰ ਆਪਾਂ ਰੱਖਣਾ ਅੱਗੇ ਕਿ ਚਿੱਤ ਦੇ ਵਿੱਚ ਜੋ ਵੀ ਚੱਲਣਾ ਤੁਸੀਂ ਉਹ ਬਣ ਜਾਣਾ ਜੀ। ਤੁਸੀਂ ਕੁਛ ਵੀ ਨਹੀਂ ਵੱਖਰਾ ਬਣਨਾ, ਜੋ ਤੁਹਾਡੇ ਚਿੱਤ 'ਚ ਚੱਲੇਗਾ ਤੁਸੀਂ ਉਹ ਕਰਨਾ। ਚਿੱਤ 'ਚ ਚੰਗੀ ਚੀਜ਼ ਚੱਲੀ ਤੇ ਤੁਸੀਂ ਚੰਗੀਆਂ ਕਰੀ ਜਾਣੀਆਂ, ਤੇ ਜਿੱਦਣ ਚਿੱਤ 'ਚ ਗੰਦੀ ਚੀਜ਼ ਚੱਲੀ, ਉਹ ਤੁਹਾਡੇ ਕੋਲ ਵਿਵੇਕ ਨਹੀਂ ਹੈਗਾ। ਵਿਵੇਕ ਤੇ ਇੱਕ ਪੈਮਾਨਾ ਹੈ ਨਾ। ਤੁਸੀਂ ਡੇਅਰੀ ਤੋਂ ਪਤਾ ਹੈ ਨਾ, ਵੇਰਕੇ ਦੀ ਡੇਅਰੀ ਜਾਂ ਹੋਰ ਵੀ ਡੇਅਰੀ ਤੇ ਦੁੱਧ ਜਦੋਂ ਜਾਂਦਾ ਹੈ, ਉਹ ਕਹਿੰਦਾ ਚਰਨਜੀਤ ਲਿਆ ਬਈ ਮੀਟਰ ਜਿਹੜਾ ਦੁੱਧ ਲੈ ਕੇ ਮੀਟਰ ਲਗਾ ਸੈਂਪਲ ਕੱਢੀਏ। ਹਾਂ, ਮੀਟਰ ਲਾਈਏ। ਉਹ ਮੀਟਰ ਕੱਢਦਾ, ਉਹ ਫਿਰ ਕਹਿੰਦਾ 6 ਦੀ ਫੈਂਡ ਆ ਉਹਦਾ ਵੱਖਰਾ ਰੇਟ, 8 ਦੀ ਫੈਂਡ ਦਾ ਵੱਖਰਾ ਰੇਟ, 4 ਦੀ ਫੈਂਡ ਦਾ ਵੱਖਰਾ ਰੇਟ। ਜਿਹੋ ਜਿਹੀ ਫੈਂਡ ਨਿਕਲੇਗੀ ਰੇਟ ਲੱਗੇ, ਉਹੀ ਚੀਜ਼ ਉਹਦੇ ਅੰਦਰ ਹੈਗੀ। ਹੁਣ ਜਦੋਂ ਆਪਾਂ ਚਿੰਤਨ ਕਰਦੇ ਹਾਂ, ਚਿੰਤਨ ਦੇ ਵਿੱਚ ਤੁਹਾਡੇ ਫੈਂਡ ਹੈਗੀ ਆ। ਹੁਣ ਫੈਂਡ ਜਿਹੜੀ ਆ, ਹੁਣ ਕੀਤਾ ਕਿੱਦਾਂ ਦੀ ਫੈਂਡ ਹੈ? ਫੈਂਡ ਤੇ ਉਹ ਕਹਿੰਦੇ ਜੋਗੀ ਦੇ ਅੰਦਰ ਜੋਗੀ ਤੇ ਭੋਗੀ ਦੇ ਅੰਦਰ ਭੋਗੀ। ਬਿਲਕੁਲ ਸਹੀ ਗੱਲ ਹੈ। ਉਹ ਕਹਿੰਦੇ ਜਿਹੋ ਜਿਹੀ ਫੈਂਡ ਲੈ ਕੇ ਆ ਨਾ, ਤੇ ਉਹ ਆਊਟਪੁੱਟ ਉਹਦਾ ਉਹ ਨਿਕਲਣਾ ਵਾ। ਦੁੱਧ ਜੀ ਹੈ ਵਾ, ਦੁੱਧ ਹੀ ਉਦਾਂ ਦਾ ਵਾ, ਕੀ ਕਰ ਲੇਗਾ ਉਹਨੂੰ, ਕਿੱਦਾਂ ਬਦਲ ਦੇਗਾ। ਤੇ ਇੱਥੇ ਆਪਾਂ ਨੂੰ ਇੱਕ ਚੀਜ਼ ਨੂੰ ਸਮਝਣ ਦੀ ਲੋੜ ਆ। ਦੇਖੀਏ, ਆਪਾਂ ਚਿੰਤਨ ਗਲਤ ਤੇ ਗਲਤ ਜੀਵਨ, ਚੰਗਾ ਚਿੰਤਨ ਤੇ ਚੰਗਾ ਜੀਵਨ। ਪਰ ਮੈਂ ਕਹਿੰਦਾ ਸਹੀ ਵੀ ਨਾ ਚੱਲੇ ਤੇ ਗਲਤ ਵੀ ਨਾ ਚੱਲੇ, ਦੋਨਾਂ ਨੂੰ ਰੋਕ ਦਈਏ। ਬਹੁਤ ਵਧੀਆ, ਬਹੁਤ ਵਧੀਆ ਗੱਲ ਹੈ। ਗੁਰਬਾਣੀ ਇਹੀ ਕਹਿੰਦੀ ਹੈ, ਗੁਰਬਾਣੀ ਇਹੀ ਕਹਿੰਦੀ ਹੈ ਭਾਈ, ਜੇ ਤੂੰ ਕਿਸੇ ਦੇ ਨਾਲ ਜੇ ਤੈਨੂੰ ਪਿਆਰ ਹੈਗਾ ਤਾਂ ਵੀ ਤੂੰ ਫਸ ਗਿਆ, ਵਿਚਾਰ ਤਾਂ ਵੀ ਹੈਗੇ। ਜੇ ਕਿਸੇ ਨਾਲ ਤੇਰਾ ਨਫ਼ਰਤ ਹੈਗੀ ਤੇ ਫਿਰ ਤਾਂ ਜਿਹੜੇ ਹੈਗੇ। ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਹਚਲ ਨਾਹੀਂ ਚੀਤ। ਬੈਰੀ ਜਾਂ ਮਿੱਤਰ, ਜਦ ਤੱਕ ਦੋਨੋਂ ਪਾਸੇ ਚੱਲ ਰਹੇ ਆ ਭਾਈ, ਗੱਲ ਬਣਨੀ ਨਹੀਂ ਹੈਗੀ। ਹਾਂਜੀ ਵੀਰ ਜੀ। ਹਾਂ, ਹੁਣ ਚਿੰਤਨ ਜਿਹੜਾ ਵਾ, ਚਿੰਤਨ ਨੂੰ ਆਪਾਂ ਬੁੱਧੀ ਦੇ ਆਧਾਰ ਤੇ ਦੇਖਣਾ। ਔਰ ਜਦੋਂ ਬੁੱਧੀ ਦੇ
ਆਧਾਰ ਤੇ ਦੇਖਣ ਦੀ ਕੋਸ਼ਿਸ਼ ਕੀਤੀ, ਉੱਥੇ ਦੋ ਚੀਜ਼ਾਂ ਅੱਗੇ ਆ ਜਾਣੀਆਂ। ਇੱਕ ਤੁਹਾਡੀ ਭਾਵਨਾ ਹੈ, ਕਿਉਂਕਿ ਭਾਵਨਾ ਜਿਹੜੀ ਹੈ ਫਿਰ ਉਹ ਵਿਚਾਰ ਨੂੰ ਅਲੱਗ ਤਰੀਕੇ ਨਾਲ ਦੇਖਦੀ ਹੈ। ਬਿਲਕੁਲ, ਉਹ ਅਲੱਗ ਤਰੀਕੇ ਨਾਲ, ਉਹ ਬੁੱਧੀ ਵੀ ਸਾਈਡ ਤੇ ਰੱਖ ਦਿੰਦੀ ਹੈ, ਬੁੱਧੀ ਦੀ ਮੰਨਦੀ ਨਹੀਂ ਆ ਉਹ ਭਾਵਨਾ। ਹਾਂ, ਉਹ ਬੜੀ ਖਤਰਨਾਕ, ਤੇ ਤੁਸੀਂ ਇਮੋਸ਼ਨ ਕਹਿੰਦੇ ਆਪਾਂ ਇਹਨੂੰ। ਬਿਲਕੁਲ, ਇਮੋਸ਼ਨ ਕਹਿੰਦੇ। ਇਮੋਸ਼ਨ 'ਚ ਤਾਂ ਬੰਦੇ ਆਪਣੀ ਜੀਵਨ ਪੂਰਾ ਹਾਰ ਜਾਂਦੇ ਆ ਭਾਈ, ਜੀਵਨ ਆਖਰੀ ਤੱਕ ਇਮੋਸ਼ਨ ਚੱਲਦੀ ਰਹਿੰਦੀ ਹੈ। ਬਸ ਭਾਵੁਕ ਬੰਦੇ ਆ, ਬਸ ਉਹਨਾਂ ਨੇ ਆਪਣੀ ਭਾਵਨਾ ਦੇ ਵੱਸ ਹੋ ਕੇ ਜਿਹੜਾ ਹੈਗਾ ਟੋਏ ਟਾਏ ਦੇਖਣੇ ਨਹੀਂ ਆ, ਠਾ ਠਾ ਗੱਡੀ ਮਾਰਨੀ ਹੈ ਵਿੱਚ। ਪਰ ਬੁੱਧੀ ਬਹੁਤ ਵਧੀਆ, ਬੁੱਧੀ ਤੇ ਪੈਂਟ ਕੱਢ ਕੇ ਰੱਖ ਦੇਣੀ ਹੁਣ। ਪਰ ਭਾਵਨਾ 'ਚ ਕੁਛ ਨਹੀਂ ਹੈਗਾ। ਜੋ ਉਹਦਾ ਪੈਮਾਨਾ ਬੜਾ ਖਤਰਨਾਕ ਆ। ਉਹ ਸਹੀ ਨੂੰ ਗਲਤ ਕਹਿੰਦਾ ਤੇ ਗਲਤ ਨੂੰ ਸਹੀ ਕਹਿੰਦੀ। ਜੇ ਤੇ ਪਹਿਲਾਂ ਬੁੱਧੀ ਟਕਰਾ ਗਈ ਵਿਚਾਰ ਦੇ ਨਾਲ ਤੇ ਉਹਨੇ ਖੰਡਨ ਕਰ ਦੇਣਾ ਉਹਦਾ। ਉਹਨੇ ਦੁੱਧ ਵੱਖਰੀ, ਲੱਸੀ ਛਿੱਡੀ ਮੱਖਣ ਮੁੱਖਣ ਕੱਢ ਕੇ ਸਭ ਕੁਝ ਅਲੱਗ ਕਰ ਦੇਣਾ। ਉਹਨੇ ਤੁਹਾਨੂੰ ਦੱਸਣਾ ਬਈ ਇਹ ਸਟੈਪ ਤੂੰ ਲੈ ਲਿਆ, ਇਸ ਤੋਂ ਬਾਅਦ ਕੀ ਹੋਣਾ ਤੇ ਕਿੰਨੇ ਤੇਰੇ ਰਿਸ਼ਤੇਦਾਰ ਤੇਰੇ ਨਾਲ ਆਉਣਗੇ, ਕਿੰਨੇ ਤੇਰੇ ਵਿਰੋਧ ਚ ਆ ਜਾਣਗੇ। ਉਸ ਤੋਂ ਬਾਅਦ ਆਹ ਚੀਜ਼ ਤੂੰ ਖਰੀਦ ਲਈ ਤੇ ਤੇਤੋਂ ਕਿੰਨੇ ਪੈਸੇ ਬਾਕੀ ਬਚਣੇ, ਆਉਣ ਵਾਲੇ ਸਮੇਂ ਕੀ ਮੁਸ਼ਕਲਾਂ ਆਉਣੀਆਂ, ਇਹਦੀਆਂ ਕਿਸ਼ਤਾਂ ਕਿੱਦਾਂ ਦੇਣੀਆਂ, ਇਹਦਾ ਕੀ ਹਿਸਾਬ ਕਿਤਾਬ ਕਰਨਾ, ਇਹ ਰਿਸ਼ਤੇ ਨੂੰ ਜਦੋਂ ਏਦਾਂ ਚਲਾਏਂਗੇ ਤਾਂ ਏਦਾਂ ਹੋਣਾ, ਤੇ ਏਦਾਂ ਚਲਾਏਂਗੇ ਤੇ ਆਹ ਹੋਣਾ। A to Z ਬੜਾ ਦੂਰ ਤੱਕ ਚੱਲ ਜਾਂਦੀ। ਹਾਂ ਬਿਲਕੁਲ, ਮਨ ਜਿਹੜਾ ਜੋ ਚੀਜ਼ ਚਾਹੁੰਦਾ ਹੈ ਨਾ, ਮਨ ਜੋ ਅਵਗੁਣ ਕਰਨਾ ਚਾਹੁੰਦਾ ਹੈ, ਬੁੱਧੀ ਦੱਸ ਦੂਗੀ ਭਾਈ ਦੇਖ ਤੂੰ ਆਹ ਕੰਮ ਕਰੇਗਾ, ਇੱਥੇ ਜੁੱਤੀਆਂ ਪੈਣੀਆਂ ਤੈਨੂੰ, ਇੱਥੇ ਦੇਖ ਆਹ ਕਨਸੀਕੁਐਂਸਿਸ ਹੈਗੇ ਆ, ਉਹ ਪਹਿਲਾਂ ਹੀ ਦੱਸ ਦੇਣਾ ਉਹਨੇ। ਪਰ ਭਾਵਨਾ ਨਹੀਂ ਦੱਸਦੀ। ਉਹ ਕਹਿੰਦੀ ਆ ਕੋਈ ਗੱਲ ਨਹੀਂ, ਕੌਣ ਵਿੰਦਾ ਪਿਆ, ਅੱਖਾਂ ਤੇ ਪੜਦਾ ਪਾ ਨਾ ਤੁਹਾਡੀ ਤੇ। ਉਹਨੇ ਕਹਿਣਾ ਛੱਡ ਖੜਾ। ਫਿਰ ਉਹਨੇ ਬੜੀ ਉਹਦੇ ਤਰਕ ਬੜੇ ਅਜੀਬੋ ਗਰੀਬ ਜੇ, ਲੌਜਿਕ ਨਹੀਂ ਹੁੰਦਾ। ਉਹ ਵੇਖ ਉਹਨੂੰ ਕੀ ਹੋ ਗਿਆ, ਆਹੋ ਉਹ ਵੇਖ ਉਹਨੂੰ ਕੀ ਹੋ ਗਿਆ, ਤੂੰ ਕੀ ਡਰਦਾ ਹੈ? ਅਸਲ ਚ ਉਹ ਆਪਣੇ ਆਪ ਨੂੰ ਸਟਰੋਂਗ ਕਰਨਾ ਚਾਹੁੰਦੀ ਹੈ। ਨਾਲੇ ਸੰਗਤ ਵੀ ਹੁੰਦੀ ਹੈ ਗੁਰਕੀ ਸਾਹਿਬ, ਸੰਗਤ ਜਿਹੜੀ ਹੈਗੀ, ਜੇ ਉਹ ਸੰਗਤ ਤਾਂ ਬੁੱਧੀ ਵਰਤਣ ਹੀ ਨਹੀਂ ਦਿੰਦੀ। ਆਹੋ, ਤੁਹਾਨੂੰ ਲੌਜਿਕ ਤੇ ਉਹਨੇ ਜਾਣੇ ਹੀ ਦੇਣਾ। ਉਹਨੇ ਕਹਿਣਾ ਬਈ ਨਹੀਂ ਤੂੰ ਟੈਨਸ਼ਨ ਨਾ ਲੈ, ਕੁਛ ਨੀ ਹੁੰਦਾ। ਹੁਣ ਜਦੋਂ ਬਿੱਲੀ ਦੁੱਧ ਪੀਂਦੀ, ਅੱਖਾਂ ਬੰਦ ਕਰਕੇ ਪੀਂਦੀ ਆ, ਉਹ ਸੋਚਦੀ ਹੈ ਕਿ ਮੈਨੂੰ ਕਿਸੇ ਨੇ ਨਹੀਂ ਦੇਖਿਆ। ਭਾਵਨਾ ਵੀ ਜਿਹੜੀ ਆ, ਭਾਵਨਾ ਅਸਲ ਚ ਕੀ ਕਹਿੰਦੀ ਆ ਕਿ ਤੂੰ, ਉਹ ਆਪਣੇ ਸਵਾਰਥ ਨੂੰ ਵੇਂਦੀ ਆ, ਮੋਹ ਦੇ ਪਿੱਛੇ ਬੈਠੀ ਆ। ਔਰ ਉਹਨੂੰ ਤੁਸੀਂ ਚੰਗੀ ਗੱਲ ਵੀ ਕਹਿਤੀ ਆ ਤੇ ਭਾਵਨਾ ਵਾਲਾ ਬੰਦਾ ਜਿਹੜਾ ਹੈਗਾ, ਉਹਨੇ ਤੁਹਾਡੀ ਗੱਲ ਨੂੰ ਬੁਰਾ ਹੀ ਸਮਝਣਾ ਹੈ, ਉਹਨੇ ਨਹੀਂ ਸਮਝਣਾ। ਹੁਣ ਬੁੱਧੀ ਹੋਊ ਤੇ ਬੁੱਧੀ ਕਹੂਗੀ ਬਈ ਬੜਾ ਵਧੀਆ ਯਾਰ, ਮੈਨੂੰ ਦੱਸਤਾ ਕਿ ਤੇਰੇ ਟਾਇਰ ਤੇ ਹਵਾ ਘੱਟ ਆ ਤੇ ਮੈਂ ਭਰਾ ਲਾਂ ਤੇ ਮੇਰਾ ਟਾਇਰ ਵੱਜ ਜਾਊਗਾ। ਪਰ ਭਾਵਨਾ ਕਹਿੰਦੀ ਨਹੀਂ, ਤੂੰ ਕੌਣ ਹੁੰਦਾ ਮੈਨੂੰ ਦੱਸਣ ਵਾਲਾ? ਠੀਕ ਹੈ ਨੀਜਾ ਸਾਹਿਬ, ਤੁਸੀਂ ਉਹਦਾ ਭਲਾ ਵੀ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਭਾਵਨਾ ਅੱਗੇ ਲੈ ਆਉਣੀ ਆ। ਉਹਨੇ ਸੋਚਣਾ ਕਿ ਮੈਨੂੰ ਤੂੰ ਛੋਟਾ ਕਰਨ ਦੀ ਕੋਸ਼ਿਸ਼ ਕਰ ਰਹੀ ਹੋ। ਉਹ ਇਹ ਨਹੀਂ ਵੇਖਦਾ ਕਿ ਪੈਦਾ ਕਿਹਦਾ। ਉਹ ਤੁਸੀਂ ਕਹੋਗੇ ਨਾ ਵੀ ਸਕੂਲੇ ਚੱਲ ਜਾ ਤੇ ਪੜ੍ਹ ਲਾ, ਤੇ ਭਾਵਨਾ ਕਹੂਗੀ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ, ਪੜ੍ਹ ਲਾ, ਮੈਨੂੰ ਨਹੀਂ ਪਤਾ। ਕਿਉਂਕਿ ਉਹ ਈਗੋ ਨੂੰ ਲੈ ਆਉਂਦੀ ਵਿੱਚ, ਹੰਕਾਰ ਨੂੰ। ਤੇ ਤੁਹਾਨੂੰ ਪਤਾ ਹੰਕਾਰ ਜਿੱਥੇ ਆ ਗਿਆ ਉੱਥੇ ਬੁੱਧੀ ਦਾ ਨਾਮੋ ਨਿਸ਼ਾਨ ਨਹੀਂ ਲੱਭਣਾ ਤੁਹਾਨੂੰ। ਬਿਲਕੁਲ, ਬੁੱਧੀ ਤੱਕ ਆਪਾਂ ਕਿਸੇ ਵੀ ਵਿਚਾਰ ਨੂੰ ਬੁੱਧੀ ਤੱਕ ਪਹੁੰਚਣ ਹੀ ਨਹੀਂ ਦਿੰਦੇ, ਪਹਿਲਾਂ ਹੀ ਭਾਵਨਾ 'ਚ ਲੈ ਆਉਂਦੇ ਆ। ਇਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹੁਣ ਕਿਸੇ ਬੁੱਢੇ ਨੂੰ ਕਹਿ ਦੋ ਬਈ ਏਦਾਂ ਕਰੋ, ਤੁਸੀਂ ਨਾ ਬਜ਼ੁਰਗੋ ਮਿੱਠਾ ਨਾ ਖਾਓ, ਉਹ ਕਹਿੰਦਾ ਮੇਰੀਆਂ ਰੋਟੀਆਂ ਕਹਿੰਦਾ ਮਿੱਠਾ ਮੈਂ ਖਾਵਾਂ ਨਾ ਖਾਵਾਂ। ਮਾੜਾ ਜਿਹਾ ਕਹਿਤਾ, ਕੁੜੀ ਨੇ ਕਹਿਤਾ ਮੈਨੂੰ ਪਹਿਲਾਂ ਹੀ ਕਹਿੰਦੇ ਸੀ ਤੇਰੇ ਜਿਹੜੇ ਬੱਚੇ ਹੈਗੇ ਤੇਰੀਆਂ ਰੋਟੀਆਂ ਕਹਿਣਗੇ। ਕੋਈ ਭਾਵਨਾ 'ਚ ਆ ਗਈ। ਉਹ ਵੇਂਦੀ ਨੀ ਕਿ ਫਾਇਦਾ ਕਿਹਦਾ ਹੋ, ਜੇ ਮੈਂ ਮਿੱਠਾ ਨਹੀਂ ਖਾਊਂਗੀ ਤੇ ਫਾਇਦਾ ਕਿਹਨੂੰ ਆ? ਇਹਨਾਂ ਨੂੰ ਕੀ ਮਿਲੂਗਾ? ਕਿਲੋ ਖੰਡ ਹੀ ਬਚ ਜੂਗੀ, ਕਿਲੋ ਖੰਡ ਕਿਤੇ ਕਿੰਨੀ 50 ਰੁਪਏ ਦੀ। ਪਰ ਜੇ ਮੈਂ ਨਹੀਂ ਖਾਂਦੀ ਜਾਂ ਮੈਂ ਮਿੱਠੇ ਦਾ ਪਰਹੇਜ਼ ਕਰਦੀ ਹਾਂ ਤੇ ਸੁੱਖ ਕਿਹਨੂੰ ਆ? ਉਹਦੀ ਬੁੱਧੀ ਦੱਸਦੀ ਆ ਕਿ ਸਿਹਤ ਤੇਰੀ ਸਹੀ ਹੋਣੀ ਆ। ਪਰ ਬੰਦਾ ਕਿਹੜਾ ਮਾਇਦਾ ਲਾ ਲੈ, ਉਹ ਕਹੂਗਾ ਕਿ ਮੇਰੀ ਸਿਹਤ ਸਹੀ ਹੋਣੀ ਆ। ਉਹਨੇ ਕਹਿਣਾ ਨਹੀਂ, ਇਹ ਮੇਰੀਆਂ ਰੋਟੀਆਂ ਕਹਿੰਦੇ ਆ, ਮੇਰੇ ਖਾਣੇ ਤੇ ਨਜ਼ਰੇ ਨੇ। ਭਾਵਨਾ ਵੇਖੋ, ਭਾਵਨਾ ਕਿੱਥੇ ਕਹਿੰਦੀ ਹੈ ਕਿ ਮੇਰੇ ਲਈ ਮੇਰਾ ਭਲਾ ਹੋ ਰਿਹਾ, ਉਹ ਉਹਨੇ ਨੀ ਮੰਨਣ ਦੇਣਾ। ਠੀਕ ਨੀ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਆ। ਅੱਛਾ, ਇੱਥੇ ਆਪਾਂ ਭਾਵਨਾ ਦੀ ਗੱਲ ਕੀਤੀ ਆ। ਔਰ ਹੁਣ ਸਾਡਾ ਆਲਾ ਦੁਆਲਾ ਸਾਡੇ ਅੰਦਰ ਜਿਹੜੀ ਭਾਵਨਾ ਹੈ ਉਹਨੂੰ ਪ੍ਰਗਟ ਕਰਦਾ। ਜੇਕਰ ਉਹ ਗਲਤ ਚੀਜ਼ਾਂ ਵੀ ਸਾਡੇ ਚਿੱਤ 'ਚ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਖਤਮ ਕਰਨ ਦਾ ਇੱਕ ਬਹੁਤ ਸਿੰਪਲ ਤਰੀਕਾ ਹੈ। ਲੌਜੀਕਲੀ ਥੋੜਾ ਨਜ਼ਰ ਮਾਰ ਔਰ ਦੇਖੋ ਕਿ ਉਹਦਾ ਮੈਨੂੰ ਕੋਈ ਫਾਇਦਾ ਹੈਗਾ ਜਾਂ ਨੁਕਸਾਨ ਹੈ। ਉਹਦਾ ਫੈਸਲਾ ਤੁਸੀਂ ਲੈਣਾ, ਕੋਈ ਨਹੀਂ ਲੈ ਸਕਦਾ। ਤੁਹਾਡਾ ਫੈਸਲਾ ਤੁਸੀਂ ਲੈਣਾ, ਜੀਵਨ ਤੁਹਾਡਾ ਹੈ।
ਬੈਠੇ ਵੀ ਤੁਸੀਂ ਅੰਦਰ ਜੋ, ਤੁਹਾਨੂੰ ਬੁੱਧੀ ਇੱਕ ਰਸਤਾ ਦਿੰਦੀ ਹੈ, ਤੁਹਾਨੂੰ ਭਾਵਨਾ ਵੀ ਇੱਕ ਰਸਤਾ ਦਿੰਦੀ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਹ ਫੈਸਲਾ ਤੁਹਾਡਾ ਹੈ। ਇਹਦੇ ਵਿੱਚ ਕੋਈ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ। ਇਹ ਚੀਜ਼ ਨੂੰ ਆਪ ਸਮਝੋ। ਲੋਕੀ ਕਹਿ ਦਿੰਦੇ ਜੀ ਮੈਨੂੰ ਨੇ ਏਦਾਂ ਸਮਝਾਤਾ, ਮੈਨੂੰ ਏਦਾਂ ਕਰਤਾ। ਮੈਂ ਪਤਾ ਕੀ ਕਹਿੰਦਾ, ਕੋਈ ਵੀ ਆਪਾਂ ਕੰਮ ਕਰਦੇ ਹਾਂ ਉਹਨੂੰ ਥੋੜਾ ਜਿਹਾ ਸਮਾਂ ਦਿਓ, ਥੋੜਾ ਜਿਹਾ ਸਮਾਂ। ਅੱਜ ਨਾ ਉਹਨੂੰ ਕੋਈ 2-3 ਘੰਟੇ ਬਾਅਦ ਮੈਂ ਫੇਰ ਦੁਬਾਰਾ ਵਿਚਾਰ ਕਰ, ਤੁਸੀਂ ਦੇਖੋਗੇ 2-4 ਵਾਰੀ ਵਿਚਾਰ ਕੀਤਾ ਤੁਹਾਡੇ ਕੋਲ ਅਸਲੀ ਚੀਜ਼ ਮਿਲ ਜਾਣੀ ਹੈ। ਬਿਲਕੁਲ, ਕਿਉਂਕਿ ਭਾਵਨਾ ਜ਼ਿਆਦਾ ਤੇ ਨਹੀਂ ਰਹਿੰਦੀ। ਉਹ ਤੇ ਇਮੋਸ਼ਨ ਹੈਗੇ ਨੇ, ਜਸਟ ਆਏ ਨੇ ਤੇ ਉਹਨਾਂ ਨੇ ਉਹ ਚੱਲ ਜਾਣਾ। ਹੁਣ ਇਹ ਪ੍ਰਗਟ ਹੋਈ ਹੈ, ਉਹਨੂੰ ਫਾਇਦੇ ਦਾ ਨੁਕਸਾਨ ਦਾ ਕੋਈ ਲੈਣਾ ਦੇਣਾ ਨਹੀਂ ਹੈ। ਹੁਣ ਵੀ ਆ ਕਈ ਬੰਦੇ ਵੇਖਿਆ ਨੌਕਰੀ ਗਵਾ ਲੈਂਦੇ ਨੇ, ਉਦੋਂ ਗੁੱਸਾ ਆ ਗਿਆ, ਭਾਵਨਾ 'ਚ ਬੈਠਾ ਬੰਦਾ, ਉਹ ਕਹਿੰਦਾ ਮੈਂ ਪਰਵਾਹ ਨਹੀਂ ਕਰਦਾ ਤੇਰੀ ਨੌਕਰੀ ਦੀ, ਕੀ ਕਰ ਲੇਗਾ। ਬਾਅਦ 'ਚ ਉਹਦੇ ਪਰਿਵਾਰ ਨੂੰ ਸਫਰ ਹੋਣਾ ਪੈਣਾ, ਉਹਨੂੰ ਖੁਦ ਸਫਰ ਹੋਣਾ ਪੈਣਾ, ਪਰ ਉਦੋਂ ਜੋਸ਼ 'ਚ ਹੋਸ਼ ਖੋਲੇ। ਪਰ ਇਹ ਬਹੁਤ ਬੰਦਿਆਂ ਦੀ ਸਮੱਸਿਆ, ਕਾਫੀ ਵੱਡਾ ਇਸ਼ੂ। ਬੰਦਾ ਆਪਣੇ ਆਪ ਨੂੰ ਸਮਝ ਨਹੀਂ ਪਾਉਂਦਾ ਕਿ ਮੇਰੇ ਅੰਦਰ ਇੱਕ ਚਿੰਤਨ ਦਾ ਵਿਸ਼ਾ ਚੱਲਦਾ ਹੈ ਔਰ ਉਹਦੇ ਵਿੱਚ ਇਮੋਸ਼ਨ ਹੈਗੇ ਨੇ, ਔਰ ਇਮੋਸ਼ਨ ਜਿਹੜੇ ਜੇ ਵਧੀਆ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਅੰਦਰ ਤਰਕ ਨਹੀਂ ਹੁੰਦਾ, ਬੁੱਧੀ ਨਹੀਂ ਹੁੰਦੀ, ਉਹ ਅੰਨੇ ਹੁੰਦੇ ਨੇ। ਅੰਨੇ ਸਮਝਦੇ ਜੋ ਹਾਥ ਦੀਪਕ ਕੂਏ ਦੇ ਵਿੱਚ ਡਿੱਗਣ ਰੱਖ, ਬੁੱਧੀ ਨੂੰ ਇਸਤੇਮਾਲ ਹੀ ਨਹੀਂ ਕਰਦੇ, ਨਾ ਬੁੱਧੀ ਤੱਕ ਗੱਲ ਪਹੁੰਚਣ ਦਿੰਦੇ ਆ। ਉਹ ਪਹਿਲਾਂ ਹੀ ਤਾੜ ਫਾੜ ਕਰਕੇ, ਫੈਸਲੇ ਕਰਕੇ, ਰੌਲਾ ਪਾ ਕੇ, ਗੱਲਾਂ ਗੁੱਲਾਂ ਕਰਕੇ ਛੋਟੀ ਗੱਲ ਨੂੰ ਵੱਡਾ ਕਰ ਲੈਂਦੇ। ਸੋ ਇਹ ਚੀਜ਼ ਨੂੰ ਆਪਾਂ ਸਮਝਣਾ। ਕਥਾ ਫਿਰ ਆਪਾਂ ਵਾਪਸ ਆ ਜਾਂਦੇ ਹਾਂ। ਕਹਿੰਦੇ ਕਿ ਆ ਉੱਪਰ ਤੁਕ 'ਚ ਆਪਾਂ ਨੂੰ ਬਾਬਾ ਜੀ ਸਮਝਾ ਰਹੇ ਨੇ, ਕਹਿ ਰਹੇ ਨੇ ਕਿ 4 ਮੁਕਤੀਆਂ ਜਾਂ ਵੀ ਰਿੱਧੀਆਂ ਸਿੱਧੀਆਂ ਕਿੱਥੋਂ ਮਿਲਦੀਆਂ ਨੇ? ਸਾਨੂੰ ਪਰਮਾਤਮਾ ਦੀ ਸ਼ਰਨ 'ਚ ਜਾਣ। ਬਿਲਕੁਲ ਪਰਮਾਤਮਾ ਦੀ ਸ਼ਰਨ 'ਚ ਜਾਣਾ ਕੀ ਹੈਗਾ? ਭਗਤੀ ਕਰ। ਕਿਤੇ ਹੋਰ ਨਾ ਚੱਲ ਜਾਓ ਗੁਰਦੁਆਰੇ ਮੰਦਿਰ 'ਚ ਜਾ ਕੇ, ਉਹ ਇੱਕ ਅਲੱਗ ਚੀਜ਼ ਹੈ। ਜਾਣਾ ਕੋਈ ਮੈਂ ਮਨਾ ਨਹੀਂ ਕਰਦਾ। ਪਰਮਾਤਮਾ ਦਾ ਸ਼ਰਨ 'ਚ ਜਾਣਾ ਹੈ, ਆਪਣੇ ਅੰਦਰ ਜਾਣਾ। ਆਪਣੇ ਅੰਦਰ ਹੀ ਤੇ ਪਰਮਾਤਮਾ ਹੈ। ਅਜੇ ਤੱਕ ਕਿਸੇ ਨੂੰ ਬਾਹਰ ਨਹੀਂ ਮਿਲਿਆ ਤੇ ਨਾ ਮਿਲੇਗਾ। ਪਰਮਾਤਮਾ ਬਾਹਰ ਨਹੀਂ ਹੈਗਾ। ਪਰਮਾਤਮਾ ਕਿੱਥੇ ਹੈਗਾ? ਤੁਹਾਡੇ ਅੰਦਰ ਹੈਗਾ। ਬਾਣੀ ਦੀ ਇੱਕ ਇੱਕ ਤੁਕ ਵੇਖ ਲਓ। ਗੁਰਮੁਖ ਵੇਖਾਇਆ ਖੋਜੇ ਹੋਰ ਸਭ ਭਰਮ ਭੁਲਾਏ, ਮਨ ਮੰਦਰ ਤਨਵੀਸ ਕਲੰਦਰ ਕੱਟ ਕੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸ ਗੌੜ ਜਨਮ ਨਾਵਾਂ। ਫਿਰ ਬਾਣੀ ਦੀਆਂ ਤੁਕਾਂ ਪੜ੍ਹਦੇ ਜਾਓ। ਉਹ ਜਿਹੜੀ ਸ਼ਕਤੀ ਹੈ ਉਹ ਸਾਡਾ ਰੂਪ ਆ, ਸਾਡਾ ਆਖਰੀ ਬਿੰਦੂ ਹੈ। ਇਸ ਕਰਕੇ ਕਿਤੇ ਬਾਹਰ ਨਾ ਚੱਲ ਜਿਓ। ਜਿਹੜਾ ਪੜ੍ਹਨਾ, ਬੋਲਣਾ, ਸੁਣਨਾ, ਇਹ ਸਭ ਬਾਹਰ ਦੇ ਵਿਸ਼ੇ ਨੇ। ਧਿਆਨ ਧਿਆਨ ਸਾਡੇ ਅੰਦਰ ਦਾ ਵਿਸ਼ਾ ਹੈ ਕਿ ਉਹ ਜਿਹੜਾ ਚਿੱਤ ਆ ਉਹਦੇ ਵਿੱਚ ਕੀ ਹੋ ਰਿਹਾ ਉਹਨੂੰ ਦੇਖਣਾ ਬਸ। ਔਰ ਇੱਕ ਸਮਾਂ ਆਊਗਾ ਤੁਸੀਂ ਇਸ ਚਿੱਤ ਦੇ ਵਿੱਚ ਜੋ ਹਲਚਲ ਮਚ ਰਹੀ ਹੈ ਨਾ, ਜਦੋਂ ਤੁਹਾਡੇ ਸਵਾਸ ਚੱਲੇ ਨਾ, ਈੜਾ ਤੋਂ ਪਿੰਗਲਾ ਤੇ ਪਿੰਗਲਾ ਤੋਂ ਈੜਾ ਤੇ ਚੱਲੇ, ਤੁਹਾਨੂੰ ਕੁਛ ਛਣ ਮਿਲਣਗੇ, ਕੁਛ ਮਿੰਟ ਮਿਲਣਗੇ, ਉਹ ਤੁਸੀਂ ਉਸ ਨਿਰਦੋਸ਼ ਚਿੱਤ ਨੂੰ ਦੇਖ ਲੈਣਾ ਹੈ ਜਿਹੜਾ ਔਗਣ ਤੋਂ ਰਹਿਤ ਹੈ। ਔਰ ਉਸ ਚਿੱਤ ਦੀ ਜਦੋਂ ਸ਼ਾਂਤ ਝੀਲ ਤੁਸੀਂ ਵੇਖ ਲਈ ਤੇ ਗੱਲ ਖਤਮ ਹੋ ਗਈ। ਫਿਰ ਰਾਮਾਨੰਦ ਜੀ ਦੀ ਤੁਕ ਤੇ ਸਿੱਧੀ ਕਰ ਦੇਣੀ ਆ, ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਅਪੰਗ। ਮਨ ਪਿਓ ਪੰਗ ਐੜਾ ਹੈ ਨਹੀਂ ਗੁਰਕੀ ਸਾਹਿਬ, ਮਨ ਪਿਓ ਪੰਗ। ਹਾਂ ਚਲੋ ਪੰਗ ਕਹਿ ਲਓ, ਠੀਕ ਹੈ ਪੰਗ। ਨਹੀਂ ਕਈਆਂ ਨੇ ਨਾ ਮੈਨੂੰ ਇਹ ਤੁਹਾਡੀ ਗੱਲ ਦਾ ਨਹੀਂ, ਮੈਂ ਇਹਦੇ ਵਿੱਚ ਹੀ ਜਿਹੜਾ ਨਾ ਕਈਆਂ ਨੇ ਕਹਿਣਾ ਦੇਖੋ ਜੀ ਪਾਣੀ ਵੀ ਗਲਤ ਪੜ ਰਹੇ ਆ, ਉਹਨਾਂ ਨੇ ਆਪਣੇ ਉਹਨਾਂ ਨੇ ਪਤਾ ਨਹੀਂ ਕੀ ਕੁਛ ਵਿੱਚ ਮਸਾਲੇ ਲਾਉਣੇ ਆ। ਪੰਗ ਦਾ ਮਤਲਬ ਹੀ ਆ ਉਹੀ ਗੱਲ ਆ, ਗੱਲ ਤਾਂ ਉਹੀ ਆ, ਗੱਲ ਉਹੀ ਹੈਗੀ। ਪੰਗ ਕਹਿ ਲਓ, ਪੰਗ ਕਹਿ ਲਓ, ਮਤਲਬ ਇਹ ਹੈ ਕਿ ਮਨ ਜਿਹੜਾ ਹੁਣ ਮੇਰਾ ਚੱਲਦਾ ਨਹੀਂ ਆ ਕਿਉਂਕਿ ਉਹਦੀਆਂ ਲੱਤਾਂ ਕੰਮ ਕਰਨੋਂ ਬੰਦ ਹੋ ਗਈਆਂ, ਕਿਉਂਕਿ ਚਿੱਤ ਸ਼ਾਂਤ ਹੋ ਗਿਆ। ਮਨ ਤੇ ਚਿੱਤ ਦੋਨਾਂ ਨੂੰ ਵੱਖੋ ਗੱਲ ਕੀਤੀ। ਇੱਥੇ ਆਪਾਂ ਚੀਜ਼ ਨੂੰ ਸਮਝੀਏ ਕਿ ਇਹ ਜਿਹੜਾ ਹੈਗਾ ਪ੍ਰਮਾਤਮਾ ਉਹਦੀ ਸ਼ਰਨ 'ਚ ਜਾਣਾ ਹੈ। ਫਿਰ ਅਗਲੇ ਬੰਨੇ ਬੋਲੋ, ਨਿੱਜੇ ਸਾਹਿਬ ਤੋਂ ਬੋਲੋ। ਮੁਕਤ ਭਇਓ ਚਹੂੰ ਜੁਗ ਜਾਣਿਓ, ਚਾਰੋਂ ਦਿਸ਼ਾ 'ਚ ਜਾਣਿਆ ਜਾਂਦਾ। ਜਸ ਕੀਰਤ ਮਾਥੈ ਛਤਰ ਧਰਿਓ। ਇੰਨਾ ਮਾਲਕ ਪਰਮਾਤਮਾ ਜਿਹੜਾ ਮਿਹਰ ਕਰ ਦਿੰਦਾ ਹੈ। ਰਾਜਾ ਰਾਮ ਜਪਤ ਕੋ ਨਾ ਧਰਿਓ, ਗੁਰੂ ਉਪਦੇਸ਼ ਸਾਧ ਕੀ ਸੰਗਤ, ਭਗਤ ਭਗਤ ਤਾਕੋ ਨਾਮ ਭਰਿਓ ਰਹੋ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਦੇਖੋ ਮੁਕਤ ਹੋ ਜਾਂਦਾ ਬੰਦਾ, ਉਹ ਕਿਉਂ? ਦੇਖੋ ਜਦੋਂ ਤੁਹਾਡੇ ਅੰਦਰ ਚੇਤਨਾ ਦਾ ਦੀਪਕ ਪ੍ਰਕਾਸ਼ਮਾਨ ਹੋ ਗਿਆ ਨਾ, ਤੁਸੀਂ ਮੁਕਤ ਹੋ ਜਾਣਾ। ਫਿਰ ਤੁਹਾਨੂੰ ਕਿਸੇ ਦੀ ਸਟੇਟਮੈਂਟ ਦੀ ਲੋੜ ਨਹੀਂ, ਤੁਹਾਨੂੰ ਖੁਦ ਹੀ ਪਤਾ ਲੱਗਣਾ ਕਿ ਮੈਂ ਤੇ ਕਿਤੇ ਐਸੇ ਟਾਪੂ ਤੇ ਪਹੁੰਚ ਚੁੱਕੇ ਹਾਂ ਜਿੱਥੇ ਕੋਈ ਹਲਚਲ ਹੀ ਨਹੀਂ ਹੈ, ਸਭ ਕੁਛ ਰੁਕ ਗਿਆ।
ਉਹ ਟਾਪੂ ਪਤਾ ਕੀ ਹੈ? ਇਹ ਜਿਹੜਾ ਟਾਂਗੇ ਦਾ ਧੁਰਾ ਹੈਗਾ ਨਾ, ਉਸ ਕਿਸਮ ਦਾ ਬਿੰਦੂ ਸਾਡੇ ਅੰਦਰ ਹੈਗਾ, ਜਿਹਨੂੰ ਮੈਂ ਆਤਮਾ ਕਹਿੰਦਾ। ਆਤਮਾ ਤੇ ਪਰਮਾਤਮਾ ਇੱਕੋ ਹੀ ਚੀਜ਼ ਹੈ। ਉੱਥੇ ਪਹੁੰਚਣ ਤੋਂ ਬਾਅਦ ਹੀ ਤੁਸੀਂ ਉਹ ਜਿਹੜੀ ਉਸ ਅਵਸਥਾ ਨੂੰ ਤੁਸੀਂ ਅਨੁਭਵ ਕਰ ਲੈਣਾ, ਔਰ ਤੁਸੀਂ ਦੇਖ ਲੈਣਾ ਹੈ ਕਿ ਮੈਂ ਕੁਛ ਐਸੀ ਅਵਸਥਾ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹਾਂ, ਹੁਣ ਇੱਥੇ ਗਤੀ ਨਹੀਂ ਹੈਗੀ। ਕੁਝ ਰਾਮਾਨੰਦ ਜੀ ਕਹਿ ਰਹੇ ਨਾ ਕਿ ਮੇਰਾ ਚਿੱਤ ਨਹੀਂ ਚੱਲਦਾ, ਮਨ ਪਿਓ ਅੰਗ, ਤੇ ਉਹ ਜਿਹੜੀ ਅਵਸਥਾ ਹੈ ਉਹ ਤੁਹਾਡੇ ਅੰਦਰ ਬਣਨੀ ਹੈ। ਜਦ ਤੱਕ ਬਣੀ ਨਹੀਂ, ਸਮਝ ਲਓ ਕਿ ਤੁਸੀਂ ਰਸਤੇ ਅਜੇ ਤੁਸੀਂ ਅਨੁਭਵ ਕਰਕੇ ਵਾਪਸ ਆ ਜਾਂਦੇ ਜੋ, ਅਜੇ ਉੱਥੇ ਪ੍ਰਵੇਸ਼ ਨਹੀਂ ਹੋਇਆ। ਉਹ ਪ੍ਰਵੇਸ਼ ਹੋ ਜਾਣਾ ਹੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ। ਹਾਂਜੀ, ਅੱਗੇ ਚਲੀਏ ਨਜਰ ਸਾਹਿਬ। ਰਾਜਾ ਰਾਮ, ਇਹ ਥੋੜੀ ਤੁਕ ਸਰਲ ਕਰੋ। ਰਾਜਾ ਰਾਮ ਜਪਤ ਕੋ ਨਾ ਤਰਿਓ। ਕਹਿੰਦੇ ਦੱਸ ਮੈਨੂੰ ਕਿਹੜਾ ਕਿਹੜਾ ਨਹੀਂ ਤਰਿਆ। ਬਸ ਇਹ ਦੱਸਦੇ ਵੀ ਕਿਹੜਾ ਨਹੀਂ ਤਰਿਆ, ਜਿਹੜਾ ਹੈਗਾ ਧਿਆਨ ਸਿਮਰਨ ਸਾਧਨਾ ਕਰਨ ਦੇ ਨਾਲ, ਵਿਚਾਰਾਂ ਨੂੰ ਆਪਣੇ ਮਨ ਨੂੰ ਦੇਖਣ ਦੇ ਨਾਲ, ਭਾਵਨਾ ਦੇ ਉੱਪਰ ਬੁੱਧੀ ਨੂੰ ਯੂਜ਼ ਕਰਨ ਦੇ ਨਾਲ ਕਿਹੜਾ ਨਹੀਂ ਤਰਿਆ, ਇਹ ਦੱਸਦੇ ਮੈਨੂੰ। ਰਾਜਾ ਰਾਮ ਜਪਤ ਕੋ ਨਾ ਤਰਿਓ। ਕਹਿੰਦੇ ਸਾਰੇ ਹੀ ਤਰ ਗਏ ਦਾ ਮਤਲਬ, ਕੋ ਦਾ ਕਹਿੰਦਾ ਮਤਲਬ ਵੀ ਸਾਰੇ ਹੀ ਤਰ ਗਏ, ਇੱਕ ਵੀ ਫੇਲੂਅਰ ਨਹੀਂ ਹੈ ਇਸ ਕੰਮ ਦੇ ਵਿੱਚ। ਗੁਰ ਉਪਦੇਸ਼ ਕਿਵੇਂ? ਗੁਰ ਉਪਦੇਸ਼। ਹਾਂਜੀ 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 ਨਜਰ ਸਾਹਿਬ, ਇੱਕ ਮਿੰਟ ਰੁਕ ਜਾਓ ਬਸ। ਹਾਂਜੀ ਹਾਂਜੀ ਹਾਂਜੀ। ਹੁਣ ਇੱਥੇ ਪਤਾ ਕੀ, ਆਮ ਤੌਰ ਤੇ ਲੋਕੀ ਨਾ ਇੱਕ ਗੱਲ ਆਮ ਕਹਿੰਦੇ, ਤੁਸੀਂ ਸਾਰੇ ਸੁਣਿਆ ਕਿ ਕਰੋੜਾਂ ਬੰਦੇ ਚੱਲਣ ਤੇ ਇੱਕ ਬੰਦਾ ਪਹੁੰਚਦਾ। ਅਸਲ ਦੇ ਵਿੱਚ ਜੋ ਸੱਚ ਹੈਗਾ ਉਹ ਇਹ ਹੈ, ਕਰੋੜਾਂ ਚ ਇੱਕ ਚੱਲਦਾ ਹੈ, ਜਿਹੜਾ ਚੱਲਿਆ ਉਹਨੇ ਤੇ ਪਹੁੰਚ ਹੀ ਜਾਣਾ। ਹਾਂ, ਬਸ ਬਸ ਬਸ, ਬਿਲਕੁਲ ਸਹੀ ਗੱਲ ਹੈ। ਲੋਕੀ ਉਲਟੀ ਕਹਾਣੀ ਬਣਾ ਦਿੰਦੇ ਆ। ਹਾਂ, ਬਿਲਕੁਲ ਸਹੀ ਹੈ। ਹਾਂਜੀ ਹਾਂਜੀ। ਮੈਂ ਨਾ ਇੱਕ ਚੀਜ਼ ਤੁਸੀਂ ਕਹਿ ਰਹੇ, ਜਿਹੜਾ ਮੰਨ ਲਓ ਨਾ ਆਪਾਂ ਮੰਨ ਲਓ ਮਾੜੇ ਮੋਟੇ ਕਿਤੇ ਗਲਤ ਵੀ ਜਾ ਰਹੇ ਨਾ, ਐਟਲੀਸਟ ਆਪਾਂ ਨੂੰ ਪਤਾ ਲੱਗ ਜੂਗਾ ਵੀ ਇਹ ਰਸਤਾ ਜਿਹੜਾ ਹੈਗਾ ਰੱਬ ਵੱਲ ਨਹੀਂ ਜਾ ਰਿਹਾ। ਉਹ ਤਾਂ ਪਤਾ ਲੱਗ ਜੂਗਾ। ਆਪਾਂ ਛੱਡ ਕੇ ਤੇ ਫਿਰ ਦੂਜੇ ਰਸਤੇ ਹੋ ਲਾਂਗੇ ਭਾਈ। ਜਿਹੜਾ ਚੱਲਿਆ ਆ ਉਹਨੇ ਗਲਤ ਰਸਤੇ ਵੀ ਚੱਲਿਆ ਤਾਂ ਵੀ ਉਹਨੇ ਸਹੀ ਤੇ ਪਹੁੰਚ ਜਾਣਾ ਹੈ, ਪਰ ਜਿਹੜਾ ਬੈਠਾ ਹੀ ਹੈਗਾ ਬਸ ਖਾਲੀ ਖਿਆਲੀ ਪੁਲਾਓ ਹੀ ਪਕਾ ਰਿਹਾ, ਉਹਨੇ ਤਾਂ ਕਦੀ ਪਹੁੰਚਣਾ ਵੀ ਨਹੀਂ ਹੈਗਾ। ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਹਾਂਜੀ ਨਜਰ ਸਾਹਿਬ, ਅੱਗੇ ਚੱਲੀਏ। ਗੁਰੂ ਉਪਦੇਸ਼ ਕਿਵੇਂ ਜਿਹੜਾ ਹੈਗਾ, ਕਹਿੰਦੇ ਇੱਥੋਂ ਦੇਖ ਲਓ ਮਹਾਰਾਜ ਫਿਰ ਕਹਿ ਰਹੇ, ਕਹਿੰਦੇ ਗਲਤ ਰਸਤੇ ਵਾਸਤੇ ਇੱਥੇ ਹੀ ਚੌਕਸ ਕਰਤਾ। ਕਹਿੰਦੇ ਭਾਈ ਗਿਆਨ ਲੈ ਕੇ, ਐਵੇਂ ਨਹੀਂ ਹੋਣੀ ਸਾਧਨਾ। ਪਹਿਲਾਂ ਗੁਰੂ ਦਾ ਉਪਦੇਸ਼ ਲੈ, ਇਹ ਬ੍ਰਹਮ ਗਿਆਨ ਲੈ ਬਈ ਕਿਵੇਂ ਕਰਨੀ ਹੈ। ਉਹ ਕਿਤੇ ਜਿਹੜਾ ਹੈਗਾ ਪਹਾੜਾਂ 'ਤੇ ਨਾ ਚਲੇ ਜਾਈਂ, ਕਿਤੇ ਯਾਤਰਾ 'ਤੇ ਨਾ ਚਲੇ ਜਾਈਂ, ਕਿਤੇ ਦਰਿਆ 'ਤੇ ਨਹਾਉਣ ਨਾ ਚਲੇ ਜਾਈਂ, ਕਿਤੇ ਹੋਰ ਕਰਮ ਕਾਂਡ ਨਾ ਕਰਨ ਲੱਗ ਜੀ ਬਈ ਬਸ ਆਹੀ ਹੋ ਗਿਆ ਜੀ ਸਵੇਰੇ। ਸਾਰਾ ਜਿਹੜਾ ਧਿਆਨ ਸਿਮਰਨ ਤੋਂ ਇਲਾਵਾ ਬਾਕੀ ਜੋ ਵੀ ਹੈਗਾ ਸਾਰਾ ਆਡੰਬਰ ਹੈਗਾ ਭਾਈ। ਜੇ ਸੈਂਟਰਲ ਜਿਹੜੀ ਹੈ ਉਹਦਾ ਧੁਰਾ ਹੀ ਹੈ ਨਹੀਂ ਗਾ, ਧਿਆਨ ਸਿਮਰਨ ਧੁਰਾ ਆ, ਤੇ ਬਾਕੀ ਸਾਰੇ ਤੁਹਾਡੇ ਕਰਮ ਕਾਂਡ ਹੋ ਜਾਣੇ। ਜੋ ਵੀ ਧਰਮ ਦੇ ਨਾਮ ਤੇ ਆਪਾਂ ਕਰ ਰਹੇ ਹਾਂ, ਮੈਂ ਤਾਂ ਕਹਿੰਦਾ ਜੋ ਵੀ ਕੁਛ ਕਰ ਰਹੇ ਹਾਂ ਸਾਰੇ ਕਰਮ ਕਾਂਡ ਹੋ ਜਾਣਗੇ ਜੇ ਆਪਾਂ ਧਿਆਨ ਸਿਮਰਨ ਨਹੀਂ ਕਰਦੇ। ਗੁਰ ਉਪਦੇਸ਼ ਸਾਧ ਕੀ ਸੰਗਤ, ਸਾਧ ਦੀ ਸੰਗਤ, ਸਾਧ ਤੋਂ ਤਾਂ ਗੁਰੂ ਦਾ ਉਪਦੇਸ਼ ਮਿਲਣਾ ਹੈ, ਔਰ ਫਿਰ ਜਿਹੜਾ ਹੈਗਾ ਉਹ ਸਾਧ ਸੰਗਤ ਜਿਹੜੀ ਹੈਗੀ ਆ ਉਹ ਚਾਹੀਦੀ ਆ। ਫਿਰ ਉਹਦੇ ਨਾਲ ਕੀ ਹੁੰਦਾ, ਭਗਤ ਤਾਕੋ ਨਾਮ ਭਰਿਓ। ਉਹਨੂੰ ਜਿਹੜੇ ਲੋਕੀ ਜਿਹੜੇ ਹੈਗੇ ਇਹਦੀ ਜਿਹੜਾ ਵੀ ਇਨਸਾਨ ਧਿਆਨ ਸਿਮਰਨ ਕਰ ਰਿਹਾ, ਭਗਤੀ ਕਰ ਰਿਹਾ, ਉਹਦੀ ਦੁਨੀਆ ਦੇ ਵਿੱਚ ਸੋਭਾ ਹੋਣੀ ਲਾਜ਼ਮੀ ਹੈਗੀ, ਕਿਉਂਕਿ ਉਹ ਮਾਲਕ ਪਰਮਾਤਮਾ ਦੀ ਭਗਤੀ ਕਰ ਰਿਹਾ ਹੈ ਭਾਈ। ਮਾਲਕ ਜਿਹੜਾ ਹੈਗਾ, ਮਾਲਕ ਜਿਹੜੇ ਕੰਮ ਵਾਸਤੇ ਮਾਲਕ ਨੇ ਦੁਨੀਆ ਬਣਾਈ ਹੈ, ਜਿਹੜਾ ਇਨਸਾਨ ਉਹਦਾ ਕੰਮ ਕਰੂਗਾ ਤੇ ਮਾਲਕ ਉਹਦੀ ਸੋਭਾ, ਮੈਂ ਤਾਂ ਕਹਿੰਦਾ ਉਹਦੀ ਖੰਡਾ ਬ੍ਰਹਮੰਡਾਂ 'ਚ ਸੋਭਾ ਹੋ ਜਾਏਗੀ। ਹਾਂਜੀ ਵੀਰ ਜੀ, ਰਹਾਓ। ਹਾਂਜੀ ਠੀਕ ਹੈ ਜੀ। ਗੁਰੂ ਉਪਦੇਸ਼ ਸਾਧ ਕੀ ਸੰਗਤ, ਭਗਤ ਤਾਂ ਕੋ ਨਾਮ ਭਰੇ। ਸਹੀ ਹੈ ਜੀ। ਹੁਣ ਦੇਖੋ, ਸਾਧ ਸੰਗਤ ਦਾ ਮਤਲਬ ਤੇ ਇੱਥੇ ਇਹੋ ਹੀ ਹੈ ਕਿ ਸੰਗਤ ਦੇ ਵਿੱਚ ਕੀ ਹੁੰਦਾ ਕਿ ਆਪਾਂ ਪਰਮਾਤਮਾ ਦੀ ਉਸਤਤ ਕਰਦੇ ਹਾਂ, ਉਹਦੀ ਹੁਣ ਬਾਣੀ ਆਪਾਂ ਜਿਹੜੀ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾਂ ਸੰਗਤ ਕਰਦੇ ਹਾਂ, ਤੇ ਸਾਨੂੰ ਹਰ ਦਿਨ ਇੱਕ ਦੋ ਅੱਖਰ ਜ਼ਰੂਰ ਚੰਗੇ ਮਿਲਦੇ ਨੇ, ਜਿਹਦੇ ਨਾਲ ਸਾਡੇ ਜੀਵਨ 'ਚ ਨਿਖਾਰ ਆਉਂਦਾ, ਸਾਨੂੰ ਗਿਆਨ ਪ੍ਰਾਪਤ ਹੁੰਦਾ। ਬਿਲਕੁਲ। ਹੁਣ ਤੁਸੀਂ ਦੇਖੋ, ਤੁਸੀਂ ਸਕੂਲੇ ਪੜ੍ਹਨ ਜਾਂਦੇ ਜੋ, ਉੱਥੇ ਅਲੱਗ-ਅਲੱਗ ਕੋਰਸ ਨੇ। ਕੋਈ ਇੰਜੀਨੀਅਰ ਬਣਨਾ ਚਾਹੁੰਦਾ ਤੇ ਉਹਨੂੰ B.Tech ਕਰਨੀ ਪਊਗਾ। ਜੇ ਕੋਈ ਇਲੈਕਟ੍ਰੀਸ਼ੀਅਨ ਬਣਨਾ ਚਾਹੁੰਦਾ ਤੇ ਉਹਨੂੰ IIT ਜਾਂ ITI ਦਾ ਕੋਈ ਡਿਪਲੋਮਾ ਜਾਂ ਵੈਲਡਿੰਗ ਦਾ ਡਿਪਲੋਮਾ, ਕੁਛ ਨਾ ਕੁਛ ਤੇ ਉਹਨੂੰ ਲਾਈਨ ਨੂੰ ਚੂਜ਼ ਕਰਨਾ ਪਊਗਾ। ਇਹ ਵੀ ਜਿਹੜਾ ਗਿਆਨ ਆ, ਦੇਖੋ ਇਹ ਨਹੀਂ ਹੈ ਕਿ ਆਪਾਂ
ਇੱਧਰ ਉੱਧਰ ਭੱਜਣਾ ਸ਼ੁਰੂ ਕਰਤਾ, ਭੀੜ ਵੇਖੀ ਤੇ ਉਹਦੇ ਪਿੱਛੇ ਤੁਰ ਪਏ, ਫਿਰ ਇਹਨੂੰ ਤੁਰ ਪਏ, ਫਿਰ ਇਹਨੂੰ ਤੁਰ ਪਏ। ਇਹ ਚੀਜ਼ ਨੂੰ ਲਾਈਕ ਨਹੀਂ ਕਰਦੀ ਬਾਣੀ ਕਹਿੰਦੀ ਆ। ਗੁਰੂ ਸਾਹਿਬ ਇੱਕ ਚੀਜ਼ ਮਾੜੀ ਜੀ ਮੈਨੂੰ ਥੋੜ੍ਹੀ ਜਿਹੀ ਮੈਂ ਭੁੱਲ ਜਾਊਂਗਾ, ਇਹ ਨਾ ਐਕਚੁਅਲੀ ਜਿਹੜਾ ਹੈਗਾ ਸਾਧ ਸੰਗਤ ਜਿਹੜੀ ਹੈ ਨਾ ਉਹ ਇੱਕ ਸਕੂਲ ਹੈਗਾ, ਇੱਕ ਸਕੂਲ ਕਾਲਜ ਜੋ ਵੀ ਮਰਜ਼ੀ ਕਹਿ ਲਓ, ਇੱਕ ਸਕੂਲ ਹੈਗਾ। ਅਤੇ ਸਾਧ ਸੰਗਤ ਦੇ ਵਿੱਚ ਜਿਹੜੇ ਜਿੰਨੇ ਵੀ ਹੈਗੇ ਆ ਉਹ ਸਾਰੇ ਦੇ ਸਾਰੇ ਪੜ੍ਹਨ ਆਉਂਦੇ ਆ। ਅਤੇ ਇਹਦੇ ਵਿੱਚ ਜਿਹੜਾ ਹੈਗਾ ਹੁਣ ਸਕੂਲ ਹੈਗਾ, ਕਾਲਜ ਹੈਗਾ, ਜੇ ਇਹਦੇ ਵਿੱਚ ਟੀਚਰ ਹੀ ਨਹੀਂ ਹੋਊਗਾ ਤਾਂ ਕੀ ਕਰ ਲਾਂਗੇ ਆਪਾਂ ਭਾਈ। ਇਸ ਕਰਕੇ ਸਾਧੂ ਬ੍ਰਹਮ ਗਿਆਨੀ, ਬ੍ਰਹਮ ਗਿਆਨ ਇਹ ਜਿਹੜਾ ਹੈਗਾ ਇਹ ਜੇ ਇਹ ਯਾਤਰਾ ਇਹ ਪੜ੍ਹਾਈ ਕਰਨੀ ਆ ਅਤੇ ਭਾਈ ਉਹਦੇ ਵਿੱਚ ਬ੍ਰਹਮ ਗਿਆਨੀ ਹੋਣਾ ਲਾਜ਼ਮੀ ਜ਼ਰੂਰੀ ਹੈ, ਬ੍ਰਹਮ ਗਿਆਨ ਹੋਣਾ ਲਾਜ਼ਮੀ ਜ਼ਰੂਰੀ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਉਹਦਾ ਕਾਰਨ ਪਤਾ ਕੀ ਹੈ? ਇਹ ਗੂੜ ਗਿਆਨ ਹੈ। ਇਹ ਗਿਆਨ ਬਹੁਤ ਲਿਮਟਿਡ ਆ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਸ ਕਰਕੇ ਇਹ ਗਿਆਨ ਜਿਹੜਾ ਹੈ ਨਾ, ਬੇਸ਼ੱਕ ਗ੍ਰੰਥਾਂ 'ਚ ਲਿਖੀਆਂ ਨੇ ਗੱਲਾਂ, ਪਰ ਉਹ ਪੜ੍ਹ ਕੇ ਲੱਭ ਨਹੀਂ ਸਕਦੇ। ਹਾਂ ਬਿਲਕੁਲ ਸਹੀ ਹੈ, ਬਿਲਕੁਲ ਸਹੀ ਗੱਲ ਹੈ। ਇਹ ਬਾਣੀ ਨੂੰ ਕੋਈ ਇਹ ਨਹੀਂ ਕਿ ਕੋਈ ਵੀ ਪੜ੍ਹਨਾ ਸ਼ੁਰੂ ਕਰ ਦੇਗਾ ਤੇ ਤੂੰ ਗਿਆਨ ਉਹਨੂੰ ਪ੍ਰਾਪਤ ਹੋ ਜਾਊ। ਨਹੀਂ, ਕਿਉਂ ਗਿਆਨ ਨੂੰ ਪੜ੍ਹਨ ਦੇ ਲਈ ਤੁਹਾਡੇ ਅੰਦਰ ਉਹ ਬਹੁਤ ਇੱਕ ਮਾਦਾ ਚਾਹੀਦਾ। ਇਹ ਗਿਆਨ ਜਿਹੜਾ ਨਾ ਗੁਰਕੀ ਸਾਹਿਬ ਉਹੀ ਇਨਸਾਨ ਦੇ ਕੋਲ ਖੁੱਲ੍ਹੇਗਾ ਜਿਹੜੇ ਇਨਸਾਨ ਨੇ ਪ੍ਰੈਕਟੀਕਲ ਕੀਤਾ ਹੈ, ਆਪ ਪ੍ਰੈਕਟੀਕਲ ਕਰਕੇ ਆਪਣਾ ਗਿਆਨ ਬਣਾਇਆ ਆ, ਉਹੀ ਇਹਨੂੰ ਖੋਲ੍ਹ ਸਕਦਾ ਹੈ। ਹਾਂ, ਕਿਉਂਕਿ ਉਹ ਆਤਮਾ ਦਾ ਗਿਆਨ ਹੈ, ਬਹੁਤ ਔਖਾ ਗਿਆਨ, ਸਭ ਤੋਂ ਔਖਾ ਗਿਆਨ ਹੈ ਆਤਮਾ ਨੂੰ ਜਾਣ ਲੈਣਾ। ਉਹ ਫਿਰ ਆਤਮਾ ਨੂੰ ਜਾਣਨਾ ਹੈ, ਉਹ ਜੀਵਨ ਦਾ ਸਭ ਤੋਂ ਜਿਹੜਾ ਮੁਸ਼ਕਿਲ ਹੈ, ਉਹ ਬ੍ਰਹਮ, ਉਹਨੂੰ ਲੱਭਣਾ। ਫਿਰ ਇਹ ਨਹੀਂ ਕਿ ਗੱਲਾਂ ਹੀ ਗੱਲਾਂ 'ਚ ਫੀਲਿੰਗ ਲੈ ਲੈਣੀ, ਉਹ ਚੀਜ਼ ਨੂੰ ਹਾਸਲ ਵੀ ਕਰਨਾ, ਉਸ ਤੱਤ ਨੂੰ। ਉਹਦਾ ਕੋਈ ਇਹ ਨਹੀਂ ਕਿ ਕੇਵਲ ਗੱਲਾਂ ਹੀ ਸੁਣ ਲਈਆਂ। ਨਿਰਵਿਚਾਰ ਸਮਾਧੀ, ਸਹਿਜ ਸਮਾਧੀ, ਅਜਪਿਆ ਜਾਪ, ਬ੍ਰਹਮਨਾਦ, ਅਖੰਡ ਅਵਸਥਾ, ਸੱਚ ਚਿਤ ਆਨੰਦ, ਇਹ ਚੀਜ਼ਾਂ ਤੁਹਾਨੂੰ ਮਿਲਣੀਆਂ ਚਾਹੀਦੀਆਂ ਨੇ। ਤੇ ਫਿਰ ਆਪਾਂ ਬੰਦਾ ਕਹਿ ਦਿੰਦਾ ਜੀ ਵੀ ਨਹੀਂ ਜੀ ਉਹ ਸਾਡੇ ਏਡੇ ਵੱਡੇ ਕਿਤੇ ਕਰਮ, ਉਹ ਜੀ ਉਹ ਬ੍ਰਹਮ ਗਿਆਨੀ ਸੀ। ਕੋਈ ਬੰਦਾ ਬ੍ਰਹਮ ਗਿਆਨੀ ਨਹੀਂ ਪੈਦਾ ਹੁੰਦਾ, ਸਾਰੇ ਇੱਥੇ ਹੀ ਬਣਦੇ। ਕਿਉਂਕਿ ਇਹ ਪਰਮਾਤਮਾ ਥੋੜੀ ਕੋਈ ਬ੍ਰਹਮ ਗਿਆਨੀ ਪੈਦਾ ਕਰਨ ਦੇ ਡਾਇਰੈਕਟ। ਉਹ ਤੇ ਕਹਿੰਦਾ ਕਿ ਕੋਈ ਵੀ ਬਣ ਜਾ, ਤੈਨੂੰ ਮੈਂ ਬੰਦਾ ਬਣਾਤਾ ਵਾ, ਹੁਣ ਤੇਰੇ ਕੋਲ ਤੂੰ ਬਿਲਕੁਲ ਲਾਗੇ ਖਲੋਤਾ ਹੈ। ਤੇ ਹੁਣ ਦੇਖੋ ਆਪਣੇ ਚ ਸਾਰਿਆਂ ਚ ਕਿੰਨੇ ਕੁ ਡਾਕਟਰ ਬਣਦੇ ਆ, ਸਾਰੇ ਡਾਕਟਰ ਥੋੜੀ ਬਣ ਜਾਂਦੇ। ਬਣਦੇ ਤੇ ਉਹ ਬੱਚੇ ਨੇ ਜਿਹੜੇ ਇੱਥੇ ਜਾਂਦੇ ਨੇ ਨਿੱਜਾ ਸਾਹਿਬ। ਬਿਲਕੁਲ, ਇਹ ਥੋੜੀ ਕਾਲਜ ਥੋੜੀ ਮਨਾ ਕਰਨ ਦਿਆ। ਕਾਲਜ ਕਿਹੜਾ ਕਹਿੰਦਾ ਵੀ ਨਾ ਮੇਰੇ ਕੋਲ ਪੜ੍ਹਨਾ, ਉਹ ਕਹਿੰਦਾ ਨਹੀਂ ਪੰਜਾਬ 'ਚ ਸੀਟ ਮਿਲਦੀ ਕਿਤੇ ਹਰਿਆਣੇ ਚੱਲ ਜਾ, ਨਹੀਂ ਮਿਲਦੀ ਤੇ ਹਿਮਾਚਲ ਚੱਲ ਜਾ, ਮਨਾ ਕਰਨ ਦਿਆ ਕਿਤੇ। ਪਰ ਇੰਟਰਸਟਡ ਤੇ ਹੋ, ਪਰ ਉਹ ਇਹ ਚੀਜ਼ ਨੂੰ ਆਪ ਸਮਝ ਗਏ। ਹੁਣ ਗਿਆਨ ਪ੍ਰਾਪਤ ਕਰਨ ਦਾ ਇੱਕ ਤਰੀਕਾ ਹੈਗਾ, ਉਹਦੇ 'ਚ ਇੱਕ ਹੋਰ ਬੜੀ ਪ੍ਰੋਬਲਮ ਹੈ, ਤੁਹਾਨੂੰ ਵਿਦਿਆਰਥੀ ਬਣ ਕੇ ਜਾਣਾ ਪਊਗਾ। ਔਰ ਜੇ ਗੋਰਕੀ ਸਾਹਿਬ ਜੇ ਮੰਨ ਲਓ ਕੱਲਾ ਜਿਹੜਾ ਹੈਗਾ ਆਪਾਂ ਨੇ ਡਾਕਟਰੀ ਦੀ ਪੜ੍ਹਾਈ ਆ ਤੇ ਉਹਨੇ ਖਾਲੀ ਪੜ੍ਹਾਈ ਕਰ ਲਈ, ਕੱਲੀ ਪੜ੍ਹਾਈ ਕਰ ਲਈ, ਔਰ ਜਿਹੜਾ ਹੈਗਾ ਜ਼ਿਆਦਾ ਆਪਰੇਸ਼ਨ ਥੀਏਟਰ 'ਤੇ ਹੁਣ ਸਰਜਨ ਬਣ ਗਿਆ, ਆਪਰੇਸ਼ਨ ਥੀਏਟਰ 'ਤੇ ਆਪਰੇਸ਼ਨ ਕਰਨ ਲੱਗਿਆ, ਪਹਿਲੀ ਸਟੇ ਉਹਨੇ ਜਿਹੜਾ ਹੈਗਾ ਉਹਦੀ ਜਿਹੜੀ ਹੈਗੀ ਸੈਂਸੇਸ਼ਨ ਦੀ ਨਰਵ ਹੀ ਕੱਟ ਦਿੱਤੀ। ਲਓ ਕਰ ਲਓ ਗੱਲ, ਉੱਥੋਂ ਤਾਂ ਖੂਨ ਵੀ ਨਹੀਂ ਨਿਕਲਣਾ। ਹਾਂ ਠੀਕ ਹੈ ਜੀ। ਸੋ ਇੱਥੇ ਗੱਲਾਂ ਜਿਹੜੀਆਂ ਕਰੀਦੀਆਂ ਨੇ ਗੱਲਾਂ, ਮਤਲਬ ਇੱਥੇ ਕੋਈ ਟੀਚਰ ਨਹੀਂ ਹੈਗੇ, ਅਸੀਂ ਤੇ ਆਪ ਸਟੂਡੈਂਟ ਹੈਗੇ ਹਾਂ। ਪਰ ਕਹਿਣ ਤੋਂ ਭਾਵ ਹੈ ਕਿ ਜਦੋਂ ਗਿਆਨ ਚੱਲਦਾ ਤੇ ਫਿਰ ਇਹ ਨਾ ਸੋਚੋ ਕਿ ਚਰਨਜੀਤ ਬੋਲਦਾ ਜਾਂ ਨੇਜਰ ਸਾਹਿਬ ਬੋਲਦੇ, ਤੁਸੀਂ ਇਹ ਸੋਚੋ ਕਿ ਬਾਣੀ ਹੀ ਗਿਆਨ ਕਰਾ ਰਹੀ ਹੈ, ਇਹ ਹੋਰ ਸੌਖਾ ਹੋ ਜਾਂਦਾ। ਠੀਕ ਹੈ ਜੀ। ਇੱਥੇ ਫਿਰ ਬਾਣੀ 'ਚ ਆਪਾਂ ਨੂੰ ਇਹ ਸਮਝਾਇਆ ਕਿ ਸੰਗਤ ਕਰਨੀ ਆ, ਬਾਣੀ ਦੀ ਸੰਗਤ ਕਰਨੀ ਪਊਗੀ। ਦੇਖੋ ਸੰਗਤ ਕੀ ਹੁੰਦੀ ਆ, ਸੰਗਤ ਨੂੰ ਸਮਝਣਾ ਬਹੁਤ ਆਸਾਨ ਹੈ। ਇੱਕ ਬਾਲਟੀ 'ਚ ਗੰਦਾ ਪਾਣੀ, ਬਹੁਤ ਗੰਦਾ ਪਾਣੀ, ਉਹ ਪਾਣੀ ਨੂੰ ਆਪਾਂ ਬਾਹਰ ਕੱਢਣਾ ਹੈ। ਇੱਕ ਸੌਖਾ ਜਿਹਾ ਤਰੀਕਾ ਹੈ, ਤੁਸੀਂ ਉਹਨੂੰ ਟੂਟੀ ਦੇ ਥੱਲੇ ਰੱਖ ਦਿਓ, ਥੋੜੀ ਟੂਟੀ ਚਾਲੂ ਕਰ, 5-7 ਘੰਟਿਆਂ 'ਚ ਕੀ ਹੋਵੇਗਾ, ਉਹਦੇ 'ਚ ਨਿਰਮਲ ਜਲ ਦੀ ਧਾਰਾ ਜਾਊਗੀ, ਉਹ ਆਪਣੇ ਦੇ ਨਾਲ ਗੰਦਗੀ ਨੂੰ ਬਾਹਰ ਕੱਢਦੀ ਰਹੇ। ਇੱਕ ਸਮਾਂ ਆਊਗਾ 2-4 ਘੰਟੇ ਟੂਟੀ ਚੱਲ ਗਈ, ਉਹ ਇੱਕਦਮ ਸ਼ੁੱਧ ਪਾਣੀ ਹੋ ਜਾਣਾ ਬਾਹਰ। ਇਹੋ ਹਿਸਾਬ ਤੁਹਾਡਾ ਹੈ। ਜਦੋਂ ਆਪ ਅੱਧਾ ਘੰਟਾ 45 ਮਿੰਟ ਦੀ ਸੰਗਤ ਕਰਦੇ ਜੋ, ਔਰ ਬਾਣੀ ਦੀ ਨਿਰਮਲ ਧਾਰਾ ਜਦੋਂ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ, ਇਹ ਬੜੇ ਸਾਡੇ ਸੰਸਿਆਂ ਨੂੰ ਖਤਮ ਕਰਦੀ। ਬਿਲਕੁਲ ਟੂਟੀ ਵਾਲਾ ਕੰਮ ਹੈ, ਕੁਛ ਵੀ ਨਹੀਂ। ਇਸੇ ਲਈ ਬਾਣੀ ਕਹਿੰਦੀ ਹੈ ਸੁਣੇ ਮੂੜ ਚਤੁਰਤਾ ਆਵੇ। ਸੁਣੇ ਮੂੜ ਚਿੱਤ ਲਾਏ ਚਤੁਰਤਾ ਆਵੇ। ਬਿਲਕੁਲ ਸਹੀ ਹੈ ਜੀ।
ਹਾਂ ਜਦੋਂ ਸੁਣਨੀ ਆ ਬਾਣੀ ਤੇ ਉਹਦਾ ਤੇ ਫਲ ਮਿਲਣਾ ਹੀ ਮਿਲਣਾ, ਕਿਉਂਕਿ ਆਮ ਬਾਣੀ ਤੇ ਹੈ ਨਹੀਂ, ਇਹ ਕੋਈ ਗੱਪਾਂ ਥੋੜੀ ਹੈਗੀਆਂ, ਗੱਲਾਂ ਥੋੜੀ ਹੈਗੀਆਂ, ਫਿਲਮਾਂ ਦੀਆਂ ਸਟੋਰੀਆਂ ਥੋੜੀ ਹੈਗੀਆਂ, ਝੂਠ ਥੋੜੀ ਹੈਗਾ, ਇਹ ਯਥਾਰਥ ਬਾਣੀ ਆ। ਇਹ ਜਦੋਂ ਬਾਣੀ ਤੁਹਾਡੇ ਅੰਦਰ ਜਾਂਦੀ ਆ, ਉਹ ਤੁਹਾਡੇ ਚਿੱਤ ਦੇ ਵਿੱਚ ਵੱਜਦੀ ਆ, ਤੁਹਾਡੀ ਬੁੱਧੀ ਉਹਨੂੰ ਵਹਿੰਦੀ ਆ, ਤੁਹਾਡਾ ਮਨ ਉਹਨੂੰ ਵਹਿੰਦਾ ਹੈ, ਔਰ ਕਈ ਗੱਲਾਂ ਮੰਨ ਲੈਂਦਾ ਮੰਨ ਲੈਂਦਾ ਮਨ ਨੂੰ ਤੇ ਰੀਜਨ ਚਾਹੀਦਾ ਨਾ। ਫਿਰ ਜਦੋਂ ਇੱਥੇ ਗੁਰੂਆਂ ਦੀ ਸਟੈਂਪਾਂ ਲੱਗੀਆਂ ਨੇ ਤੇ ਗਿਆਨੀਆਂ ਦੀਆਂ ਸਟੈਂਪਾਂ ਲੱਗੀਆਂ ਨੇ ਤੇ ਮਨ ਤੋਂ ਜ਼ਿਆਦਾ ਰੌਲਾ ਨਹੀਂ ਪਾਉਂਦਾ, ਮੰਨ ਲੈਂਦਾ ਕਈ ਵਾਰੀ। ਔਰ ਜੇ ਤੁਹਾਡੇ ਬਾਣੀ ਤੇ ਕਹਿੰਦੀ ਹੈ ਇੱਕ ਸ਼ਬਦ ਵੀ ਤੇਰੇ ਅੰਦਰ ਵਸ ਗਿਆ ਤੇ ਬਹੁਤ ਵੱਡੀ ਗੱਲ ਹੈ। ਹੁਣ ਦੇਖੋ ਇੱਥੇ 150-200 ਲੀਟਰ ਦੁੱਧ ਹੋਵੇ, ਤੁਸੀਂ ਅੱਧਾ ਚਮਚ ਪਾ ਦਿਓ ਦਹੀਂ ਦਾ, ਸਾਰਾ ਜੰਮ ਜਾਂਦਾ। ਇਸੇ ਤਰ੍ਹਾਂ ਬਾਣੀ ਆ, ਬਾਣੀ ਜਦੋਂ ਤੁਹਾਡੇ ਚਿੱਤ ਚ ਵੱਜਦੀ ਆ ਔਰ ਇਹਦੇ ਅੰਦਰ ਦਹੀਂ ਜਮਾ ਦੇਣਾ, ਅਸਰ ਹੋਣਾ ਹੀ ਹੋਣਾ। ਬਿਲਕੁਲ ਯਥਾਰਥ ਸੱਚ ਆ। ਦੁੱਧ ਦਾ ਤੇ ਦਹੀਂ ਦਾ ਕਨੈਕਸ਼ਨ ਜਦੋਂ ਹੋਇਆ, ਉਹਨੇ ਅਸਰ ਕਰਨਾ, ਇੱਕ ਰਿਐਕਸ਼ਨ ਹੋਵੇਗਾ। ਇਸ ਲਈ ਬਾਣੀ ਕਹਿੰਦੀ ਆ, ਉੱਪਰ ਵੀ ਕਹਿੰਦੀ ਹੈ ਕਿ ਜਦੋਂ ਪ੍ਰਮਾਤਮਾ ਦੀ ਸ਼ਰਨ ਜਾਵੇਂਗਾ ਤੇ ਰਿਐਕਸ਼ਨ ਹੋਣਾ, ਉਹ ਚੀਜ਼ਾਂ ਤੈਨੂੰ ਮਿਲਣੀਆਂ। ਠੀਕ ਹੈ ਜੀ, ਅੱਗੇ ਚਲੀਏ। ਰਹਾਓ ਸੰਖ ਚੱਕਰ ਮਾਲਾ ਤਿਲਕ। ਆਹ ਦੇਖ ਲਓ ਜੋਗੀ ਜਿਹੜੇ ਹੈਗੇ ਜਾਂ ਭਗਤੀ ਕਰਨ ਵਾਲੇ ਜਿਹੜੇ ਹੈਗੇ ਆ, ਜੇ ਉਹ ਸਾਰੇ ਬਾਹਰੋਂ ਦੇਖੋ, ਬਾਹਰੋਂ ਸ਼ੰਖ ਵੀ ਵਜਾਉਂਦੇ ਆ, ਚੱਕਰ ਵੀ ਬਥੇਰੇ ਚੱਕਰ ਜਿਹੜੇ ਹੈਗੇ ਦੇਖ ਕੇ, ਆਪਣੇ ਵੀ ਬਥੇਰੇ ਨੀਲਾ ਬਾਣਾ ਪਾਇਆ, ਉੱਤੇ ਚੱਕਰ ਲਾਉਂਦੇ ਆ, ਪੱਗ ਦੇ ਵਿੱਚ ਚੱਕਰ, ਕਹਿੰਦੇ ਮਾਲਾ ਵੀ ਪਾਉਂਦੇ ਆ ਭਾਈ, ਤਰ੍ਹਾਂ ਤਰ੍ਹਾਂ ਦੀਆਂ ਮਾਲਾ, ਹੱਥ ਦੇ ਵਿੱਚ ਵੀ ਮਾਲਾ, ਸਰਬਲੋ ਦੀ ਮਾਲਾ, ਕੋਈ ਗਲੇ 'ਚ ਸਰਬਲੋ ਦੀ ਮਾਲਾ ਜਾਂ ਹੋਰ ਮਾਲਾ, ਤੇ ਤਿਲਕ ਵੀ ਲਾਉਂਦੇ ਆ। ਆਪਣੇ ਵੀ ਜਿਹੜੇ ਹੈਗੇ ਸਾਰਾ ਡਰੈਸ ਕੋਡ ਸਾਰਾ ਕੁਛ ਕਰਦੇ ਆ। ਕਹਿੰਦੇ ਭਾਈ ਇਹ ਮਾਲਕ ਨੇ ਕਰ ਦੇਣਾ, ਉਹਨਾਂ ਨੂੰ ਡਰੈਸ ਕੋਡ ਮਾਲਕ ਨੇ ਦੇ ਦੇਣਾ, ਉਹਨਾਂ ਦੀ ਆਤਮਾ ਨੂੰ ਦੇ ਦੇਣਾ, ਅੰਦਰ ਦੇ ਦੇਣਾ ਉਹਨਾਂ ਦੀ ਆਤਮਾ ਨੂੰ, ਤੈਨੂੰ ਨਹੀਂ ਦਿਸਣਾ, ਉਹ ਧਰਮਰਾਜ ਨੂੰ ਦਿਸ ਜਾਣਾ ਹੈ। ਸੰਖ ਚੱਕਰ ਮਾਲਾ ਤਿਲਕ ਬਿਰਾਜਿਤ, ਉਹ ਤਾਂ ਐਸ ਦੇ ਨਾਲ ਬਿਰਾਜਿਤ ਆ ਭਾਈ, ਉਹਦੇ ਤਾਂ ਸੰਖ ਚੱਕਰ ਮਾਲਾ ਤਿਲਕ ਸਾਰੇ ਲੱਗੇ। ਉਹ ਤਾਂ ਪੂਰਾ ਦਾ ਪੂਰਾ ਜਿਹੜਾ ਹੈਗਾ ਪਰਮਾਤਮਾ ਦੇ ਦੇਸ਼ 'ਚ ਜਾਣ ਦਾ ਉਹਦੇ ਕੋਲ ਵੀਜ਼ਾ ਹੈਗਾ। ਦੇਖ ਪ੍ਰਤਾਪ ਜਮ ਡਰਿਓ, ਉਹਦਾ ਪ੍ਰਤਾਪ ਦੇਖ ਕੇ ਉਹਨੂੰ ਜਮਰਾਜ ਹੱਥ ਜੋੜ ਦਿੰਦਾ ਹੈ, ਉਹ ਧਰਮਰਾਜ ਹੱਥ ਜੋੜ ਦਿੰਦਾ ਹੈ। ਸੰਖ ਚੱਕਰ ਮਾਲਾ ਤਿਲਕ ਬਿਰਾਜਿਤ, ਦੇਖ ਪ੍ਰਤਾਪ ਜਮ ਡਰਿਓ, ਨਿਰਭਉ ਭਏ ਰਾਮ ਬਲ ਗਰਜਿਤ। ਕਹਿੰਦੇ ਉਹ ਤਾਂ ਨਿਰਭਉ ਹੋਇਆ ਪਿਆ ਹੈ ਭਾਈ, ਧਰਮਰਾਜ ਕੀ ਆ ਉਹਦੇ ਸਾਹਮਣੇ। ਕਹਿੰਦੇ ਉਹਦੇ ਅੰਦਰ ਤਾਂ ਰਾਮ ਦਾ ਬਲ ਆ ਗਿਆ ਭਾਈ, ਉਹਦੇ ਅੰਦਰ ਤਾਂ ਠਾਠਾ ਮਾਰ ਰਿਹਾ ਹੈ, ਉਹਦੇ ਅੰਦਰ ਨਾਮ ਠਾਠਾ ਮਾਰ ਰਿਹਾ ਹੈ ਭਾਈ, ਗਰਜ ਰਿਹਾ ਹੈ ਨਾਮ। ਨਿਰਭਉ ਭਏ ਰਾਮ ਬਲ ਗਰਜਿਤ, ਜਨਮ ਮਰਨ ਸੰਤਾਪ ਹਿਰਿਓ, ਉਹਦਾ ਤਾਂ ਜਨਮ ਮਰਨ ਦਾ ਸੰਤਾਪ ਕੋਈ ਚੁਰਾ ਕੇ ਲੈ ਗਿਆ, ਹਿਰ ਗਿਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ, ਇਹ ਗੱਲ ਬਿਲਕੁਲ 16 ਨੇ ਸੱਚ ਆ ਕਿ ਤੁਸੀਂ ਨਿਰਭਉ ਹੋ ਜਾਓਗੇ, ਤੁਹਾਨੂੰ ਕੋਈ ਭਉ ਨਹੀਂ ਪਰੇਸ਼ਾਨ ਕਰਦਾ। ਇੱਕ ਵੱਖਰੀ ਅਵਸਥਾ ਹੈ ਤੁਹਾਡੇ ਅੰਦਰ, ਜਦੋਂ ਉਹ ਆਤਮਾ ਤੱਤ ਦਾ ਅਨੁਭਵ ਪ੍ਰਾਪਤ ਹੋਇਆ ਨਾ ਤੁਹਾਨੂੰ, ਇੱਥੋਂ ਹੀ ਭਉ ਤੋਂ ਮੁਕਤ ਹੋ, ਚਿੰਤਾ ਤੋਂ ਮੁਕਤ ਹੋ ਜਾਓਗੇ, ਕਿਉਂਕਿ ਤੁਸੀਂ ਬੂੰਦ ਨਹੀਂ ਰਹਿ ਗਏ, ਸਾਗਰ ਹੋ ਗਏ। ਨਦੀ ਸੀ, ਜਿੰਨਾ ਚਿਰ ਸਮੁੰਦਰ ਤੋਂ ਦੂਰ ਸੀ ਨਦੀ ਸੀ, ਜਦੋਂ ਸਾਗਰ ਚ ਗਈ ਫਿਰ ਨਦੀ ਨਹੀਂ ਕੋਈ ਕਹਿੰਦਾ, ਉਹ ਸਾਗਰ ਦਾ ਰੂਪ ਹੋ ਗਈ ਹੈ। ਹੁਣ ਸਾਗਰ ਦੇ ਵਿੱਚ ਕਹਿੰਦੇ ਨੀ, ਬਾਣੀ ਚ ਪਹਿਲਾਂ ਵੀ ਆਇਆ ਸੀ ਕਿ ਤੁਹਾਡੇ ਅੰਦਰ ਇੱਕ ਵਿਸ਼ਾਲ ਪਰਬਤ ਪੈਦਾ ਹੋ ਜਾਏਗਾ। ਜਿੱਦਾਂ ਪਰਬਤ ਦੇ ਅੰਦਰ ਕੰਪਨ ਨਹੀਂ ਨਾ ਪੈਦਾ ਹੁੰਦੀ, ਉਸੇ ਤਰ੍ਹਾਂ ਤੁਹਾਡੇ ਅੰਦਰ ਕੰਪਨ ਪੈਦਾ ਨਹੀਂ ਹੋਈ। ਬਹੁਤ ਪਾਵਰਫੁਲ ਇੱਕ ਸ਼ਕਤੀ ਦੇ ਨਾਲ ਤੁਹਾਡਾ ਮਿਲਣ ਹੋ ਚੁੱਕਿਆ ਹੈ। ਇਸ ਕਰਕੇ ਤੁਹਾਨੂੰ ਚਿੰਤਾ ਪਰੇਸ਼ਾਨੀਆਂ, ਤੁਸੀਂ ਇੰਝ ਮਹਿਸੂਸ ਕਰੋਗੇ ਕਿ ਨਾ ਤੇ ਅੱਗੇ ਕੁਛ ਰਹਿ ਗਿਆ, ਨਾ ਪਿੱਛੇ ਕੁਛ ਰਹਿ ਗਿਆ। ਮੈਂ ਜਿੱਥੇ ਆ ਗਿਆ ਨਾ, ਉੱਥੇ ਗਤੀ ਨਹੀਂ ਹੈਗੀ, ਹੁਣ ਸਭ ਕੁਛ ਰੁਕ ਗਿਆ, ਇੱਕਦਮ ਚਿੱਤ ਸ਼ਾਂਤ ਹੋ ਗਿਆ, ਚਿੱਤ ਚ ਕੁਛ ਵੀ ਨਹੀਂ ਹੈਗਾ। ਬਾਹਰ ਜੇ ਤੁਸੀਂ ਵਹਿੰਦੇ ਪੈ ਜਾਓ ਨਾ, ਨੋਰਮਲੀ ਤੁਸੀਂ ਕੀ ਕਰ ਰਹੇ ਜੋ, ਜਦੋਂ ਤੁਸੀਂ ਬਾਜ਼ਾਰ ਜਾਓ ਕੇ ਵੇਖੋ, ਲੋਕਾਂ ਨੂੰ ਵੇਖੋ, ਟੀਵੀ ਵੇਖੋ, ਫਿਲਮਾਂ ਵੇਖੋ, ਤੁਹਾਡੇ ਚਿੱਤ ਚ ਤਰੰਗਾਂ ਪੈਦਾ ਹੋ ਜਾਂਦੀਆਂ। ਇਸੇ ਲਈ ਤੇ ਬਾਣੀ ਕਹਿੰਦੇ ਨੇ ਕਿ ਤੂੰ ਜੰਗਲ ਚ ਨਾ ਜਾਈਂ, ਕਿਉਂਕਿ ਜੰਗਲ ਚ ਤਾਂ ਕੁਝ ਹੈਗਾ ਨਹੀਂ ਆ। ਜਿਹੜਾ ਚਿੱਤ ਤੇਰੇ ਨਾਲ ਗਿਆ ਉਹਨੂੰ ਲਿਆ ਇੱਥੇ ਸਾਹਮਣੇ ਲਿਆਏਗਾ ਨਾ, ਤੇਰੇ ਸਾਹਮਣੇ। ਜਦੋਂ ਉਹਦੇ ਭੋਜਨ, ਤੁਹਾਡੀਆਂ ਇੰਦਰੀਆਂ ਦੇ ਭੋਜਨ ਹੈਗੇ, ਤੁਸੀਂ ਉਹਨਾਂ ਨੂੰ ਭੋਜਨਾਂ ਦੇ ਸਾਹਮਣੇ ਲੈ ਕੇ ਆਓ, ਫਿਰ ਪਤਾ ਲੱਗੂ। ਹੁਣ ਕੁੱਤੇ ਦੇ ਸਾਹਮਣੇ ਮੀਟ ਰੱਖੋ ਜਾਂ ਅੰਡਾ ਉਂਡਾ ਰੱਖੋ, ਤੇ ਫਿਰ ਵੇਖੋ ਉਹਦੇ ਮੂੰਹ ਤੇ ਕੀ ਬਣਦਾ। ਜੱਜ ਸਾਹਿਬ ਬਿਲਕੁਲ, ਫਿਰ ਪਤਾ ਲੱਗੂਗਾ ਕਿ ਉਹਦਾ ਢਿੱਡ ਭਰਿਆ ਕਿ ਨਹੀਂ ਭਰਿਆ। ਭਾਵੇਂ ਪਹਿਲਾਂ ਵੀ ਢਿੱਡ ਭਰਿਆ ਹੋਵੇ, ਉਹਨੇ ਹੋਰ ਖਾ ਲੈਣਾ ਤੇ ਵੇਖ ਕੇ ਲਾਲਾ ਸੁੱਟਣੀਆਂ। ਬਿਲਕੁਲ ਇਹੋ ਹਿਸਾਬ ਸਾਡੀਆਂ ਇੰਦਰੀਆਂ ਦਾ। ਤੁਸੀਂ ਜੰਗਲ ਚ ਚੱਲ ਗਏ, ਉੱਥੇ ਥੋੜੀ ਇੰਦਰੀਆਂ ਨੂੰ ਪਤਾ ਲੱਗਣਾ ਕੀ ਹੈ ਜਾਂ ਕੀ ਨਹੀਂ। ਸੰਸਾਰ ਚ ਆਏ ਤੇ ਇੰਦਰੀਆਂ ਦੇ ਵਿਸ਼ੇ ਨੇ, ਵਿਕਾਰ ਨੇ, ਇਹਨਾਂ ਨੂੰ ਕਿੱਥੋਂ ਰੋਕੋਗੇ?
ਹੱਥ ਤੇ ਤੁਸੀਂ ਰੋਕ ਲੋਗੇ ਆਪਣੇ, ਹੋ ਸਕਦਾ ਕਿ ਬੁੱਝ ਪਾਲੋਗੇ, ਪਰ ਅੱਖਾਂ ਦਾ ਕੀ ਕਰੋਗੇ, ਕੰਨਾਂ ਦਾ ਕੀ ਕਰੋਗੇ? ਬਹੁਤ ਪਾਵਰ ਨੇ, ਬੜੀਆਂ ਨਾਜ਼ੁਕ ਨੇ ਇਹ ਇੰਦਰੀਆਂ। ਉਦੋਂ ਸਾਮ ਹੋ ਜਾਂਦੀਆਂ ਨੇ, ਉਦੋਂ ਇਹ ਦੋਸ਼ ਤੋਂ ਮੁਕਤ ਹੋ ਜਾਂਦੀਆਂ ਨੇ ਜਦੋਂ ਤੁਸੀਂ ਨਿਰਭਉ ਪਦ ਪ੍ਰਾਪਤ ਕਰ ਲਿਆ। ਕਹਿਣ ਤੋਂ ਭਾਵ ਕਿ ਜਦੋਂ ਤੁਸੀਂ ਆਤਮਾ ਤੱਤ ਚ ਲੀਨ ਹੋ ਗਏ ਨਾ, ਇੰਦਰੀਆਂ ਵੀ ਸ਼ਾਂਤ ਹੋ ਜਾਣੀਆਂ। ਜਿੰਨਾ ਚਿਰ ਤੱਕ ਸਾਡਾ ਆਤਮਾ ਤੱਤ ਨਾਲ ਸੰਬੰਧ ਨਹੀਂ ਨਾ ਜੁੜਦਾ, ਉਹਨਾਂ ਚਿਰ ਤੱਕ ਇੰਦਰੀਆਂ ਚੰਚਲ ਰਹਿਣਗੀਆਂ। ਮੁੜ ਕੇ ਇੰਦਰੀਆਂ ਤੁਹਾਨੂੰ ਕੁਛ ਨਹੀਂ ਕਹਿਣ, ਜਿੱਥੇ ਮਰਜ਼ੀ ਤੁਰੇ ਫਿਰੋ। ਤੁਹਾਡੀ ਦ੍ਰਿਸ਼ਟੀ ਜਿਹੜੀ ਬਦਲ ਗਈ ਹੈ, ਜਿਹੜਾ ਅੰਦਰ ਸੀ ਨਾ ਵੇਖਣ ਵਾਲਾ, ਜਿਹੜਾ ਸ਼ੀਸ਼ਾ ਸੀ, ਜਿਹੜਾ ਲੈਂਜ ਲੱਗਿਆ ਸੀ, ਉਹ ਲੈਂਜ ਦੀ ਜਿਹੜੀ ਸੋਚ ਬਦਲ ਗਈ। ਹੁਣ ਨਹੀਂ ਉਦਾਂ ਵਹਿੰਦਾ, ਵੇਖੋਗੇ ਨਹੀਂ ਭੋਗ ਨੂੰ, ਉਹਨੂੰ ਭੋਗ ਚ ਵੀ ਜੋਗ ਨਜ਼ਰ ਆਊਗਾ। ਬਹੁਤ ਫਰਕ ਪੈ ਜਾਣਾ। ਔਰ ਇਹ ਸੱਚ ਹੈਗਾ। ਜਿੰਨਾ ਚਿਰ ਤੱਕ ਤੁਸੀਂ ਇੱਥੇ ਪਹੁੰਚੇ ਨਹੀਂ ਨਾ, ਤਾਂ ਕਬੀਰ ਜੀ ਦੀ ਬਾਣੀ ਦੀ ਤੁਕ ਸਿੱਧੀ ਨਹੀਂ ਹੁੰਦੀ। ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹ ਮੌਤ ਦੀ ਗੱਲ ਨਹੀਂ ਜੇ ਕਰਦੇ ਤੇ ਨਾ ਹੀ ਕਿਤੇ ਉਹਨਾਂ ਕਿਹਾ। ਉਹ ਜਿਉਂਦੇ ਜੀ ਇਹਨਾਂ ਚੀਜ਼ਾਂ ਦਾ ਜਦੋਂ ਸਾਡੇ ਅੰਦਰ ਅੰਤ ਹੁੰਦਾ ਹੈ ਨਾ, ਸਵੈ ਵਿੱਚ ਅਸਤ ਹੋਣਾ। ਸੂਰਜ ਸਾਡਾ ਜਿਹੜਾ ਸਾਡੇ ਅੰਦਰ ਅਸਤ ਹੋ ਜਾਣਾ, ਉਹਨੂੰ ਸਵੈ ਚ ਅਸਤ ਹੋਣਾ। ਜਦੋਂ ਤੁਸੀਂ ਸਵੈ ਵਿੱਚ ਅਸਤ ਹੋ ਗਏ ਨਾ, ਇੰਦਰੀਆਂ ਦੇ ਵਿਸ਼ੇ ਵਿਕਾਰ ਸਾਰੇ ਸ਼ਾਂਤ ਹੋ ਜਾਣ, ਕੁਛ ਵੀ ਨਹੀਂ ਪੈਦਾ ਹੋਊਗਾ। ਫਿਰ ਰਾਮਾਨੰਦ ਜੀ ਉਸੇ ਗੱਲ ਨੂੰ ਸਮਝਾ ਰਹੇ ਨੇ, ਕਤ ਜਾਈਏ ਰੇ ਘਰ ਲਾਗੋ ਲੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਪੰਗ। ਹੁਣ ਨਹੀਂ ਮੇਰਾ ਮਨ ਚਿੱਤ ਨਹੀਂ ਚੱਲਦਾ, ਰੁਕ ਗਿਆ। ਇਹਦਾ ਮਤਲਬ ਇੰਦਰੀਆਂ ਨਹੀਂ ਵੜ ਦਿੱਤੀਆਂ, ਇੰਦਰੀਆਂ ਵੀ ਹੈਗੀਆਂ ਨੇ, ਪਰ ਕਹਿੰਦੇ ਕਿ ਮੇਰਾ ਮਨ ਜਿਹੜਾ ਪੰਗ ਹੋ ਗਿਆ, ਹੁਣ ਨਹੀਂ ਚੱਲਦਾ। ਕਿਉਂ ਨਹੀਂ ਚੱਲਦਾ? ਕਿਉਂਕਿ ਉਹ ਰੰਗ ਲੱਗ ਗਿਆ। ਇਹਦਾ ਰੰਗ ਲੱਗ ਗਿਆ, ਆਤਮਾ ਦਾ ਰੰਗ ਲੱਗ। ਔਰ ਜਦੋਂ ਵੀ ਆਤਮਾ ਦਾ ਰੰਗ ਲੱਗਿਆ, ਇਹਨੇ ਦੂਜੇ ਰੰਗ ਸਾਰੇ ਤਾਰ ਦੇਣੇ ਆ। ਨਿੱਜਰ ਸਾਹਿਬ ਬਿਲਕੁਲ ਸਹੀ ਆ, ਬਿਲਕੁਲ ਸਹੀ ਆ, ਬਿਲਕੁਲ ਸਹੀ ਆ। ਬਹੁਤ ਪਾਵਰਫੁਲ ਰੰਗ ਆ। ਜਦੋਂ ਵੀ ਰੰਗ ਲੱਗਿਆ, ਇਹਨੇ ਦੂਜੇ ਰੰਗ। ਫਿਰ ਬਾਣੀ ਕਹਿੰਦੀ ਆ ਕਿ ਅਵਰ ਰਸ, ਪਤਾ ਨਹੀਂ ਤੁਕ ਹੈਗੀ, ਮੈਨੂੰ ਪਤਾ ਨਹੀਂ, ਕਿ ਛੁੱਟ ਗਏ ਜਾਂ ਕੁਛ ਹੋ ਗਿਆ ਤੇ ਅੱਗੇ ਗਏ। ਕਿਉਂਕਿ ਉਹ ਰਸ ਜਦੋਂ ਆਤਮਾ ਦਾ ਮਿਲਦਾ ਹੈ ਨਾ, ਉਹ ਰਸ ਆਪਣੇ ਆਪ ਹੀ ਤੁਹਾਡੇ ਤੇ। ਉਹ ਰਸ ਆਵਾ, ਇਹ ਰਸ ਨਹੀਂ ਪਾਵਾ। ਬਾਣੀ ਦਾ ਮੈਨੂੰ ਪਤਾ ਨਹੀਂ ਹੈਗਾ ਕੀ ਹੋ ਗਿਆ, ਪਰ ਮੈਨੂੰ ਪਤਾ ਬਾਣੀ ਕਿੱਥੇ ਕੀ ਕਹਿ ਰਹੀ ਹੈ। ਉਹ ਰਸ ਜਦੋਂ ਆਇਆ ਤੇ ਸਾਡੇ ਉਹ ਰਸ ਆਵਾ ਜੀ। ਹਾਂਜੀ, ਕਹਿੰਦੇ ਇਹ ਰਸ ਸਾਡੇ ਉਹ ਰਸ ਆਵਾ, ਉਹ ਰਸ ਆਵਾ, ਇਹ ਰਸ ਨਹੀਂ ਪਾਵਾ। ਬਸ ਬਸ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ, ਤੇ ਜਦੋਂ ਉਹ ਰਸ ਤੁਹਾਨੂੰ ਮਿਲ ਰਾਮ ਰਸ ਪੀਆ ਰੇ, ਇਹ ਰਸ ਬਿਸਰ ਗਏ ਰਸ ਔਰ। ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਵੀ ਕਬੀਰ ਜੀ ਹੈ। ਬਿਨ ਰਸ ਚੱਕ ਕੇ ਬੁੱਢ ਗਈ ਸਗਲੀ। ਹਾਂ, ਬਿਨ ਰਸ ਚੱਕ ਕੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਹਾਂਜੀ, ਬਿਲਕੁਲ ਸਹੀ ਹੈ। ਸਹੀ ਹੈ, ਸਹੀ ਹੈ। ਸੰਗਤ ਦੇਖ ਲਓ, ਜਿਹੜੀ ਗੁਰਕੀ ਸਾਹਿਬ ਸੰਗਤ ਬਹੁਤ ਵਧੀਆ ਸੰਗਤ ਹੈ। ਇਹ ਜੀ ਸੰਗਤ ਵੀ ਨਹੀਂ ਲੱਭਣੀ ਭਾਈ, ਇਹ ਜਿਹਾ ਗਿਆਨ ਵੀ ਨਹੀਂ ਲੱਭਣਾ ਪਿਆਰਿਓ। ਦੋਨੋਂ ਹੀ ਹੁਣ ਇੱਕ ਮਿਕ ਹੋਏ ਪਏ। ਪੂਰਾ ਓਕੇ ਰਿਪੋਰਟ ਹੋਈ ਪਈ ਹੈ ਜੀ। ਬਹੁਤ ਵਧੀਆ, ਬਹੁਤ ਵਧੀਆ। ਹਾਂਜੀ, ਹਾਂ। ਉੱਥੇ ਸਾਧ ਸੰਗਤ ਜੀ, ਉਹ ਰਸ ਜਿਹੜਾ ਹੈ ਨਾ, ਉਹ ਰਸ ਤੁਸੀਂ ਵੇਖੋ, ਜਦੋਂ ਤੁਸੀਂ ਸ਼ਹਿਦ ਪੀ ਲਿਆ ਨਾ, ਤੁਸੀਂ ਖੰਡ ਨੂੰ ਕੁਛ ਵੀ ਨਹੀਂ ਸਮਝਣਾ। ਤੁਹਾਨੂੰ ਪਤਾ ਲੱਗਣਾ ਕਿ ਮੈਂ ਇਸ ਤੋਂ ਟੌਪ ਦਾ ਰਸ ਪੀ ਲਿਆ। ਜਦੋਂ ਕਿਸੇ ਨੇ ਆਤਮਾ ਰੂਪੀ ਰਸ ਪੀ ਲਿਆ ਨਾ, ਇਹ ਰਸ ਜਿਹੜੇ ਨੇ, ਇਹ ਦੇਖੋ, ਇਹਨਾਂ ਰਕਸਾਂ ਨੂੰ ਕੌਣ ਅਨੁਭਵ ਕਰਦਾ ਹੈ? ਸਾਡਾ ਸਰੀਰ ਜਿਹੜਾ ਜੜ ਹੈ। ਜਦੋਂ ਸੁਰਤੀ ਉਸ ਰਸ ਨੂੰ ਪੀਂਦੀ ਹੈ, ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਇਹ ਰਸ ਜਿਹੜੇ ਬਹੁਤ ਹਲਕੇ ਫੁਲਕੇ ਨੇ। ਉਹ ਪਲੱਸ ਇਹ ਰਸ ਜਿਹੜੇ ਨੇ ਟੈਂਪਰੇਰੀ ਨੇ। ਹੁਣ ਤੁਹਾਨੂੰ ਰੋਟੀ ਖਾਣ ਤੇ ਬੜਾ ਚੰਗਾ ਲੱਗਦਾ, ਤੁਸੀਂ ਕਿੰਨਾ ਚਿਰ ਖਾਓਗੇ ਰੋਟੀਆਂ? ਅੱਧਾ ਘੰਟਾ, 5 ਰੋਟੀਆਂ, 7 ਖਾ ਲੋਗੇ, 10 ਖਾ ਲੋਗੇ, ਕਿੰਨੀਆਂ ਕੁ ਸਬਜ਼ੀਆਂ ਖਾਓਗੇ? ਥੱਕ ਜਾਣਾ। ਅੰਮ੍ਰਿਤ ਪੀ ਕੇ ਵੇਖੋ, ਕੋਈ ਵੀ ਠੰਡੇ ਜਲ ਜੁਲ ਪੀ ਕੇ ਵੇਖੋ, ਘੰਟਾ 2-4 ਗਲਾਸ ਪੀਤੇ, ਮੁੜ ਕੇ ਕਹਿਣਾ ਛੱਡੋ ਖੜਾ ਜੀ। ਚੁਗਲੀ ਚੰਗੀ ਲੱਗਦੀ ਆ। ਕਿੰਨਾ ਚਿਰ ਸੁਣ ਸਕਦੇ ਜੋ? 20 ਮਿੰਟ, 30 ਮਿੰਟ, 4 ਘੰਟੇ, ਦਿਨ, 5 ਦਿਨ, ਹਫ਼ਤਾ, ਮਹੀਨਾ। ਦੇਖਣਾ ਦਫਾ ਕਰੋ। ਅੱਖਾਂ ਦੇ ਨਾਲ ਕੁਝ ਚੀਜ਼ ਚੰਗੀ ਲੱਗਦੀ ਆ, ਵੇਖੋ 2-4 ਘੰਟੇ ਕਿਸੇ ਤਸਵੀਰ ਨੂੰ, ਤੁਸੀਂ ਕਹਿਣਾ ਛੱਡੋ ਖੜਾ ਜੀ, ਅੱਗੇ ਚੱਲੀਏ। ਤੁਹਾਡਾ ਦਿਲ ਕਰਦਾ ਬੋਲਣ ਨੂੰ, ਕਿੰਨਾ ਚਿਰ ਬੋਲੋਗੇ? ਘੰਟਾ, 2 ਘੰਟੇ, ਥੱਕ ਜਾਣਾ ਤੂੰ। ਹਰ ਚੀਜ਼ ਦਾ ਟੈਂਪਰੇਰੀ ਉਹਦਾ ਇੱਕ ਅੰਤ ਹੈਗਾ। ਪਰ ਜਦੋਂ ਤੁਸੀਂ ਆਤਮਾ ਰੂਪੀ ਰਸ ਨੂੰ ਅਨੁਭਵ ਕੀਤਾ ਨਾ, ਉਹ ਜਿੰਨਾ ਵਾਹਿਗੁਰੂ ਜੀ, ਤੁਹਾਡਾ ਮਾਈਕ ਆਨ ਹੋ ਗਿਆ। ਜਦੋਂ ਤੁਸੀਂ ਆਤਮਾ ਤੱਤ ਦਾ ਅਨੁਭਵ ਕੀਤਾ ਨਾ, ਉਹ ਰਸ ਜਿਹੜਾ ਹੈ ਨਾ, ਉਹ ਹੋਰ ਮਿੱਠਾ, ਹੋਰ ਮਿੱਠਾ, ਹੋਰ ਮਿੱਠਾ, ਹੋਰ ਮਿੱਠਾ। ਉੱਥੇ ਜਾ ਕੇ ਨਾ ਇੱਕ ਅਵਸਥਾ ਆ ਜਾਂਦੀ ਹੈ, ਤੁਸੀਂ ਖੁਦ ਹੀ ਰੁਕ ਜਾਣਾ ਹੈ।
ਕਿਉਂਕਿ ਉਹ ਰਸ ਜਿਹੜਾ ਹੈ ਨਾ, ਉਹਨੂੰ ਬਰਦਾਸ਼ਤ ਕਰਨ ਦੇ ਲਈ ਵੀ ਤੁਹਾਡੇ ਅੰਦਰ ਸ਼ਕਤੀ ਚਾਹੀਦੀ। ਪਰਮਾਤਮਾ ਬਹੁਤ ਪਾਵਰਫੁਲ ਹੈ। ਪਰਮਾਤਮਾ ਦੇ ਸਾਹਮਣੇ ਜਾਣਾ ਕੋਈ ਬੱਚਿਆਂ ਦਾ ਖੇਲ ਨਹੀਂ। ਇਸ ਲਈ ਤੁਹਾਨੂੰ ਕਹਿੰਦਾ 2-3 ਸਾਲ ਲੱਗ ਜਾਣੇ ਤੁਹਾਨੂੰ ਉੱਥੇ ਪਹੁੰਚਣ ਦੇ ਲਈ, ਕਿਉਂਕਿ ਚੇਤਨ ਹੈ ਉਹ ਸ਼ੁੱਧ ਚੇਤਨ। ਉਹਦੇ ਸਾਹਮਣੇ ਜਾਣਾ ਕੋਈ ਬੱਚਿਆਂ ਦਾ ਖੇਲ ਨਹੀਂ। 2-2.5 ਸਾਲ ਤੁਹਾਡੀ ਕੇਵਲ ਤਿਆਰੀ ਤੇ ਲੱਗਣੇ ਨੇ। ਇਹ ਨਹੀਂ ਕਿ ਪਰਮਾਤਮਾ ਮਨਾ ਕਰ ਰਿਹਾ, ਤੁਹਾਡੇ ਚ ਦਮ ਹੀ ਨਹੀਂ ਹੈਗਾ, ਉਹਨੂੰ ਹਜਮ ਕਰ ਲਓ। ਬਹੁਤ ਵਧੀਆ ਜੀ, ਬਹੁਤ ਵਧੀਆ, ਬਿਲਕੁਲ ਸਹੀ ਹੈ। ਤੁਸੀਂ ਜਦੋਂ ਵੀ ਇਹਦੇ ਸਾਹਮਣੇ ਜਾਂਦੇ ਵੀ ਕਿੱਦਾਂ ਸਰੀਰ ਕੰਬਦਾ, ਉਹਦੇ ਸਾਹਮਣੇ ਖਲੋਣਾ ਬੱਚਿਆਂ ਦਾ ਖੇਲ ਹੈ। ਪਰਮਾਤਮਾ ਹੈ ਉਹ। ਜਿੱਥੇ ਬਾਹਰ ਬੋਲਤੇ ਰਹੇ ਫਿਰਦੇ, ਇਹ ਪਰਮਾਤਮਾ ਕੁਛ ਨਹੀਂ ਕਹਿੰਦਾ, ਇਹ ਤੇ ਨਕਲੀ ਪਰਮਾਤਮਾ। ਅਸਲੀ ਪਰਮਾਤਮਾ ਦੇ ਸਾਹਮਣੇ ਜਾਣਾ 2-2.5 ਸਾਲ 3 ਸਾਲ ਕੀ ਤੁਹਾਡੀ ਜ਼ਿੰਦਗੀ ਵੀ ਲੱਗ ਸਕਦੀ ਹੈ। ਪਾਵਰਫੁਲ ਚੀਜ਼ ਹੈ ਉਹ। ਤੇ ਸਾਹਮਣੇ ਜਾਣਾ, ਪਹਿਲੀ ਗੱਲ ਤੁਹਾਡੀਆਂ ਸਰੀਰ ਦੀ ਤਿਆਰੀ ਚਾਹੀਦੀ ਉੱਥੇ ਜਾਣ ਦੇ ਲਈ। ਹਾਂ ਬਿਲਕੁਲ ਸਹੀ ਹੈ। ਇੱਥੇ 150 ਕਿਲੋ ਵਜਨ ਚੁਕਾਓ ਮੈਨੂੰ, ਮੈਂ ਚੁੱਕੂੰਗਾ। ਮੈਂ 20 ਕਿਲੋ ਚੁੱਕਣ ਜੋਗਾ। ਮੈਂ ਜਿਮ ਜਾਊਂਗਾ, ਹਰ ਦਿਨ ਵਜਨ ਚੁੱਕੂੰਗਾ। ਜਿਹੜਾ ਵਜਨ ਮੈਨੂੰ ਅੱਜ ਭਾਰਾ ਲੱਗਦਾ ਕੱਲ ਨੂੰ ਹੌਲਾ ਲੱਗੂਗਾ। ਉਸ ਤੋਂ ਬਾਅਦ ਮੇਰੀ ਕਪੈਸਿਟੀ, ਮੇਰੇ ਮਸਲ ਹੋਰ ਸਟਰੋਂਗ ਹੋਣਗੇ, ਮੇਰੇ ਮਸਲ ਹੋਰ ਸਟਰੋਂਗ ਹੋਣਗੇ। ਇੱਕ ਸਮਾਂ ਆਊਗਾ 1.5 ਕੁਇੰਟਲ ਮੈਂ ਵਜਨ ਚੁੱਕ ਲੂੰਗਾ। ਇਸੇ ਤਰ੍ਹਾਂ ਚੇਤਨਾ ਨੂੰ, ਪ੍ਰਮਾਤਮਾ ਨੂੰ ਅਨੁਭਵ ਕਰਨ ਦੇ ਲਈ ਤੁਹਾਡੇ 'ਚ ਸ਼ਕਤੀ ਚਾਹੀਦੀ ਹੈ। ਜਿੱਦਾਂ ਆਮ ਬੰਦਾ ਨਹੀਂ ਨਾ ਵਜਨ ਚੁੱਕ ਸਕਦਾ, ਉਦਾਂ ਡਾਇਰੈਕਟ ਤੁਸੀਂ ਕਹਿ ਤੁਹਾਨੂੰ ਪਤਾ ਕੁਝ ਨਹੀਂ ਲੱਗਣਾ। ਬਾਰ-ਬਾਰ ਜਾਣਾ, ਬਾਰ-ਬਾਰ ਜਾਣਾ। ਇਸੇ ਲਈ ਬਾਣੀ ਕਹਿੰਦੀ ਹੈ ਅਭਿਆਸ, ਅਭਿਆਸ ਕਰਨਾ ਪਊਗਾ। ਧਿਆਨ ਸਿਮਰਨ ਦਾ ਅਭਿਆਸ ਕਰਦੇ ਜਾਣਾ, ਕਰਦੇ ਜਾਣਾ। ਤੁਹਾਡੇ ਅੰਦਰ ਕਪੈਸਿਟੀ ਬਿਲਡ ਹੋਊਗੀ। ਫਿਰ ਇੱਕ ਦਿਨ ਆਊਗਾ, ਫਿਰ ਰਾਮ ਕਬੀਰਾ ਏਕ ਭਏ ਕੋਈ ਨਾ ਸਕੇ ਪਛਾਣੀ। ਹਾਂ ਬਿਲਕੁਲ। ਇਹ ਤੇ ਆਮੇ ਸਾਹਮਣੇ ਟੱਕਰ ਹੁੰਦੀ, ਉਧਰੋਂ ਉੱਥੇ ਸਾਹਮਣੇ ਖਲੋਤਾ ਅਗਲਾ ਤੇ ਤੁਸੀਂ ਇੱਧਰ ਖਲੋਤੇ। ਹਲਚਲ ਉਹਦੇ ਚ ਵੀ ਨਹੀਂ ਤੇ ਹਲਚਲ ਤੁਹਾਡੇ ਚ ਵੀ ਨਹੀਂ। ਮਜ਼ਾ ਤਾਂ ਆਉਣਾ। ਫਿਰ ਪਰਮਾਤਮਾ ਕਹਿੰਦਾ ਬੰਦਾ ਬੜੀ ਦੂਰ ਤੱਕ ਆ ਗਿਆ। ਵਾਹ ਵੀ ਵਾਹ। 4 ਮਿੰਟ ਚ ਲੰਘ ਕੇ ਵੀ ਅੱਗੇ ਆ ਗਿਆ। ਸੰਸਾਰ ਨੂੰ ਕੱਢਦਾ, ਰਜੋ ਤਮੋ ਸਤੋ ਗੁਣ ਨੂੰ ਕੱਢਦਾ। ਜਾਗਰਤ ਸਪਨ ਸੁਖਾਪਤੀ ਕੱਟਦੀ ਹੈ। ਦੁਰਗਾ ਚ ਆ ਕੇ ਖਲੋ ਗਿਆ, ਸਾਹਮਣੇ ਖਲੋ ਗਿਆ ਮੇਰੇ ਆ। ਫਿਰ ਉੱਥੇ ਕਹਿੰਦੇ ਕੱਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਿਓ ਅਪੰਗ। ਅਪੰਗ ਪੰਗ। ਠੀਕ ਹੈ ਜੀ। ਇਹ ਅਵਸਥਾ ਸਾਰੀ ਉਹੀ ਹੈ। ਆਤਮਾ ਤੱਤ ਦੇ ਸਾਹਮਣੇ ਜਦੋਂ ਤੁਸੀਂ ਖਲੋਗੇ ਨਾ, ਜਿੱਦਾਂ ਸ਼ੀਸ਼ੇ ਦੇ ਸਾਹਮਣੇ ਨਾ ਆਪਾਂ ਖਲੋ ਜਾਂਦੇ, ਉਸੇ ਤਰ੍ਹਾਂ ਹੀ ਤੁਸੀਂ ਬ੍ਰਹਮ ਦੇ ਸਾਹਮਣੇ ਖਲੋਣਾ। ਫਿਰ ਉੱਥੇ ਜਾ ਕੇ ਵੇਖਣਾ ਹੈ ਫਿਰ ਇੱਥੇ ਕਿਉਂ ਬ੍ਰਹਮ ਗਿਆਨੀ ਕਹਿ ਕੇ ਗਏ ਨੇ। ਉੱਥੇ ਕੋਈ ਸੂਰਜ ਨਹੀਂ, ਉੱਥੇ ਕੋਈ ਧਰਤੀ ਨਹੀਂ, ਉੱਥੇ ਕੋਈ ਟਾਈਮ ਨਹੀਂ ਹੈਗਾ, ਉੱਥੇ ਕੋਈ ਚਾਨਣ ਨਹੀਂ ਹੈਗਾ, ਉੱਥੇ ਕੋਈ ਹਨੇਰਾ ਨਹੀਂ ਹੈਗਾ, ਕਿਉਂਕਿ ਉੱਥੇ ਉਹ ਇਕੱਲਾ ਹੀ ਰਹਿ ਗਿਆ। ਔਰ ਅਸੀਂ ਵੀ ਉਹਨੂੰ ਉਦੋਂ ਹੀ ਅਨੁਭਵ ਕਰਦੇ ਹਾਂ ਜਦੋਂ ਅਸੀਂ ਉਹਦੇ ਵਰਗੇ ਹੋ ਜਾਂਦੇ ਹਾਂ। ਚਾਹੇ ਛੋਟੇ ਰੂਪ ਦੀ ਹੋ ਜਾਈਏ, ਬੂੰਦ ਸਾਗਰ ਚ ਗਈ ਆ, ਜਦੋਂ ਆਪਣਾ ਰੂਪ ਤਿਆਗ ਦਿੰਦੀ ਤਾਂਹੀਓ ਸਾਗਰ ਹੁੰਦੀ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਔਰ ਅਸੀਂ ਉੱਥੇ ਉਹਨੂੰ ਅਨੁਭਵ ਕਰਦੇ ਹਾਂ। ਕਦੋਂ ਕਰਦਾ ਬੰਦਾ ਕੋਈ, ਜਦੋਂ ਕੋਈ ਬੰਦਾ ਮਿਟਣ ਨੂੰ ਤਿਆਰ ਹੋ ਜਾਂਦਾ ਹੈ। ਨਦੀ ਸਾਗਰ ਨਹੀਂ ਹੋ ਸਕਦੀ, ਉਦੋਂ ਹੁੰਦੀ ਆ ਜਦੋਂ ਮਿਟ ਜਾਂਦੀ ਆ। ਅਸੀਂ ਵੀ ਉਦੋਂ ਹੀ ਬ੍ਰਹਮ ਹੋ ਜਾਵਾਂਗੇ ਜਦੋਂ ਅਸੀਂ ਮਿਟ ਜਾਵਾਂਗੇ। ਉਸੇ ਨੂੰ ਮੰਤਰਾ ਕਹਿੰਦੇ ਨੇ। ਕਹਿੰਦੇ ਆ ਜਿਸ ਮਰਨੀ ਸੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜਦੋਂ ਮੈਂ ਮਿਟ ਗਿਆ, ਮੈਂ ਸਮੁੰਦਰ ਚ ਲੀਨ ਹੋ ਗਿਆ, ਫਿਰ ਮੈਂ ਦੇਖਿਆ ਉਹਨੂੰ, ਫਿਰ ਉਹਨੂੰ ਮੈਂ ਜਾਣਿਆ। ਮੌਤ ਨੂੰ ਮਰਨਾ ਨਹੀਂ ਕਿਹਾ ਕਦੇ। ਮੌਤ ਕਦੇ ਵੀ ਕਿਸੇ ਚੀਜ਼ ਦਾ ਅੰਤ ਨਹੀਂ ਹੈਗੀ। ਮਰਨਾ ਸਾਡੀਆਂ ਇਛਾਵਾਂ ਦਾ ਮਰ ਜਾਣਾ, ਸਾਡੀਆਂ ਕਾਮਨਾਵਾਂ ਦਾ ਮਰ ਜਾਣਾ, ਸਾਡੀਆਂ ਵਾਸ਼ਨਾਵਾਂ ਦਾ ਮਰ ਜਾਣਾ, ਸਾਡੀ ਹਉਮੈ ਦਾ ਮਰ ਜਾਣਾ, ਉਹੀ ਮਰਨਾ ਹੈ। ਸਰੀਰ ਦੇ ਮਰਨ ਦੇ ਨਾਲ ਬੰਦਾ ਨਹੀਂ ਜੋ ਮਰਦਾ। ਹਾਂਜੀ ਨਿਜੋ ਸਾਹਿਬ ਅੱਗੇ ਚੱਲੀਏ। ਤੀਸਰਾ ਬੰਦ ਅੰਬਰੀਕ। ਹੁਣ ਮਹਾਰਾਜ ਦੇਖ ਲਓ ਉੱਪਰ ਸਾਰਾ ਦੱਸਤਾ ਬਈ ਜਿਹੜੀ ਹੈਗੀ ਪੂਰੀ ਦੀ ਪੂਰੀ ਜੀਵਨ ਕਿਹੜੇ ਪਾਸੇ ਲਾਉਣਾ ਆ। ਉਹ ਸਾਰਾ ਦਾ ਸਾਰਾ ਆਪਾਂ ਨੂੰ ਸਟਾਰਟ ਤੋਂ ਲੈ ਕੇ ਮਹਾਰਾਜ ਨੇ ਹਰ ਇੱਕ ਚੀਜ਼ ਦੱਸ ਦਿੱਤੀ ਹੈ। ਮੁਕਤੀ ਤੋਂ ਸ਼ੁਰੂ ਕੀਤੀ ਸੀ ਗੱਲ, ਔਰ ਜਿਹੜਾ ਹੈਗਾ ਇਹ ਨਿਰਭਉ ਹੋ ਗਏ। ਧਰਮਰਾਜ ਵੀ ਡਰਨ ਲੱਗ ਪਿਆ। ਅਤੇ ਅੱਗੇ ਹੁਣ ਦੱਸ ਰਹੇ ਭਾਈ, ਸੈਂਪਲ ਦੇ ਰਹੇ ਮਹਾਰਾਜ ਬਈ ਇਹ ਖਾਲੀ ਗੱਲਾਂ ਨਹੀਂ ਹੈਗੀਆਂ ਭਾਈ। ਆ ਲੈ ਮੈਂ ਤੈਨੂੰ ਦੱਸਦਾ ਹਾਂ ਭਾਈ, ਵੈਰੀਫਾਈ ਕਰ ਲਾ ਆਪਣੇ ਆਪ। ਅੰਬਰੀਕ ਕੋ ਦਿਓ ਅਭੈ ਪਦ, ਰਾਜ ਭਵੀਖਨ ਅਧਿਕ ਕਰਿਓ। ਦੇਖ ਲਓ ਭਾਈ, ਅੰਬਰੀਕ ਜਿਹੜਾ ਸੀਗਾ ਇਹ ਸੂਰਜਵੰਸ਼ੀ ਰਾਜਾ ਸੀਗਾ ਔਰ ਪਰਮਾਤਮਾ ਦੀ ਭਗਤੀ ਕਰਦਾ ਸੀਗਾ ਇਹ। ਔਰ ਇਹ ਜਿਹੜਾ ਹੈਗਾ ਦੁਰਵਾਸਾ ਰਿਸ਼ੀ ਜਿਹੜਾ ਇਹਦੇ ਕੋਲ ਗਿਆ ਅਤੇ ਉਹ ਜਿਹੜਾ ਹੈਗਾ ਉਹ ਕਿਸੇ ਗੱਲੋਂ ਜਿਹੜਾ ਹੈਗਾ ਉਹਦੀ ਖਾਤਰਦਾਰੀ ਨਹੀਂ ਹੋਈ ਚੰਗੀ। ਅਤੇ ਉਹ ਬਸ ਉਹ ਤਾਂ ਲੱਗਿਆ, ਕਿਉਂਕਿ ਰਿਸ਼ੀਆਂ ਦਾ ਆਖੇ ਇਹਨਾਂ ਦਾ ਕਰੋਧ ਤਾਂ
ਇਹਨਾਂ ਦਾ ਕ੍ਰੋਧ ਹੀ ਇਹਨਾਂ ਦੇ ਕੰਟਰੋਲ 'ਚ ਨਹੀਂ ਹੁੰਦਾ ਸੀ। ਰਿਸ਼ੀ ਸਾਰੇ ਜਿਹੜੇ ਅਸੀਂ ਕਾਮ ਵਗੈਰਾ ਜਿਹੜੇ ਹੈਗੇ ਹੋਰ ਸਾਰੇ ਕ੍ਰੋਧ ਇੱਕ ਕੰਟਰੋਲ, ਕ੍ਰੋਧ ਜਿਹੜਾ ਹੈਗਾ ਇਹਨਾਂ ਦਾ ਪੂਰਾ ਪ੍ਰਬਲ ਹੋ ਜਾਂਦਾ ਸੀਗਾ, ਬਾਕੀ ਭਾਵੇਂ ਕੰਟਰੋਲ ਕਰ ਲੈਣ। ਅਤੇ ਉਹ ਲੱਗਿਆ ਸ਼ਰਾਪ ਦੇਣ ਵਾਸਤੇ, ਅਤੇ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਨਹੀਂ ਦੇਣ ਦਿੱਤਾ। ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਉਹ ਸ਼ਰਾਪ ਦੇਣ ਲੱਗਾ, ਅਤੇ ਉੱਧਰੋਂ ਕਹਿੰਦੇ ਜੀ ਵਿਸ਼ਨੂੰ ਨੇ ਚੱਕਰ ਛੱਡਤਾ ਆਪਣਾ, ਜਾ ਕੇ ਜਿਹੜਾ ਹੈਗਾ ਸੁਦਰਸ਼ਨ ਚੱਕਰ ਛੱਡਤਾ। ਉਹ ਭੱਜਿਆ ਫਿਰ ਰਿਸ਼ੀ ਜਾਨ ਬਚਾਉਣ ਵਾਸਤੇ, ਪਰ ਕਿਸੇ ਨੇ ਉਹਦੀ ਮਦਦ ਨਹੀਂ ਕੀਤੀ। ਦੁਰਵਾਸਾ ਦੀ ਮਦਦ ਕੀਤੀ ਉਸੇ ਅਮਰੀਕ ਨੇ ਹੀ ਮਦਦ ਕੀਤੀ। ਅਮਰੀਕ ਕੋ ਦਿਓ ਅਭੈ ਪਦ, ਅਮਰੀਕ ਨੂੰ ਅਭੈ ਪਦ ਦੇ ਦਿੱਤਾ। ਰਾਜ ਭਵੀਖਨ ਅਧਿਕ ਕਰਿਓ, ਔਰ ਦੇਖ ਲਓ ਰਾਵਣ ਤੋਂ ਜਿਹੜਾ ਹੈਗਾ ਭਵੀਖਨ ਨੂੰ ਰਾਜ ਦਵਾ ਕੇ ਔਰ ਪੂਰਾ ਜਿਹੜਾ ਹੈਗਾ ਵੱਡਾ ਰਾਜ ਭਵੀਖਨ ਦਾ ਹੋ ਗਿਆ। ਨੌਨਿਧ ਠਾਕੁਰ ਦੀ ਦਈ ਸੁਦਾਮੈ, ਸੁਦਾਮਾ ਨੂੰ 9 ਨਿਧੀਆਂ 18 ਸਿੱਧੀਆਂ ਦੇ ਦਿੱਤੀਆਂ। ਇੰਨਾ ਗਰੀਬ ਸੀਗਾ, ਚੌਲ ਵੀ ਨਹੀਂ ਸੀਗੇ ਇਹਦੇ ਕੋਲ, ਚੌਲ ਹੀ ਲੈ ਕੇ ਗਿਆ ਸੀ, ਕੁਛ ਵੀ ਨਹੀਂ ਸੀਗਾ ਵਿਚਾਰੇ ਕੋਲ ਕ੍ਰਿਸ਼ਨ ਜੀ ਦੇ ਕੋਲ ਲਿਜਾਣ ਵਾਸਤੇ। ਧਰੂ ਅਟਲ ਅਜਹੂ ਨਾ ਟਰਿਓ, ਧਰੂ ਦੇਖ ਲਓ ਕਹਿੰਦੇ ਆ ਜੀ ਧਰੂ ਤਾਰਾ, ਉਹ ਧਰੂ ਦਾ ਧਰੂ ਮੰਡਲ ਆ, ਸਾਰੇ ਤਾਰੇ ਸਾਰੇ ਘੁੰਮਦੇ ਆ, ਇੱਕ ਧਰੂ ਤਾਰਾ ਨਹੀਂ ਘੁੰਮਦਾ ਬਾਈ। ਪਤਾ ਨਹੀਂ ਉਹਦਾ ਹੁਣ ਉੱਥੇ ਕਿਵੇਂ ਜਾਈਏ ਬਈ ਧਰੂ ਨੂੰ ਦੇਖਣ ਵਾਸਤੇ, ਜਿਹੜਾ ਰਾਜ ਕਰ ਰਿਹਾ ਹੈ ਧਰੂ। ਇਸ ਤਰ੍ਹਾਂ ਪਰਮਾਤਮਾ ਰਾਜ ਦੇ ਦਿੰਦਾ ਹੈ ਭਾਈ। ਧਰੂ ਅਟਲ ਅਜਹੂ ਨਾ ਟਰਿਓ, ਹਾਲੇ ਤੱਕ ਵੀ ਨਹੀਂ ਟਰਿਆ ਭਾਈ। ਨੌਨਿਧ ਠਾਕੁਰ ਦਈ ਸੁਦਾਮੇ, ਧਰੂ ਅਟਲ ਅਜਹੂ ਨਾ ਟਰਿਓ। ਭਗਤ ਹੇਤ ਮਾਰਿਓ ਹਰਨਾਕਸ਼, ਹਰਨਾਕਸ਼ ਨੂੰ ਦੇਖ ਲਓ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਆਪਣੇ ਬੱਚੇ ਨੂੰ ਜਿਹੜਾ ਹੈਗਾ ਭਗਤੀ ਨਹੀਂ ਕਰਨ ਦਿੰਦਾ ਸੀ, ਉਹਨੂੰ ਮਾਰਨਾ ਚਾਹੁੰਦਾ ਸੀ। ਪਰਮਾਤਮਾ ਆਪ ਪ੍ਰਗਟ ਹੋ ਗਿਆ, ਨਰਸਿੰਘ ਰੂਪ ਹੋਏ ਦੇ ਧਰਿਓ, ਉਹਨੇ ਨਰਸਿੰਘ ਰੂਪ ਹੋ ਕੇ ਸਰੀਰ ਲਿਆ ਔਰ ਜਿਹੜਾ ਹੈਗਾ ਉਹਨੂੰ ਹਰਨਾਕਸ਼ ਨੂੰ ਮਾਰ ਦਿੱਤਾ। ਭਗਤ ਹੇਤ, ਭਗਤ ਨੂੰ ਬਚਾਉਣ ਦੇ ਵਾਸਤੇ। ਨਾਮਾ ਕਹੈ, ਆਖਰੀ ਲਾਈਨ, ਨਾਮਾ ਕਹੈ ਭਗਤ ਬਸ ਕੇਸਵ। ਇਹ ਤਾਂ ਜੀ ਨਾਮਦੇਵ ਜੀ ਬਹੁਤ ਹੀ ਕਮਾਲ ਲੈ ਕੇ ਤੁਸੀਂ ਕਹਿੰਦੇ ਮਾਲਕ ਪਰਮਾਤਮਾ ਤੱਕ ਭਗਤੀ ਦੇ ਵਸ ਦੇ ਵਿੱਚ ਆ ਭਾਈ। ਜਿਹੜਾ ਵੀ ਭਗਤੀ ਕਰੂਗਾ ਪਰਮਾਤਮਾ ਵਸ ਦੇ ਵਿੱਚ ਆ ਭਗਤੀ ਦੇ। ਲਾਜ਼ਮੀ ਮਾਲਕ ਨੇ ਜਿਹੜਾ ਹੈਗਾ ਉਹਨੂੰ, ਉਹ ਮਾਲਕ ਜਿਹੜਾ ਗਲੈਕਸੀਆਂ ਕਮਾਉਣ ਵਾਲਾ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਭਗਤੀ ਕਰ ਰਿਹਾ। ਭਗਤੀ ਦੇ ਤਾਂ ਵਸ 'ਚ ਆ ਉਹ ਮਾਲਕ ਪਰਮਾਤਮਾ। ਨਾਮਾ ਕਹੇ ਭਗਤ ਬਸ ਕੇਸ਼ਵ, ਅਜਹੂ ਬਲ ਕੇ ਦੁਆਰ ਖੜੋ। ਇਹ ਬਲ ਰਾਜਾ ਬਲ ਸੀਗਾ, ਇਹਦੀ ਵੀ ਕਥਾ ਆਉਂਦੀ ਹੈ ਬਈ ਇਹਨੂੰ ਵੀ ਜਿਹੜਾ ਹੈਗਾ ਇਹਨੇ ਵੀ ਜਿਹੜਾ ਹੈਗਾ ਉਹ ਦਾਨ ਕਰਦਾ ਸੀ, ਬਹੁਤ ਦਾਨੀ ਰਾਜਾ ਸੀਗਾ। ਅਤੇ ਇਹਦਾ ਜਿਹੜਾ ਹੈਗਾ ਇਹਦਾ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਉਹ ਕਰਨ ਵਾਸਤੇ ਜਿਹੜਾ ਹੈਗਾ ਇਹਨੂੰ ਨੀਮਾ ਦਿਖਾਉਣ ਵਾਸਤੇ ਕਹਿ ਲਓ ਜਾਂ ਜਿਸ ਤਰ੍ਹਾਂ ਵੀ ਕਹਿ ਲਓ, ਵਿਸ਼ਨੂੰ ਜੀ ਜਿਹੜੇ ਹੈਗੇ ਆ ਉਹ ਆ ਗਏ ਬਹਾਨੇ ਦੇ ਨਾਲ ਬਈ ਮੈਂ ਸਾਧੂ ਬਣ ਕੇ ਆ ਗਏ, ਸਾਧੂ ਦਾ ਰੂਪ ਧਾਰ ਕੇ ਬਈ ਮੈਨੂੰ ਜਿਹੜਾ ਨਾ ਮੈਂ ਕੁਟੀਆ ਬਣਾਉਣੀ ਹੈ ਭਾਈ ਪਿਆਰਿਆ, ਤੂੰ ਤਾਂ ਬਹੁਤ ਵੱਡਾ ਰਾਜਾ ਆ, ਮੈਂ ਤੇਰੇ ਕੋਲ ਜ਼ਿਆਦਾ ਮੰਗਦਾ ਵੀ ਨਹੀਂ ਆ, ਮੈਨੂੰ 2.5 ਕਰਮ ਜਿਹੜੇ ਹੈਗੇ ਆ, 2.5 ਕਰਮ ਮੈਨੂੰ ਜਿਹੜੇ ਹੈਗੇ ਇੰਨੀ ਥਾਂ ਦੇ ਦੇ ਭਾਈ। ਅਤੇ ਉਹ ਰਾਜਾ ਨੇ ਫਟਾਕ ਦੇ ਨਹੀਂ ਕਹਿੰਦਾ ਮਾਪ ਲਾ 2.5 ਕਰਮ। ਉਹਨੇ 2 ਕਰਮਾਂ ਦੇ ਵਿੱਚ ਉਹਨੇ 2 ਸਟੈਪ ਦੇ ਅੰਦਰ ਉਹਨੇ ਸਾਰੀ ਧਰਤੀ ਨਾਪ ਲਈ। ਕਹਿੰਦੇ ਬਈ ਹਾਲੇ ਫਿਰ ਅੱਧਾ ਕਰਮ ਹੋਰ ਹੈ, ਅੱਧਾ ਹੋਰ ਹੈਗਾ ਭਾਈ, ਅੱਧਾ ਮੇਰਾ ਤਾਂ ਅੱਧਾ ਹਾਲੇ ਹੋਰ ਚਾਹੀਦੀ, ਮੇਰੀ ਕੁਟੀਆ ਬਣਨੀ ਨਹੀਂ ਹੈ ਇਹਨੇ 'ਚ। ਉਹ ਕਹਿੰਦਾ ਉਹ ਵਿਸ਼ਨੂੰ ਕਹਿੰਦਾ ਮੈਂ ਤੇਰਾ ਸਰੀਰ ਵੀ ਨਾਪਣਾ ਹੈ ਭਾਈ। ਉਹਦਾ ਸਰੀਰ ਵੀ ਅੱਧੇ ਕਰਮ 'ਚ ਉਹਦਾ ਸਰੀਰ ਨਾਪ ਲਿਆ, 2.5 ਕਰਮ ਹੋ ਗਏ। ਕਹਿੰਦੇ ਹੁਣ ਧਰਤੀ ਮੇਰੀ ਕੁਟੀਆ ਬਣਨੀ ਆ ਤੇਰਾ ਸਰੀਰ ਵੀ ਜਿਹੜਾ ਹੈਗਾ ਹੁਣ ਤੂੰ ਇੱਥੇ ਨਹੀਂ ਰੱਖ ਸਕਦਾ ਆਪਣਾ, ਆਹ ਧਰਤੀ ਦੇ ਉੱਤੇ ਤੂੰ ਨਹੀਂ ਰਹਿ ਸਕਦਾ, ਇੱਥੋਂ ਇਹ ਸਰੀਰ ਹਟਾਉਣਾ ਪਊਗਾ ਤੈਨੂੰ। ਅਤੇ ਉਹ ਭਾਈ ਉਹ ਕਹਿੰਦੇ ਉਹ ਚਲਾ ਗਿਆ ਆਪਣੇ ਜਿਹੜੇ ਹੈਗੇ ਆ ਪਤਾਲ ਲੋਕ ਦੇ ਵਿੱਚ। ਰਾਜੇ ਨੂੰ ਪਤਾਲ ਲੋਕ 'ਚ ਛੁਪਣਾ ਪੈ ਗਿਆ ਇਹ ਬਲ ਰਾਜੇ ਨੂੰ, ਅਤੇ ਪਤਾਲ ਲੋਕ 'ਚ ਭੇਜ ਕੇ ਅਤੇ ਫਿਰ ਵਿਸ਼ਨੂੰ ਚੱਲਣ ਲੱਗਾ ਉੱਥੋਂ। ਅਤੇ ਕਹਿੰਦਾ ਉਹ ਬਲ ਰਾਜਾ ਕਹਿੰਦਾ ਕਿੱਥੇ ਜਾ ਰਹੇ हैं ऋषि महाराज जी, आप कहाँ जा रहे हो, आप कहाँ जा रहे हो, कुटिया तो बनाओ पहले, कुटिया तो बनाओ। ਕਹਿੰਦੇ ਹਾਲੇ ਤੱਕ ਬਲ ਜਿਹੜਾ ਹੈਗਾ ਉਪਕੇਸ਼ਵ ਕਹਿੰਦੇ ਆ ਜਿਹੜਾ ਵਿਸ਼ਨੂੰ ਜਿਹੜਾ ਹੈਗਾ ਉਹਦੇ ਦਰ ਦੇ ਉੱਤੇ ਖੜਾ ਹੈ ਬਲ ਰਾਜੇ ਦੇ ਹਾਲੇ ਤੱਕ। ਨਾਮਾ ਕਹੇ ਭਗਤ ਬਸ ਕੇਸ਼ਵ, ਅਜਹੂ ਬਲ ਕੇ ਦੁਆਰ ਖੜੋ।
ਕਹਿੰਦੇ ਕੁਟੀਆ ਬਣਾ। ਹੁਣ ਕੁਟੀਆ ਕਿਹੜੀ ਬਣਾਉਣੀ ਸੀ ਉਹਨੇ? ਉਹ ਤਾਂ ਉਹਨੇ ਜਿਹੜਾ ਹੈਗਾ ਉਹਨੇ ਟੈਸਟ ਸੀਗਾ, ਸਵਾਂਗ ਰਚਿਆ ਸੀਗਾ। ਅਤੇ ਆਹ ਦੇਖ ਲਓ, ਫਿਰ ਉਹਦਾ ਭੁਗਤਾਨ ਵੀ ਕਰਨਾ ਪੈਂਦਾ ਹੈ ਭਾਈ। ਨਾਮਾ ਕਹੇ ਭਗਤ ਬਸ ਕੇਸੋ, ਅਜਹੂ ਬਲਕੇ ਦੁਆਰ ਖਰੋ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਪਰਮਾਤਮਾ ਨੂੰ ਜਾਣਨ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਭਗਤੀ। ਜਦੋਂ ਤੁਸੀਂ ਭਗਤੀ ਕੀਤੀ ਤੇ ਤੁਹਾਨੂੰ ਗਿਆਨ ਮਾਰਗ ਦਾ ਆਪੇ ਪਤਾ ਲੱਗ ਜਾਣਾ ਤੇ ਤੁਹਾਡਾ ਕਰਮ ਮਾਰਗ ਆਪਣੇ ਆਪ ਹੀ ਠੀਕ ਹੋ ਜਾਣਾ। ਤੇ ਭਗਤੀ ਜਿਹੜਾ ਵਾ ਸਭ ਤੋਂ ਉੱਚਾ ਮਾਰਗ ਹੈ। ਇਹ ਜਦੋਂ ਗਿਆਨ ਮਾਰਗ, ਭਗਤੀ ਮਾਰਗ ਤੇ ਕਰਮ ਮਾਰਗ ਇਕੱਠੇ ਹੋ ਜਾਂਦੇ ਨੇ ਤੇ ਸਾਨੂੰ ਰਾਜ ਯੋਗ ਦੀ ਪ੍ਰਾਪਤੀ ਹੁੰਦੀ। ਰਾਜ ਯੋਗ ਮਤਲਬ ਸਾਰੇ ਸਮ ਹੋ ਗਏ ਨੇ। ਹੁਣ ਕੁਛ ਵੀ ਕੋਈ ਸਾਡੇ ਅੰਦਰ ਵੱਧ ਘੱਟ ਤੱਤ ਨਹੀਂ ਆ। ਜਦੋਂ ਆਪਾਂ ਰੱਸੀ ਆਉਣਦੇ ਆ ਤੇ ਵੇਖੋ 3 ਲੜੀਆਂ ਹੁੰਦੀਆਂ ਨੇ, ਉਹ ਤਿੰਨਾਂ ਦਾ ਸਾਈਜ਼ ਜਦੋਂ ਬਰਾਬਰ ਹੁੰਦਾ ਨਾ ਤੇ ਬੜੀ ਵਧੀਆ ਗੁੱਤ ਹੋਣੀ ਜਾਂਦੀ। ਉਸੇ ਹੀ ਤਰ੍ਹਾਂ ਜਦੋਂ ਇਹ ਭਗਤੀ ਕਰਦੀ ਆ, ਇਹ ਬਰਾਬਰ ਕਰ ਦਿੰਦੀ ਆ ਕਰਮ ਨੂੰ ਤੇ ਗਿਆਨ ਨੂੰ। ਫਿਰ ਇੱਕ ਬੜੀ ਸੋਹਣੀ ਗੁੱਤ ਬੈਲੈਂਸ ਵਾਲੀ ਲਾਈਫ ਸਾਨੂੰ ਮਿਲਦੀ ਹੈ। ਉਹ ਫਿਰ ਸਾਨੂੰ ਮਿਲਦਾ ਹੈ ਧਰਮ। ਤੇ ਜਦੋਂ ਧਰਮ ਮਿਲ ਗਿਆ ਫਿਰ ਤਿੰਨੇ ਬਰਾਬਰ ਹੋ ਗਏ, ਫਿਰ ਜੀਵਨ ਆਪੇ ਸਵਰਗ ਹੋ ਗਿਆ। ਫਿਰ ਕਿੱਥੇ ਜਾਣਾ? ਕਿੱਥੇ ਨਹੀਂ ਜਾਣ ਦੀ ਲੋੜ। ਜਿੱਥੇ ਵੀ ਤੁਸੀਂ ਹੈਗੇ ਜੋ ਉਹੀ ਸਵਰਗ ਆ, ਉਹੀ ਬ੍ਰਹਮ ਦਾ ਰੂਪ ਹੋ ਜਾਣਾ। ਠੀਕ ਹੈ ਨਾ ਜਲ ਸਾਹਿਬ? ਬਹੁਤ ਵਧੀਆ ਗੁਰਕੀ ਸਾਹਿਬ। ਅੱਜ ਦੀ ਤਾਂ ਮੈਂ ਤਾਂ ਕਹਿੰਦਾ ਰੋਜ਼ ਹੀ ਜਿਹੜਾ ਹੈ ਨਾ ਮੈਨੂੰ ਇਹੀ ਗੱਲ ਕਹਿਣੀ ਪੈਂਦੀ ਹੈ ਵੀ ਅੱਜ ਦੀ ਬਹੁਤ ਵਧੀਆ ਹੈ, ਬਹੁਤ ਵਧੀਆ ਗਿਆਨ ਹੈਗਾ। ਸਾਰੇ ਲੈ ਲਓ ਭਾਈ। ਹਾਂਜੀ ਵੀਰ ਜੀ ਠੀਕ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ। ਹਾਂਜੀ ਹਾਂਜੀ। ਉਹ ਨਾ ਭਾਈ ਗੁਰਦਾਸ ਨੇ ਵੀ ਲਿਖਿਆ, ਵਰ ਰਾਜਾ ਕਰ ਆਪਣੇ ਅੰਦਰ ਬੈਠਾ ਜਾਗਰ ਜਾਵਾ ਬਾਮਾ ਰੂਪੀ 4 ਵੇਦ ਮੁਖ ਪਾਠ ਸੁਣਾਵੇ। ਉਹਨਾਂ ਨੇ ਵੀ ਲਿਖਿਆ ਇਹ। ਹਾਂਜੀ ਹਾਂਜੀ ਬਿਲਕੁਲ ਲਿਖਿਆ ਜੀ, ਬਿਲਕੁਲ ਲਿਖਿਆ। ਹਾਂਜੀ ਆਪਾਂ ਤਾਂ ਬਾਣੀ ਜਿਹੜੀ ਹੈਗੀ ਆ ਦੇਖੋ, ਬਿਲਕੁਲ ਇਹ ਤਾਂ ਗੁਰੂ ਗ੍ਰੰਥ ਸਾਹਿਬ ਜਿਹੜੇ ਆਪਣੇ ਗੁਰੂ ਹੈਗੇ ਉਹ ਬੋਲ ਰਹੇ ਭਾਈ। ਗੁਰੂ ਗ੍ਰੰਥ ਸਾਹਿਬ 'ਚ ਜਿਹੜੀ ਚੀਜ਼ ਦਰਜ ਆ ਉਹ ਚੀਜ਼ ਜਿਹੜੀ ਹੈਗੀ ਆ ਉਹਨੂੰ ਤਾਂ ਆਪਾਂ ਨੂੰ ਪਰਖਣ ਦੀ ਲੋੜ ਹੀ ਨਹੀਂ ਹੈ। ਜਿਹੜੀ ਜੋ ਮਹਾਰਾਜ ਨੇ ਕਹਿ ਤਾ, ਭਾਵੇਂ ਜਿਹੜਾ ਹੈਗਾ ਕੋਈ, ਕਿਉਂਕਿ ਇਹ ਚੀਜ਼ਾਂ ਪ੍ਰਚਲਿਤ ਹੈਗੀਆਂ ਨਾ। ਇਹ ਜੋ ਵੀ ਮਹਾਰਾਜ ਜਿਹੜੇ ਹੈਗੇ, ਜਿਹੜੀ ਸੁਸਾਇਟੀ ਦੇ ਵਿੱਚ ਜਿਹੜੇ ਹੈਗੇ ਜੋ ਚੀਜ਼ਾਂ ਪ੍ਰਚਲਿਤ ਆ ਉਹੀ ਐਗਜ਼ਾਮਪਲ ਲੈ ਕੇ ਆਪਾਂ ਨੂੰ ਦੱਸਣਾ ਹੈ ਉਹਨਾਂ ਨੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਠੀਕ ਹੈ। ਅੱਜ ਦੇ ਵਿਚਾਰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਹੋ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ ਕਿ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਮੇਰੇ ਪਿਤਾ ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਦਿਨ ਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਮੇਰੇ ਮਨ ਮਿਹਰ ਕਰੋ, ਮਿਹਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ